नहीं कोई गल नहीं, जल्दी भी होए। सर गुड मॉर्निंग। गुड मॉर्निंग, गुड मॉर्निंग, गुड मॉर्निंग सर। गुड मॉर्निंग जी, गुड मॉर्निंग सर जी। गुड मॉर्निंग सर, गुड मॉर्निंग सर। गुड मॉर्निंग। गुड मॉर्निंग सर। गुड मॉर्निंग जी। हाँ जी, लेट अस स्टार्ट। गुड मॉर्निंग साਰਿਆਂ ਨੂੰ। टुडे वी विल डिस्कस इंडियन पीनल कोड 1860, पेपर नंबर 5, नैपसीलर एग्जामिनेशन पेपर नंबर 5, इंडियन पीनल कोड। इस पेपर 5 ਦੇ ਵਿੱਚ ਆਪਣੇ ਕੋਲ ਦੋ ਸਬਜੈਕਟ ਹੈਗੇ ਨੇ, ਇੰਡੀਅਨ ਪੀਨਲ ਕੋਡ ਹੈ ਤੇ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ। ਤੇ ਆਪਾਂ ਪੜਾਂਗੇ ਅੱਜ ਇੰਡੀਅਨ ਪੀਨਲ ਕੋਡ। ਆਪਾਂ ਪਿੱਛੇ ਜਿਹੜਾ ਲੈਕਚਰ ਸੀਗਾ ਸਾਡਾ ਪੜਿਆ ਸੀਗਾ ਅਬੈਟਮੈਂਟ ਫਰੋਮ ਸੈਕਸ਼ਨ 107 ਤੋਂ ਅਸੀਂ ਪਿਛਲਾ ਜਿਹੜਾ ਸਾਡਾ ਲੈਕਚਰ ਸੀਗਾ ਉਹ ਅਸੀਂ ਪੜਿਆ ਸੀ ਤੇ ਅੱਜ ਥੋੜਾ ਜਿਹਾ ਉਸ ਨੂੰ ਰਿਵਾਈਜ਼ ਕਰਾਂਗੇ। 107 ਤੋਂ ਰਿਵਾਈਜ਼ ਕਰਕੇ ਫਿਰ ਅੱਗੇ ਅਸੀਂ 119 ਤੋਂ ਅੱਗੇ ਮੂਵ ਕਰਾਂਗੇ, 119 ਤੋਂ ਅੱਗੇ ਫਰਦਰ ਅਸੀਂ ਮੂਵ ਕਰਾਂਗੇ। ਪਹਿਲਾਂ 107 ਸੈਕਸ਼ਨ ਤੋਂ ਅਸੀਂ ਰਿਵਾਈਜ਼ ਕਰਦੇ ਹਾਂ। ਅਬੈਟਮੈਂਟ ਕੀ ਹੁੰਦੀ ਹੈ? ਸੈਕਸ਼ਨ 107 ਵੈਰੀ ਇੰਪੋਰਟੈਂਟ ਸੈਕਸ਼ਨ ਹੈਗੀ ਹੈ, ਮੈਕਸਿਮਮ ਯੂਟਿਲਾਈਜ਼ ਹੁੰਦੀ ਹੈ, ਪ੍ਰੈਕਟੀਕਲ ਦੇ ਵਿੱਚ ਹੈਗੀ ਹੈ, ਪ੍ਰੈਕਟਿਸ ਦੇ ਵਿੱਚ ਹੈਗੀ ਹੈ। ਜਿੰਨੀਆਂ ਵੀ FIRs ਲਾਜ਼ ਹੁੰਦੀਆਂ ਨੇ, ਬਹੁਤ ਸਾਰੀਆਂ FIR ਦੇ ਵਿੱਚ ਸੈਕਸ਼ਨ 107 ਦਾ ਤੁਸੀਂ ਹਵਾਲਾ ਦੇ ਲੜਾਈ ਝਗੜੇ ਦੇ ਜਿਹੜੇ ਕੇਸ ਹੁੰਦੇ ਨੇ, ਠੀਕ ਹੈ, ਉੱਥੇ ਤੁਸੀਂ ਦੇਖੋਗੇ 107 ਦੀ ਜਿਹੜੀ ਸੈਕਸ਼ਨ ਹੁੰਦੀ ਹੈ FIR ਦੇ ਵਿੱਚ ਲਗਾਈ ਜਾਂਦੀ ਹੈ ਕਾਫੀ ਜ਼ਿਆਦਾ। ਠੀਕ ਹੈ, ਇਹਦਾ ਮਤਲਬ ਕੀ ਹੈਗਾ? ਅਬੈਟਮੈਂਟ ਜਦੋਂ ਅਸੀਂ ਕਹਿੰਦੇ ਕਿਸੇ ਨੂੰ ਇਨਸਟੀਗੇਟ ਕਰਨਾ, ਕਿਸੇ ਨੂੰ ਪ੍ਰੋਵੋਕ ਕਰਨਾ, ਠੀਕ ਹੈ, ਜਿਵੇਂ ਕਹਿੰਦੇ ਮਾਰ ਗੰਡਾਸਾ ਜਾਨ ਨਾ ਦੇਈਂ, ਹੈ ਜੀ, ਤੈਂ ਕੀ ਚੂੜੀਆਂ ਪਹਿਨੀਆਂ ਹੋਈਆਂ ਨੇ, ਐਸੇ ਵੈਸੇ ਵਰਡ ਬੋਲ ਕੇ ਕਿਸੇ ਬੰਦੇ ਨੂੰ ਕੁਝ ਨਾ ਕੁਝ ਸ਼ਬਦ ਬੋਲ ਕੇ ਐਸੇ ਤਾਂ ਕਿ ਬੰਦਾ ਪ੍ਰੋਵੋਕ ਹੋ ਜਾਵੇ, ਬਦਲਾ ਲੈਣਾ, ਇਹ ਕਰਨਾ ਉਹ ਕਰਨਾ, ਇੱਦਾਂ ਪੁਰਾਣੀ ਕੋਈ ਗੱਲ ਉਹਨੂੰ ਯਾਦ ਕਰਾਉਣੀ। ਠੀਕ ਹੈ, ਜਦੋਂ ਕੋਈ ਪਹਿਲੀ ਲੜਾਈ ਹੋਈ ਹੋਵੇ, ਉਹਦੇ ਪਰਿਵਾਰ ਦਾ ਮੈਂਬਰ ਕਿਸੇ ਨੂੰ ਕੋਈ ਨੁਕਸਾਨ ਕਿਸੇ ਦੂਜੇ ਨੇ ਪਹੁੰਚਾਇਆ ਹੋਵੇ, ਇੱਦਾਂ ਦੀਆਂ ਕੋਈ ਗੱਲਾਂ ਯਾਦ ਕਰਵਾ ਕੇ, ਤੇ ਜਦੋਂ ਕਿਸੇ ਬੰਦੇ ਨੂੰ ਇਨਸਟੀਗੇਟ ਕੀਤਾ ਜਾਂਦਾ ਹੈ, ਪ੍ਰੋਵੋਕ ਕੀਤਾ ਜਾਂਦਾ ਹੈ, ਉਕਸਾਇਆ ਜਾਂਦਾ ਹੈ ਕਿਸੇ ਦੂਜੇ ਬੰਦੇ ਦਾ ਨੁਕਸਾਨ ਕਰਾਉਣ ਦੇ ਲਈ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਅਬੈਟਮੈਂਟ। ਸੈਕਸ਼ਨ 107 ਹੈਗੀ ਹੈ। ਜਦੋਂ ਕੋਈ ਵਿਅਕਤੀ ਕਿਸੇ ਨੂੰ ਅਬੈਟ ਕਰਦਾ ਹੈ ਤਾਂ ਜਿੰਨੀ ਵੀ ਜਿਹੜਾ ਵੀ ਸਜ਼ਾ, ਜਿਹੜਾ ਵੀ ਅਫੈਂਸ ਉਸ ਵਿਅਕਤੀ ਵੱਲੋਂ ਕੀਤਾ ਜਾਂਦਾ ਹੈ ਤਾਂ ਉਨੇ ਹੀ ਅਫੈਂਸ ਦੀ ਜਿਹੜੀ ਸਜ਼ਾ ਹੈਗੀ ਹੈ, ਜਿਵੇਂ ਕਿ ਲਾਅ 'ਚ ਦਰਸਾਈ ਗਈ ਹੈ, ਜਿਹੜਾ ਬੰਦਾ ਅਬੈਟ ਕਰਦਾ ਹੈ, ਇਨਸਟੀਗੇਟ ਕਰਦਾ ਹੈ, ਪ੍ਰੋਵੋਕ ਕਰਦਾ ਹੈ, ਉਹ ਵਿਅਕਤੀ ਵੀ ਉਸੇ ਉਨੀ ਹੀ ਸਜ਼ਾ ਦਾ ਜਿਹੜਾ ਪਨਿਸ਼ਮੈਂਟ ਦਾ ਹੈਗਾ ਭਾਗੀ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਤਿੰਨ ਜਿਹੜੀਆਂ ਹੈਗੀਆਂ ਨੇ ਕਲੌਜ਼ਸ ਦੱਸੀਆਂ ਗਈਆਂ ਨੇ। ਫਸਟਲੀ ਕੀ ਕਹਿੰਦਾ? ਇਨਸਟੀਗੇਟਸ ਐਨੀ ਪਰਸਨ ਟੂ ਡੂ ਦੈਟ ਥਿੰਗ। ਜਦੋਂ ਕੋਈ ਵਿਅਕਤੀ ਕਿਸੇ ਬੰਦੇ ਨੂੰ ਇਨਸਟੀਗੇਟ ਕਰਦਾ ਹੈ, ਕੋਈ ਕੰਮ ਕਰਨ ਦੇ ਲਈ ਇਨਸਟੀਗੇਟ ਕਰਦਾ ਹੈਗਾ, ਠੀਕ ਹੈ, ਮਤਲਬ ਕਿ ਕੋਈ ਅਫੈਂਸ ਕਮਿਟ ਕਰਨ ਦੇ ਲਈ ਇਨਸਟੀਗੇਟ ਕਰਦਾ ਹੈ। ਸੈਕੰਡਲੀ ਕੀ ਹੈ? ਐਂਗੇਜਸ ਵਿਦ ਵਨ ਔਰ ਮੋਰ ਇਨ ਦਾ ਕਨਸਪੀਰੇਸੀ ਟੂ ਡੂ ਥਿੰਗ। ਦੂਜੀ ਗੱਲ ਇਹ ਹੈਗੀ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਬੰਦੇ ਨਾਲ ਰਲ ਕੇ ਮਿਲ ਕੇ ਉਹਨਾਂ ਦੀ ਜਿਹੜੀ ਸਾਜ਼ਿਸ਼ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਕੋਈ ਅਫੈਂਸ ਕਮਿਟ ਕਰਦੇ ਆ, ਦੈਨ ਉਹ ਵੀ ਇੱਕ ਅਬੈਟਮੈਂਟ ਦੀ ਪਰਿਭਾਸ਼ਾ ਵਿੱਚ ਆ ਜਾਂਦਾ ਹੈ। ਥਰਡਲੀ ਕੀ ਹੈ? ਇੰਟੈਂਸ਼ਨਲੀ ਏਡਸ ਔਰ ਐਕਟ ਔਰ ਅਮਿਸ਼ਨ ਟੂ ਡੂ ਥਿੰਗ। ਜਾਣਬੁੱਝ ਕੇ ਕਿਸੇ ਵਿਅਕਤੀ ਨੂੰ ਏਡ ਕਰਦਾ ਹੈ, ਕੋਈ ਗਲਤ ਕੰਮ ਕਰਨ ਦੇ ਲਈ ਉਹਦੀ ਹੈਲਪ ਕਰ ਦਿੰਦਾ ਹੈ, ਠੀਕ ਹੈ, ਜਾਂ ਫਿਰ ਜੋ ਵਿਅਕਤੀ ਨੇ ਕੰਮ ਕਰਨਾ ਹੁੰਦਾ ਹੈ, ਜਿਵੇਂ ਕਿਸੇ ਗਨਮੈਨ ਨੇ, ਕਿਸੇ ਸਿਕਿਉਰਿਟੀ ਗਾਰਡ ਨੇ ਕਿਤੇ ਸਿਕਿਉਰਿਟੀ ਦੇਣੀ ਹੁੰਦੀ ਹੈ, ਠੀਕ ਹੈ, ਉਹ ਇੰਟੈਂਸ਼ਨਲੀ ਜਾਣਬੁੱਝ ਕੇ ਆਪਣੇ ਕੰਮ ਤੋਂ ਓਮਿਟ ਕਰਦਾ ਹੈ, ਮਤਲਬ ਕਿ ਆਪਣੇ ਕੰਮ ਨੂੰ ਕਰਦਾ ਨਹੀਂ, ਅੱਖਾਂ ਪਰਾਂ ਕਰ ਲੈਂਦਾ ਜਾਂ ਮੂੰਹ ਪਰਾਂ ਕਰ ਲੈਂਦਾ ਵੀ ਕੰਮ ਜੋ ਹੁੰਦਾ ਹੋਣ ਦੇ, ਜਾਣਬੁੱਝ ਕੇ ਗਲਤ ਕੰਮ ਹੋਣ ਦੀ ਖਾਤਰ ਉਹ ਆਪਣੇ ਆਪ ਨੂੰ, ਠੀਕ ਹੈ, ਪਿੱਛੇ ਕਰਦਾ ਜਾਂ ਆਪਣੇ ਆਪ ਨੂੰ ਬਚਾਉਂਦਾ ਹੈ ਤੇ ਓਮਿਟ ਕਰਦਾ ਹੈ, ਆਪਣੀ ਡਿਊਟੀ ਨੂੰ ਓਮਿਟ ਕਰਦਾ, ਆਪਣੀ ਡਿਊਟੀ ਨਹੀਂ ਕਰਦਾ ਹੈਗਾ ਪ੍ਰੋਪਰ ਤਰੀਕੇ ਨਾਲ, ਦੈਟ ਇਜ਼ ਆਲਸੋ ਅਬੈਟਮੈਂਟ ਦੀ ਪਰਿਭਾਸ਼ਾ ਵਿੱਚ ਆ ਜਾਂਦਾ ਹੈਗਾ। ਇਹਨਾਂ ਵਿੱਚ ਜਦੋਂ ਵੀ ਕੋਈ ਅਬੈਟਮੈਂਟ ਕਰਦਾ ਹੈਗਾ, ਅਬੈਟ ਕਿਸ ਨੂੰ ਕਰਦਾ ਹੈ, ਜਿਹੜਾ ਵੀ ਕੋਈ ਅਫੈਂਸ ਹੁੰਦਾ ਹੈ, ਜੇ ਕਿਤੇ ਲਾਅ ਦੇ ਵਿੱਚ ਪ੍ਰੋਵਾਈਡਡ ਹੈਗਾ ਪਾਰਟੀਕੂਲਰ, ਫਿਰ ਤਾਂ ਉਹਨਾਂ ਅਫੈਂਸ ਦੀ ਉਨੀ ਸਜ਼ਾ ਉਹਨੂੰ ਮਿਲੇਗੀ। ਅਦਰਵਾਈਜ਼ ਜਿਹੜਾ ਅਫੈਂਸ ਹੈਗਾ, ਜਿਹੜਾ ਵੀ ਅਫੈਂਸ ਹੋਇਆ, ਜਿਸ ਅਫੈਂਸ ਦੀ ਸਜ਼ਾ ਅਫੈਂਸ ਕਰਨ ਵਾਲੇ ਨੂੰ ਮਿਲੇਗੀ, ਉਨੀ ਹੀ ਸਜ਼ਾ ਦਾ ਜਿਹੜਾ ਹੈਗਾ ਜ਼ਿੰਮੇਵਾਰ ਹੁੰਦਾ ਹੈ ਅਬੈਟ ਕਰਨ ਵਾਲਾ ਵਿਅਕਤੀ। ਇਹਦੀ ਐਕਸਪਲੇਨੇਸ਼ਨ ਹੈਗੀ ਹੈ, ਐਕਸਪਲੇਨੇਸ਼ਨ 1 ਹੈਗੀ ਹੈ, ਅ ਪਰਸਨ ਹੂ ਬਾਈ ਵਿਲਫੁਲ ਮਿਸਰਿਪ੍ਰੈਜ਼ੈਂਟੇਸ਼ਨ। ਮਿਸਰਿਪ੍ਰੈਜ਼ੈਂਟੇਸ਼ਨ ਕੀ ਹੁੰਦੀ ਹੈ? ਕਿਸੇ ਨੂੰ ਗਲਤ ਬਿਆਨੀ ਕਰਨਾ, ਕਿਸੇ ਨੂੰ ਝੂਠ ਬੋਲਣਾ। ਉਹ ਵਿਅਕਤੀ ਕੋਈ ਜਿਵੇਂ ਕੋਈ ਥਾਣੇਦਾਰ ਹੈ, ਕੋਈ ਪੁਲਿਸ ਹੈ, ਕਿਸੇ ਵਿਅਕਤੀ ਦੇ ਮਗਰ ਭੱਜੀ ਵੀ ਹੈਗੀ ਹੈ, ਠੀਕ ਹੈ, ਕਿਸੇ ਚੌਕ ਤੇ ਆ ਕੇ ਦੋ ਗਲੀਆਂ ਫਟ ਗਈਆਂ, ਠੀਕ ਹੈ, ਉੱਥੇ ਕੋਈ ਵਿਅਕਤੀ ਖੜਾ ਹੈ, ਉੱਥੇ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਇਹ ਬੰਦਾ ਕਿੱਧਰ ਗਿਆ, ਦੌੜਿਆ,
ਉਹ ਜਾਣਬੁੱਝ ਕੇ ਜਦੋਂ ਗਲੀ ਇੱਕ ਦੂਜੇ ਪਾਸੇ ਗਿਆ ਹੋਵੇ ਵਿਅਕਤੀ, ਪਰ ਜਾਣਬੁੱਝ ਕੇ ਉਹ ਬੰਦਾ ਕਹਿੰਦੇ ਇੱਧਰਲੇ ਵਾਲੇ ਪਾਸੇ ਗਿਆ ਹੈਗਾ, ਤਾਂ ਕਿ ਜਿਹੜੇ ਪੁਲਿਸ ਵਾਲੇ ਨੇ ਉਹ ਉਸ ਗਲੀ ਦੇ ਵਿੱਚ ਭੱਜ ਲੈਣ ਤੇ ਜਿਹੜਾ ਵਿਅਕਤੀ ਹੈਗਾ ਉਹ ਜਿਹੜਾ ਗਲਤ ਕੰਮ ਕਰਨ ਦੇ ਲਈ ਕਿਤੇ ਜਾ ਰਿਹਾ ਹੈਗਾ ਉਹ ਗਲਤ ਕੰਮ ਕਰ ਪਾਏ। ਤੇ ਇਹ ਵੀ ਉਹਦੀ ਪਰਿਭਾਸ਼ਾ ਚਾਹੀਦਾ, ਇਹ ਵੀ ਇੱਕ ਅਬੈਟਮੈਂਟ ਹੈਗਾ ਜਿਹਨੂੰ ਕਿ ਮਿਸ ਰਿਪਰੈਜ਼ੈਂਟੇਸ਼ਨ ਕੀਤਾ, ਉਸਨੇ ਗਲਤ ਬਿਆਨੀ ਕੀਤਾ, ਝੂਠ ਬੋਲਿਆ ਹੈਗਾ ਕਿਸੇ ਵਿਅਕਤੀ ਦੂਜੇ ਨੂੰ, ਤਾਂ ਕਿ ਜਿਹੜਾ ਵਿਅਕਤੀ ਇੱਕ ਹੈਗਾ ਪਰਟੀਕੂਲਰ ਜੋ offense ਕਰ ਰਿਹਾ ਹੈ ਉਸਦਾ offense ਹੋ ਜਾਵੇ। ਠੀਕ ਹੈ। A person who by willful misrepresentation or willful concealment ਜਾਂ ਛੁਪਾ ਕੇ material fact which he is bound to disclose voluntarily do the thing set to, ਜਿਵੇਂ ਕਹਿੰਦੇ ਆਪਾਂ ਕਹਿੰਦੇ ਵੀ ਉਹ ਕੰਮ ਹੋਣ ਦੇਣ ਦੀ ਨੀਅਤ ਦੇ ਨਾਲ ਵੀ ਗਲਤ ਕੰਮ ਹੁੰਦਾ ਤਾਂ ਕਰ ਲੈਣ ਦਿਓ, ਤੇ ਇਹਨਾਂ ਬੰਦਿਆਂ ਨੂੰ ਦੂਜੇ ਪਾਸੇ ਜਾਣ ਦਿਓ। ਐਗਜ਼ਾਮਪਲ ਦਿੱਤੀ ਗਈ ਦੀ ਪੁਲਿਸ ਆਫੀਸਰ ਦੀ, ਵਾਰੰਟ ਆਫੀਸਰ, ਕੋਈ ਵਾਰੰਟ ਲੈ ਕੇ, ਕੋਈ ਜੱਟ ਦੇ ਵਾਰੰਟ ਲੈ ਕੇ ਕੋਈ ਪੁਲਿਸ ਆਫੀਸਰ ਜਾ ਰਿਹਾ ਹੈਗਾ, ਜਦੋਂ ਬੀ ਹੈ ਜਿਹੜਾ ਨੋਇੰਗਲੀ ਹੈ ਵੀ ਇਹ ਜੱਟ ਦੀ ਜਗ੍ਹਾ ਤੇ ਕੋਈ ਹੋਰ ਵਿਅਕਤੀ ਖੜਾ ਹੈ, ਸੀ ਨੂੰ ਜੱਟ ਕਹਿ ਕੇ ਪਕੜਵਾ ਦਿੰਦਾ ਹੈ ਵੀ ਇਹੀ ਵਿਅਕਤੀ ਜੱਟ ਹੈਗਾ, ਹੀ ਇਜ਼ ਜੱਟ ਹੇਅਰ ਬੀ ਅਬੈਟਸ ਦਾ ਇਨਸਟੀਗੇਸ਼ਨ, ਜਿਹੜਾ ਇੱਥੇ ਬੀ ਹੈਗਾ ਉਹਨੇ ਅਬੈਟਮੈਂਟ ਕੀਤੀ ਹੈ, ਉਹਨੇ ਜਾਣਬੁੱਝ ਕੇ ਜੱਟ ਨੂੰ ਬਚਾਉਣ ਦੀ ਖਾਤਰ ਸੀ ਨੂੰ ਪਕੜਵਾਦਾ ਤਾਂ ਕਿ ਜਿਹੜਾ ਸੀ ਹੈਗਾ ਬਾਅਦ ਵਿੱਚ ਛੱਡਿਆ ਜਾ ਸਕੇ ਤੇ ਜਿਹੜਾ ਜੱਟ ਹੈ ਉਹਦੀ ਹੈਲਪ ਹੋ ਸਕੇ। ਇਟ ਇਜ਼ ਆਲਸੋ ਅਬੈਟਮੈਂਟ। ਨੈਕਸਟ ਇਹਦੀ ਐਕਸਪਲੇਨੇਸ਼ਨ ਨੰਬਰ 2 ਹੈਗੀ ਹੈ, whoever prior to or at any time of the commission of an act does anything to facilitate the commission thereof is said to be aid the doing of that thing। ਜਦੋਂ ਕੋਈ ਕਮਿਸ਼ਨ, ਕੋਈ ਪਲੈਨਿੰਗ ਬਣ ਰਹੀ ਹੋਵੇ, ਠੀਕ ਹੈ, ਉਹ ਪਲੈਨਿੰਗ ਬਣ ਰਹੀ ਹੋਵੇ, ਕੋਈ ਕਮਿਸ਼ਨ ਬਣ ਰਿਹਾ ਹੋਵੇ, ਕੋਈ ਸਾਜ਼ਿਸ਼ ਰਚੀ ਜਾ ਰਹੀ ਹੋਵੇ, ਤਾਂ ਉਸ ਸਾਜ਼ਿਸ਼ ਨੂੰ ਰਚਨ ਦਿੱਤਾ ਜਾਂਦਾ ਹੋਵੇ ਕਿਸੇ ਵਿਅਕਤੀ ਵੱਲੋਂ ਜਾਣਬੁੱਝ ਕੇ, ਤੇ ਉਹਦੀ ਹੈਲਪ ਕੀਤੀ ਜਾਵੇ, ਉਹਦੀ ਏਡ ਕੀਤੀ ਜਾ ਰਹੀ ਹੋਵੇ, ਠੀਕ ਹੈ, ਉਹ ਜਿਹੜਾ ਵਿਅਕਤੀ ਹੈਗਾ ਜਿਹੜਾ ਜਾਣਬੁੱਝ ਕੇ ਉਹ ਜਿਹੜਾ ਪਲੈਨਿੰਗ ਹੈਗਾ ਉਹਨੂੰ ਬਣਨ ਦੇ ਰਿਹਾ ਤੇ ਉਹਦੀ ਹੈਲਪ ਕਰ ਰਿਹਾ, ਉਹਨਾਂ ਵਿਅਕਤੀਆਂ ਦੀ ਕੋਈ ਏਡ ਕਰ ਰਿਹਾ, ਜਿਵੇਂ ਦੂਰੋਂ ਖੜ ਕੇ ਖੜਾ ਵੀ ਕੋਈ ਬੰਦਾ ਆ ਨਾ ਜਾਵੇ ਉਹਨੂੰ ਦੱਸ ਰਿਹਾ ਹੈਗਾ, ਫੋਨ ਕਰਕੇ ਦੱਸ ਰਿਹਾ ਹੈਗਾ ਵੀ ਤੁਸੀਂ ਆਪਣੀ ਪਲਾਨ ਤਿਆਰੀ ਕਰੋ, ਇਹ ਕਰੋ, ਉਹ ਕਰੋ, ਠੀਕ ਹੈ। ਐਸੀ ਜਿਹੜਾ ਵਿਅਕਤੀ ਹੈਗਾ ਉਹ ਵੀ ਜਿਹੜਾ ਹੈਗਾ ਇਹ ਅਬੈਟਮੈਂਟ ਦੀ ਪਰਿਭਾਸ਼ਾ ਚ ਆਉਂਦਾ, ਉਸ ਨੂੰ ਵੀ ਅਸੀਂ ਅਬੈਟਰ ਕਹਿ ਸਕਦੇ ਹਾਂ। ਨੈਕਸਟ ਹੈ ਸੈਕਸ਼ਨ 108, ਅਬੈਟਰ ਕੀ ਹੁੰਦਾ ਹੈ? ਅਬੈਟਰ ਜਿਵੇਂ ਕਿ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਦੋਂ ਕੋਈ ਵਿਅਕਤੀ ਕਿਸੇ ਦੂਸਰੇ ਬੰਦੇ ਨੂੰ ਇਨਸਟੀਗੇਟ ਕਰਦਾ ਹੈ, ਪ੍ਰਵੋਕ ਕਰਦਾ ਹੈ, ਤੇ ਜਿਹੜਾ ਵਿਅਕਤੀ ਕਰਦਾ ਹੈ ਪ੍ਰਵੋਕ ਉਸ ਵਿਅਕਤੀ ਨੂੰ ਅਸੀਂ ਅਬੈਟਰ ਕਹਾਂਗੇ, ਠੀਕ ਹੈ। ਜਿਸ ਵਿਅਕਤੀ ਨੂੰ ਪ੍ਰਵੋਕ ਕੀਤਾ ਗਿਆ ਉਸ ਨੂੰ ਅਸੀਂ ਕਹਾਂਗੇ ਅਬੈਟਡ ਪਰਸਨ। ਜਿਸ ਵਿਅਕਤੀ ਨੂੰ ਪ੍ਰਵੋਕ ਕੀਤਾ ਗਿਆ ਹੀ ਇਜ਼ ਦਾ ਅਬੈਟਡ ਪਰਸਨ। ਜਿਹੜਾ ਵਿਅਕਤੀ ਪ੍ਰਵੋਕ ਕਿਸੇ ਵਿਅਕਤੀ ਨੂੰ ਕਰਦਾ ਹੈਗਾ, ਕਿਸੇ ਨੂੰ ਇਨਸਟੀਗੇਟ ਕਰਦਾ ਹੈ, ਕਿਸੇ ਨੂੰ ਉਕਸਾਉਂਦਾ ਹੈਗਾ, ਉਹ ਜਿਹੜਾ ਵਿਅਕਤੀ ਹੈ ਉਸ ਨੂੰ ਅਸੀਂ ਕਹਾਂਗੇ ਅਬੈਟਰ। A person abets an offense either commission of an offense committed by the person same intention or knowledge, ਸਾਰਾ ਕੁਝ ਜਾਣਦੇ ਹੋਏ attention ਦੇ ਨਾਲ ਜਾਣਬੁੱਝ ਕੇ ਕਿਸੇ ਵਿਅਕਤੀ ਨੂੰ ਉਕਸਾਉਂਦਾ ਹੈਗਾ offense ਕਰਨ ਦੀ ਖਾਤਰ, ਉਹ ਜਿਹੜਾ ਵਿਅਕਤੀ ਹੈਗਾ ਉਸ ਨੂੰ ਅਬੈਟਰ ਕਹਾਂਗੇ। ਇਹਦੀ ਐਕਸਪਲੇਨੇਸ਼ਨ ਹੈਗੀ ਹੈ 1 the abetment of the illegal omission may amount an offense। ਕੋਈ illegal ਜਿਹੜਾ omission ਹੈ, ਕੋਈ ਪਲੈਨਿੰਗ ਬਣ ਰਹੀ ਹੈ, ਠੀਕ ਹੈ, ਉਹਦੇ ਲਈ ਕੋਈ ਬੰਦਾ ਕਿਸੇ ਨੂੰ ਉਕਸਾਉਂਦਾ ਹੈਗਾ, ਪਲੈਨਿੰਗ ਕਰਨ ਦੇ ਲਈ ਉਕਸਾਉਂਦਾ ਹੈਗਾ, ਅਮਿਸ਼ਨ ਕਰਨ ਦੇ ਲਈ ਮਤਲਬ ਕਿ ਕਮਿਸ਼ਨ ਕਰਨ ਦੇ ਲਈ, ਜਾਂ ਫਿਰ ਇਲੀਗਲ ਅਮਿਸ਼ਨ, ਕੋਈ ਵਿਅਕਤੀ ਨੇ ਕੰਮ ਕਰਨਾ ਹੈਗਾ ਉਸ ਨੂੰ ਕਰਨ ਨਹੀਂ ਦਿੱਤਾ ਜਾ ਰਿਹਾ, ਠੀਕ ਹੈ, ਜਾਣਬੁੱਝ ਕੇ, ਜਾਂ ਕੋਈ ਵਿਅਕਤੀ ਨੇ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ ਕੰਮ ਕਰਨ ਦੀ, ਜਿਵੇਂ ਕਿ ਆਪਾਂ ਗਨਮੈਨ ਦੀ ਐਗਜ਼ਾਮਪਲ ਲੈਂਦੇ ਹਾਂ, ਉਹਦੀ ਜ਼ਿੰਮੇਵਾਰੀ ਹੁੰਦੀ ਹੈ ਸਿਕਿਉਰਿਟੀ ਕਰਨ ਦੀ, ਪਰ ਉਹ ਜਾਣਬੁੱਝ ਕੇ ਸਿਕਿਉਰਿਟੀ ਨਹੀਂ ਕਰਦਾ ਹੈਗਾ, ਠੀਕ ਹੈ, ਤੇ ਉਹ ਵੀ ਜਿਹੜੀ ਹੀ ਐਕਸਪਲੇਨੇਸ਼ਨ ਹੈ ਉਹ ਵੀ ਅਬੈਟਮੈਂਟ ਕਹੀ ਜਾਏਗੀ। ਅਮਾਊਂਟਸ ਟੂ ਦਾ ਅਫੈਂਸ, ਤਾਂ ਉਹਨੇ ਇਹ ਅਫੈਂਸ ਕਮਿਟ ਕੀਤਾ ਕਿਉਂਕਿ ਉਹਦੀ ਰਿਸਪੌਂਸਿਬਿਲਿਟੀ ਹੈ ਉਹਦੀ ਦੇਖ ਰੇਖ ਕਰਨੀ, ਜਿੱਥੇ ਉਹਦੀ ਸਿਕਿਉਰਿਟੀ ਵਜੋਂ, ਸਿਕਿਉਰਿਟੀ ਗਾਰਡ ਵਜੋਂ ਡਿਊਟੀ ਲੱਗੀ ਵੀ ਹੈ, ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਉੱਥੇ ਕੋਈ ਨੁਕਸਾਨ ਨਾ ਹੋਵੇ, ਪਰ ਉਹ ਨੁਕਸਾਨ ਹੋਣ ਦਿੰਦਾ ਹੈ, ਠੀਕ ਹੈ, ਉਹ ਵੀ ਅਬੈਟਮੈਂਟ ਉਹਨੇ ਕੀਤੀ ਹੈਗੀ ਹੈ। ਸੈਕੰਡ ਐਕਸਪਲੇਨੇਸ਼ਨ ਹੈਗੀ ਹੈ not necessary that the act abetted should be committed। ਜਦੋਂ ਕੋਈ ਪਲੈਨਿੰਗ ਕੀਤੀ ਗਈ ਹੈ, ਠੀਕ ਹੈ, ਅਬੈਟਮੈਂਟ ਕੀਤੀ ਗਈ ਹੈ, ਅਬੈਟਰ ਵੱਲੋਂ ਅਬੈਟਮੈਂਟ ਕੀਤੀ ਗਈ ਹੈ, ਬੇਸ਼ੱਕ ਜਿਹੜਾ ਅਫੈਂਸ ਹੈਗਾ ਅੱਗੇ ਕਮਿਟ ਨਾ ਹੋਇਆ ਹੋਵੇ, ਪਰ ਉਹ ਜਿਹੜਾ ਵਿਅਕਤੀ ਹੈਗਾ ਜਿਸਨੇ ਅਬੈਟਮੈਂਟ ਕੀਤੀ ਹੈ that is punishable with the offense committed। ਜੋ ਵੀ ਅਫੈਂਸ ਉਹਨੇ ਕਮਿਟ ਕਰਨ ਦੇ ਲਈ ਅਬੈਟਮੈਂਟ ਕੀਤੀ ਹੈ, ਤੇ ਪਰ ਅਫੈਂਸ ਕਮਿਟ ਨਹੀਂ ਹੋਇਆ, ਪਰ ਫਿਰ ਵੀ ਜਿਹੜਾ ਉਹ ਰਿਸਪੌਂਸਿਬਲ ਹੋਏਗਾ ਉਹਨੂੰ ਵੀ ਸਜ਼ਾ ਦਾ ਭਾਗੀ ਹੋਏਗਾ, ਉਹਨੂੰ ਵੀ ਲਾਅ ਦੇ ਮੁਤਾਬਕ ਜਿਹੜੀ ਹੈਗੀ ਹੈ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ। ਇਹਦੀਆਂ ਐਗਜ਼ਾਮਪਲਸ ਨੇ, ਦੇਖੋ ਐਗਜ਼ਾਮਪਲ ਨੰਬਰ A instigates B to murder C।
A instigate करता है B ਨੂੰ ਵੀ C ਦਾ ਮਰਡਰ ਕਰਨਾ ਹੈ। B refuses to do so, A is guilty of abetting B to commit the murder। ਇੱਥੇ ਜਿਹੜਾ A ਹੈਗਾ ਬੇਸ਼ੱਕ B ਨੇ ਰਿਫਿਊਜ਼ ਕਰ ਦਿੱਤਾ ਵੀ ਮੈਂ ਨਹੀਂ ਮਰਡਰ ਕਰਨਾ, ਠੀਕ ਹੈ, B ਤਾਂ ਇੱਥੇ ਰਿਸਪੌਂਸੀਬਲ ਨਹੀਂ ਹੋਏਗਾ, ਪਰ ਜਿਹੜਾ A ਹੈਗਾ ਉਸਨੇ ਉਹਨੂੰ ਇਨਸਟੀਗੇਟ ਕੀਤਾ ਹੈ, ਉਹਨੂੰ ਪ੍ਰੋਵੋਕ ਕੀਤਾ ਹੈ, ਉਸਨੇ ਉਹਨੂੰ ਉਕਸਾਇਆ ਹੈਗਾ। ਇੱਥੇ ਜਿਹੜਾ A ਹੈਗਾ ਉਹ ਮਰਡਰ ਦੇ ਲਈ, ਅਬੈਟ ਕਰਨ ਦੇ ਲਈ ਤੇ ਹੈਗਾ ਓਫੈਂਸਿਬਲ, ਪਨਿਸ਼ੇਬਲ ਹੋਏਗਾ। ਦੈਨ ਐਗਜ਼ਾਮਪਲ ਨੰਬਰ 2 ਹੈਗੀ ਹੈ B ਵਿੱਚ ਕੀ ਹੈ, A instigates B to murder D। A instigate ਕਰਦਾ ਹੈ B ਨੂੰ ਵੀ ਮਰਡਰ ਕਰਨਾ ਹੈ D ਦਾ। D stabs D, ਜਿਹੜਾ B ਹੈਗਾ ਉਹ D ਦੇ ਚਾਕੂ ਮਾਰਦਾ ਹੈ, ਠੀਕ ਹੈ ਜੀ। B stabs D, D recovers wounds, ਜਿਹੜੇ wounds ਹੁੰਦੇ ਨੇ, ਜ਼ਖਮ ਹੁੰਦੇ ਨੇ, ਉਹ ਰਿਕਵਰ ਕਰ ਲੈਂਦਾ ਹੈ ਤੇ A guilty instigating B to commit murder। ਬੇਸ਼ੱਕ ਉਹ ਬੰਦਾ ਮਰਦਾ ਨਹੀਂ ਹੈਗਾ, ਠੀਕ ਹੈ, ਪਰ A ਨੇ B ਨੂੰ ਇਨਸਟੀਗੇਟ ਕੀਤਾ ਹੈ ਮਰਡਰ ਕਰਨ ਦੇ ਲਈ D ਦਾ। ਬੇਸ਼ੱਕ D ਬਚ ਗਿਆ, ਉਹਦੇ ਜਿਹੜੇ ਬਾਉਂਡ ਸੀਗੇ ਉਹ ਭਰੇ ਗਏ, ਪਰ ਜਿਹੜਾ ਇੱਥੇ A ਹੈਗਾ ਉਹ ਪਨਿਸ਼ੇਬਲ ਹੋਏਗਾ ਟੂ ਕਮਿਟ ਦਾ ਮਰਡਰ, ਟੂ A guilty instigating B to commit the murder। ਐਕਸਪਲੇਨੇਸ਼ਨ 3 ਹੈਗੀ ਹੈ, it is not necessary person abetted capable by law committing offence lunatic child। ਬੇਸ਼ੱਕ ਤੁਸੀਂ ਕਿਸੇ lunatic ਨੂੰ, ਕਿਸੇ ਚਾਈਲਡ ਨੂੰ, ਕਿਸੇ ਐਸੇ ਵਿਅਕਤੀ ਨੂੰ ਜਿਹੜਾ ਬਾਈ ਲਾਅ ਪਨਿਸ਼ੇਬਲ ਨਾ ਹੋਵੇ, ਠੀਕ ਹੈ, ਤੁਸੀਂ ਉਹਨੂੰ ਉਕਸਾਉਂਦੇ ਹੋ, ਕੋਈ ਵਿਅਕਤੀ ਉਸ ਨੂੰ ਉਕਸਾਉਂਦਾ ਹੈਗਾ, ਉਸ ਨੂੰ ਪ੍ਰਵੋਕ ਕਰਦਾ ਹੈ, ਇਨਸਟੀਗੇਟ ਕਰਦਾ ਹੈ ਕੋਈ ਗਲਤ ਕੰਮ ਕਰਨ ਦੇ ਲਈ, ਕੋਈ ਓਫੈਂਸ ਕਰਨ ਦੇ ਲਈ, ਠੀਕ ਹੈ, ਬੇਸ਼ੱਕ ਉਹ ਜਿਹੜੇ ਬੱਚਾ ਹੈ, ਚਾਈਲਡ ਹੈ ਅੰਡਰ 7 years of the age ਜਾਂ lunatic ਹੈ, ਠੀਕ ਹੈ, ਉਹ ਬੇਸ਼ੱਕ ਪਨਿਸ਼ੇਬਲ ਨਹੀਂ ਹੈਗਾ ਅੰਡਰ ਲਾਅ, ਬਟ the person who abets the person, that is child, lunatic, insane, ਜਿਹੜਾ ਵੀ ਵਿਅਕਤੀ ਉਸ ਬੰਦੇ ਨੂੰ, ਉਸ ਬੱਚੇ ਨੂੰ ਇਨਸਟੀਗੇਟ ਕਰਦਾ ਹੈ, ਪ੍ਰੋਵੋਕ ਕਰਦਾ ਹੈ, ਕੋਈ ਓਫੈਂਸ ਕਰਨ ਦੇ ਲਈ ਪ੍ਰੋਵੋਕ ਕਰਦਾ ਹੈ, ਉਹ ਵਿਅਕਤੀ ਜ਼ਰੂਰ ਪਨਿਸ਼ੇਬਲ ਹੋਏਗਾ ਅਬੈਟਮੈਂਟ ਦੇ ਲਈ। ਐਗਜ਼ਾਮਪਲ A ਹੈਗੀ ਹੈ, A with the intention abets a child or lunatic। ਕਿਸੇ ਬੱਚੇ ਨੂੰ, ਕਿਸੇ ਚਾਈਲਡ ਨੂੰ, ਕਿਸੇ lunatic ਨੂੰ ਇਨਸਟੀਗੇਟ ਕਰਦਾ ਕੋਈ ਓਫੈਂਸ ਕਮਿਟ ਕਰਨ ਦੇ ਲਈ, ਜਿਹੜਾ A ਹੈਗਾ ਓਫੈਂਸ ਕਮਿਟ ਹੋ ਗਿਆ, ਚਾਈਲਡ ਨੇ ਕਰ ਦਿੱਤਾ, ਜਾਂ lunatic ਲੰਗੜਾ ਲੂਲਾ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਨੇ ਓਫੈਂਸ ਕਮਿਟ ਕਰ ਦਿੱਤਾ, ਬੇਸ਼ੱਕ ਉਹ ਬੱਚਾ ਜਾਂ lunatic ਜਿਹੜਾ ਹੈਗਾ ਉਹ ਓਫੈਂਸਿਬਲ ਨਹੀਂ ਹੈਗਾ, ਪਨਿਸ਼ੇਬਲ ਨਹੀਂ ਹੈਗਾ ਉਸ ਓਫੈਂਸ ਦਾ, ਬਟ ਜਿਹੜਾ A ਹੈਗਾ ਉਹ ਪਨਿਸ਼ੇਬਲ ਹੋਏਗਾ ਓਫੈਂਸ ਕਮਿਟ ਕਰਨ ਦਾ, ਅਬੈਟਮੈਂਟ ਦਾ। ਨੈਕਸਟ ਐਗਜ਼ਾਮਪਲ ਇਹਦੀ ਹੈਗੀ ਹੈ, A with the attention to murder Z instigate a child under 7 years of the age। A ਹੈਗਾ A ਮਰਡਰ ਕਰਨ ਦੇ ਲਈ, Z ਦਾ ਮਰਡਰ ਕਰਨ ਦੇ ਲਈ ਕਿਸੇ 7 ਸਾਲ ਦੀ ਘੱਟ ਉਮਰ ਦੇ ਬੱਚੇ ਨੂੰ ਇਨਸਟੀਗੇਟ ਕਰਦਾ ਹੈ, ਪ੍ਰਵੋਕ ਕਰਦਾ ਹੈ, ਠੀਕ ਹੈ। ਇੱਥੇ ਜੇ ਬੱਚਾ ਮਰਡਰ ਕਰ ਵੀ ਦਿੰਦਾ ਹੈ, ਜਦ ਉਹ ਨਹੀਂ ਵੀ ਹੁੰਦਾ, ਤਾਂ ਬੱਚਾ ਤਾਂ ਬੇਸ਼ੱਕ ਪਨਿਸ਼ੇਬਲ ਨਹੀਂ ਹੈਗਾ, ਪਰ ਜਿਹੜਾ ਇਹ ਵਿਅਕਤੀ ਹੈਗਾ ਜਿਸ ਨੇ ਉਸ ਨੂੰ ਪ੍ਰੋਵੋਕ ਕੀਤਾ ਹੈ, ਜਿਸ ਨੇ ਉਸ ਨੂੰ ਇਨਸਟੀਗੇਟ ਕੀਤਾ ਹੈ, he will be punishable, he will be liable to punishable under the ਐਕਟ ਅੰਡਰ 107 ਅਬੈਟਮੈਂਟ ਦੇ ਵਿੱਚ ਉਹ ਜਿਹੜਾ ਹੈਗਾ ਜੁਰਮ ਦਾ ਭਾਗੀ ਹੋਏਗਾ। ਨੈਕਸਟ ਇਹਦੀ ਐਕਸਪਲੇਨੇਸ਼ਨ ਹੈ 4 ਹੈਗੀ ਹੈ 108 ਸੈਕਸ਼ਨ ਦੀ। ਅਬੈਟਮੈਂਟ ਆਫ ਸੱਚ ਐਨ ਅਬੈਟਮੈਂਟ ਇਜ਼ ਆਲਸੋ ਐਨ offense। ਅਬੈਟਮੈਂਟ ਆਫ ਸੱਚ ਐਨ ਅਬੈਟਮੈਂਟ ਇਜ਼ ਆਲਸੋ ਐਨ offense। ਦੇਖੋ ਇਹ ਜਿਹੜੀ ਅਬੈਟਮੈਂਟ ਹੋ ਰਹੀ ਹੈ ਇਹ ਤੀਜੀ ਜਗ੍ਹਾ ਤੇ ਹੋ ਰਹੀ ਹੈ। offense ਇੱਕ ਬੰਦੇ ਨੇ ਕਮਿਟ ਕਰਨਾ ਹੈ, ਠੀਕ ਹੈ, ਉਹਨੂੰ A ਨੇ ਅਬੈਟਮੈਂਟ ਕੀਤੀ B ਨੂੰ, B ਨੇ ਅਬੈਟਮੈਂਟ ਕੀਤੀ C ਨੂੰ, C has committed the offense। A ਨੇ ਅਬੈਟਮੈਂਟ ਕੀਤੀ B ਨੂੰ, B ਨੇ ਅਬੈਟਮੈਂਟ ਕੀਤੀ C ਨੂੰ, C has committed the offense। Here ਜਿਹੜਾ A ਹੈਗਾ ਇਹ ਵੀ ਅਬੈਟਮੈਂਟ ਦੇ ਲਈ ਸਜ਼ਾ ਦਾ ਭਾਗੀ ਹੋਏਗਾ, ਪਨਿਸ਼ੇਬਲ ਹੋਏਗਾ ਅੰਡਰ ਸੈਕਸ਼ਨ 107। ਮਤਲਬ ਕਿ ਇਹ ਇਸ ਗੱਲ ਦਾ ਬੈਨੀਫਿਟ ਨਹੀਂ ਲੈ ਸਕਦਾ ਵੀ ਮੈਂ ਤਾਂ C ਨੂੰ ਅਬੈਟਮੈਂਟ ਕੀਤੀ ਹੀ ਨਹੀਂ, ਮੈਂ ਤਾਂ C ਨੂੰ ਕੁਝ ਕਿਹਾ ਹੀ ਨਹੀਂ, ਮੈਂ ਤਾਂ C ਨੂੰ ਕੋਈ offense ਕਮਿਟ ਕਰਨ ਲਈ ਨਹੀਂ ਕਿਹਾ, ਮੈਂ ਤਾਂ C ਨੂੰ ਮਰਡਰ ਕਰਨ ਲਈ ਨਹੀਂ ਕਿਹਾ, ਮੈਂ ਤਾਂ ਉਸਨੂੰ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਨਹੀਂ ਕਿਹਾ, ਮੈਂ ਤਾਂ B ਨੂੰ ਕਿਹਾ ਸੀ, ਠੀਕ ਹੈ।
B ਨੇ C ਨੂੰ ਕਿਹਾ ਹੈਗਾ। ਇੱਥੇ ਜਿਹੜਾ A ਹੈਗਾ, A is also responsible, B is also responsible and A is also responsible for the offense committed of the abatement। ਇਹਦੀ ਐਗਜ਼ਾਮਪਲ ਹੈਗੀ ਹੈ, A instigates B to instigate C to murder Z। A instigate ਕਰਦਾ ਹੈ B ਨੂੰ, B instigate ਕਰਦਾ ਹੈ C ਨੂੰ, C instigate ਕਰਦਾ ਹੈ then C instigate ਕਰਦਾ ਹੈ C ਕਰਦਾ ਹੈ offense Z ਦਾ ਮਰਡਰ ਕਰ ਦਿੰਦਾ ਹੈ। ਜਾਂ ਮਰਡਰ ਹੁੰਦਾ ਹੈ ਜਾਂ ਨਹੀਂ ਹੁੰਦਾ ਉਹ ਵੱਖਰੀ ਗੱਲ ਹੈਗੀ ਹੈ, ਠੀਕ ਹੈ। ਉਹ ਫਰਦਰ ਆਪਾਂ ਦੇਖਦੇ ਹਾਂ ਵੀ ਉਹਦੀ ਪਨਿਸ਼ਮੈਂਟ ਕਿੰਨੀ ਹੁੰਦੀ ਹੈ। ਮਰਡਰ ਹੋ ਜੇ, offense ਹੋ ਜੇ ਤਾਂ ਕਿੰਨੀ ਪਨਿਸ਼ਮੈਂਟ ਹੈ, offense ਨਹੀਂ ਹੁੰਦਾ ਤਾਂ ਕਿੰਨੀ ਪਨਿਸ਼ਮੈਂਟ ਹੈ। ਉਹ ਵੱਖ-ਵੱਖ ਕਲੌਜ਼ ਹੈਗੀਆਂ ਨੇ। offense ਹੁੰਦਾ ਤਾਂ ਹੋਰ ਸਜ਼ਾ ਹੁੰਦੀ ਹੈ, offense ਨਹੀਂ ਹੁੰਦਾ ਸਜ਼ਾ ਫਿਰ ਵੀ ਹੁੰਦੀ ਹੈ ਪਰ ਘੱਟ ਹੁੰਦੀ ਹੈ। ਇਸ ਕਰਕੇ ਇੱਥੇ ਜਾ ਕੇ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਹੜਾ A ਹੈਗਾ, he is also responsible for the punishable for the offense committed as abatement। ਨੈਕਸਟ ਹੈਗੀ ਸੈਕਸ਼ਨ ਐਕਸਪਲੇਨੇਸ਼ਨ 5। ਦੇਖੋ ਇਹ ਜਿਹੜੀ ਸੈਕਸ਼ਨ 108 ਹੈ, ਇਹ ਐਕਸਪਲੇਨੇਸ਼ਨ ਦਿੱਤੀਆਂ ਗਈਆਂ ਨੇ ਬਾਰ-ਬਾਰ ਤਾਂ ਕਿ ਇਸ ਨੂੰ ਕਲੀਅਰ ਕਰ ਦਿੱਤਾ ਜਾਵੇ ਵੀ ਕਿਹੜਾ ਬੰਦਾ ਅਬੈਟਮੈਂਟ ਦਾ ਰਿਸਪੌਂਸੀਬਲ ਹੋਏਗਾ, ਕਿਹੜਾ ਬੰਦਾ ਅਬੈਟਮੈਂਟ ਦੇ ਲਈ ਰਿਸਪੌਂਸੀਬਲ ਹੋਏਗਾ। ਇਹਦੀ ਬਾਰ-ਬਾਰ ਅਲੱਗ-ਅਲੱਗ ਜਿਹੜੀਆਂ ਐਕਸਪਲੇਨੇਸ਼ਨ ਦੇ ਕੇ ਇਸ ਨੂੰ ਕਲੀਅਰ ਕੀਤਾ ਗਿਆ। ਹੁਣ ਜਿਵੇਂ ਕਿ ਅਸੀਂ ਅੱਗੇ ਪੜਾਂਗੇ ਐਕਸਪਲੇਨੇਸ਼ਨ 5। ਕੁਝ ਇਸ ਤਰ੍ਹਾਂ ਦਾ ਕੁਐਸਚਨ ਆ ਜਾਂਦਾ ਜੀ, ਹਾਂਜੀ, ਐਕਸਪਲੇਨੇਸ਼ਨ ਲਿਖਾਂ। ਜੇ ਤੁਹਾਨੂੰ ਕਿਸੇ ਇੱਕ, ਦੇਖੋ ਤੁਹਾਨੂੰ ਜਿਹੜਾ ਕੁਐਸਚਨ ਆਏਗਾ ਉਹ ਕਿਸੇ ਇੱਕ ਐਕਸਪਲੇਨੇਸ਼ਨ ਦੇ ਬੇਸ ਤੇ ਆਏਗਾ। ਐਦਾਂ ਨਹੀਂ ਕਿ ਸਾਰਾ ਦਾ ਸਾਰਾ ਕੁਐਸਚਨ ਤੁਹਾਨੂੰ ਆ ਜਾਵੇ, ਠੀਕ ਹੈ। ਜੇ ਤੁਹਾਨੂੰ ਕੋਈ ਪੁੱਛਦਾ ਅਬੈਟਰ ਕੌਣ ਹੁੰਦਾ ਹੈ, ਅਬੈਟਰ ਕੌਣ ਹੁੰਦਾ ਹੈ, ਔਰ ਕੁਐਸਚਨ ਨੰਬਰ 10 ਨੰਬਰਾਂ ਦਾ ਕੁਐਸਚਨ ਹੈਗਾ, ਠੀਕ ਹੈ, ਫਿਰ ਤੁਸੀਂ ਸਾਰਾ ਦਾ ਸਾਰਾ ਲਿਖ ਸਕਦੇ ਹੋ। ਜੇ ਕੁਐਸਚਨ ਨੰਬਰ 2 ਦਾ ਸਿਰਫ ਆਉਂਦਾ ਹੈਗਾ ਫਿਰ ਤੁਸੀਂ ਅਬੈਟਰ ਦੀ ਡੈਫੀਨੇਸ਼ਨ ਲਿਖ ਦਿਓ ਬਸ। ਅ ਪਰਸਨ ਹੂ ਅਬੈਟਸ ਦਾ ਅਦਰ ਪਰਸਨ ਫॉर ਦਾ offense committed, instigate ਕਰਦਾ ਹੈ, ਪ੍ਰੋਵੋਕ ਕਰਦਾ ਹੈ ਕਿਸੇ ਨੂੰ, ਫਿਰ ਤੁਸੀਂ ਉਹਨਾਂ ਨੂੰ ਲਿਖੋਗੇ, ਜ਼ਿਆਦਾ ਨਹੀਂ ਲਿਖੋਗੇ। ਫਿਰ ਜਾਂ ਤੋਂ ਇੱਕ ਦੋ ਐਕਸਪਲੇਨੇਸ਼ਨ ਦੇ ਦਿਓ ਪਰ ਟਾਈਮ ਜ਼ਿਆਦਾ ਖਰਾਬ ਨਹੀਂ ਕਰੋਗੇ। ਜੇ 10 ਨੰਬਰ ਦਾ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਫਿਰ ਤੁਸੀਂ ਸਾਰੀ ਐਕਸਪਲੇਨੇਸ਼ਨ ਦੇ ਦਿਓ। 5 ਦੀਆਂ 5 ਐਕਸਪਲੇਨੇਸ਼ਨ ਹੈਗੀਆਂ ਨੇ ਸੈਕਸ਼ਨ 108 ਦੀਆਂ, ਠੀਕ ਹੈ। ਹੁਣ ਐਕਸਪਲੇਨੇਸ਼ਨ ਅਸੀਂ 5 ਪੜਾਂਗੇ। ਇਹ ਦੇਖੋ ਕੀ ਕਹਿੰਦੀ ਹੈ। ਐਕਸਪਲੇਨੇਸ਼ਨ 4 ਚ ਕੀ ਪੜਿਆ ਸੀ, ਜਦੋਂ ਤੀਜੀ ਥਾਂ ਤੇ ਅਬੈਟਮੈਂਟ ਹੁੰਦੀ ਹੈ, ਇੱਕ A B ਨੂੰ ਕਰਦਾ ਹੈ, B ਅੱਗੇ C ਨੂੰ ਕਰਦਾ ਹੈ, ਠੀਕ ਹੈ। ਹੁਣ ਐਕਸਪਲੇਨੇਸ਼ਨ 5 ਚ ਕੀ ਕਰਦੇ ਹਾਂ, ਇਟ ਇਜ਼ ਨਾਟ ਨੈਸੈਸਰੀ that the abettor should consult with the person who commits the offense, conspiracy sufficient, conspiracy ਦੇ ਵਿੱਚ sufficient ਹਾਜ਼ਰ ਉਹ ਹੋਣਾ ਚਾਹੀਦਾ, ਸ਼ਾਮਲ ਹੋਣਾ ਚਾਹੀਦਾ ਹੈ। ਪਰ ਇੱਥੇ ਇੱਕ ਐਕਸਪਲੇਨੇਸ਼ਨ 5 ਦੇ ਵਿੱਚ ਕਲੀਅਰ ਕੀਤਾ ਹੈਗਾ ਤਾਂ ਕਿ ਕੋਈ ਬੰਦਾ ਕਨਸਪੀਰੇਸੀ ਵਿੱਚ ਤਾਂ ਸਾਜ਼ਿਸ਼ ਤਾਂ ਸ਼ਾਮਲ ਹੋਵੇ ਪਰ ਉਹ ਸਾਹਮਣੇ ਨਾ ਆਇਆ ਹੋਵੇ। ਜਿਵੇਂ ਕਿ ਅਕਸਰ ਹੁੰਦਾ, ਆਪਾਂ ਦੇਖਦੇ ਹਾਂ ਮਰਡਰ ਕਰਾਉਣ ਦੇ ਪਿੱਛੇ ਕਿਸ ਦਾ ਹੋਰ ਹੱਥ ਹੁੰਦਾ ਹੈ। ਮਰਡਰ ਕਮਿਟ ਕੋਈ ਹੋਰ ਕਰਦਾ ਹੁੰਦਾ ਹੈ, ਚਾਹੇ ਕੋਈ ਪੈਸੇ ਲਾ ਕੇ ਕਰਦਾ ਹੈ, ਚਾਹੇ ਕਿਸ ਤਰੀਕੇ ਨਾਲ ਕਰਦਾ ਹੈ। ਆਪਾਂ ਜਿਵੇਂ ਦੇਖਦੇ ਹਾਂ ਪ੍ਰੈਕਟੀਕਲ ਦੇ ਵਿੱਚ ਆਮ ਯੂਟਿਲਾਈਜ਼ ਹੁੰਦਾ ਹੈਗਾ। ਇੱਥੇ ਇਹ ਕਿਹਾ ਗਿਆ ਹੈਗਾ ਵੀ ਜਦੋਂ ਇਟ ਇਜ਼ ਨਾਟ ਨੈਸੈਸਰੀ, ਕਹਿੰਦਾ ਕੋਈ ਜ਼ਰੂਰਤ ਨਹੀਂ ਹੈਗੀ, ਕੋਈ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਅਬੈਟਰ ਹੈਗਾ ਉਹਨੇ offense ਕਮਿਟ ਕਰਨ ਵਾਲੇ ਬੰਦੇ ਦੇ ਨਾਲ ਕੰਸਲਟ ਕੀਤਾ ਹੋਵੇ, ਗੱਲਬਾਤ ਕੀਤੀ ਹੋਵੇ, ਉਸ ਨੂੰ ਸਮਝਾਇਆ ਹੋਵੇ ਜਾਂ ਬੁਝਾਇਆ ਹੋਵੇ ਜਾਂ ਉਹ ਉਹਨੂੰ ਜਾਣਦਾ ਵੀ ਹੋਵੇ, ਠੀਕ ਹੈ। ਇਹ ਕੋਈ ਜ਼ਰੂਰੀ ਨਹੀਂ ਹੈਗਾ। ਬਟ ਜਿਹੜਾ ਪਰਸਨ ਹੈਗਾ ਉਹ ਕਨਸਪੀਰੇਸੀ ਦੇ ਵਿੱਚ ਸ਼ਾਮਲ ਹੋਵੇ। ਜਿਵੇਂ ਆਪਾਂ ਉੱਪਰ 4 ਨੰਬਰ ਐਕਸਪਲੇਨੇਸ਼ਨ ਪੜ੍ਹ ਕੇ ਹਟੇ ਹਾਂ। 4 ਨੰਬਰ 'ਚ ਕੀ ਲਿਖਿਆ, A abets B, B abets C, ਠੀਕ ਹੈ। ਇਹ 4 ਨੰਬਰ ਦੇ ਵਿੱਚ ਤਾਂ ਇੱਥੋਂ ਇਹ ਕਲੀਅਰ ਨਹੀਂ ਹੁੰਦਾ ਵੀ ਕੀ A ਤੇ C ਇੱਕ ਦੂਜੇ ਨੂੰ ਜਾਣਦੇ ਸੀ ਜਾਂ ਨਹੀਂ ਜਾਣਦੇ ਸੀਗੇ, ਠੀਕ ਹੈ। ਇੱਥੇ ਕਿਹਾ ਵੀ A ਨੇ B ਨੂੰ ਅਬੈਟ ਕੀਤਾ ਤੇ B ਨੇ C ਨੂੰ ਅਬੈਟ ਕੀਤਾ ਮਰਡਰ ਦਾ ਜੱਟ, ਠੀਕ ਹੈ। ਇੱਥੇ ਉੱਪਰ ਕਲੀਅਰ ਨਹੀਂ ਹੋ ਰਿਹਾ। ਥੱਲੇ ਅੱਗੇ 5ਵੀਂ ਐਕਸਪਲੇਨੇਸ਼ਨ 'ਚ ਉਹ ਕਲੀਅਰ ਕਰ ਰਹੇ ਹਨ ਵੀ ਜਿਹੜਾ ਹੈਗਾ A ਤੇ offense ਕਮਿਟ ਕਰਨ ਵਾਲਾ ਜਿਹੜਾ ਬੰਦਾ C ਹੈਗਾ, ਉਹਨਾਂ ਦੀ ਆਪਸ ਦੇ ਵਿੱਚ ਕੋਈ ਜਾਣ ਪਹਿਚਾਣ ਹੋਵੇ ਜਾਂ ਨਾ ਹੋਵੇ ਇਹ ਕੋਈ ਜ਼ਰੂਰੀ ਨਹੀਂ ਹੈਗਾ। ਬਟ ਜਿਹੜਾ ਇਹ ਪਰਸਨ ਹੈਗਾ ਉਹ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਜਿਸ ਕਰਕੇ ਜਿਹੜਾ offense ਕਮਿਟ ਹੋਇਆ, C ਨੇ offense ਕਮਿਟ ਕੀਤਾ, ਜੱਟ ਨੂੰ ਮਾਰਿਆ, ਚਾਹੇ ਮਰਡਰ ਹੋਇਆ ਜਾਂ ਉਹ ਗ੍ਰੀਵਸ ਹਰਟ ਹੋਇਆ, ਜੋ ਵੀ ਹੈਗਾ ਉਹ ਫਰਦਰ ਬਾਅਦ ਦੀ ਗੱਲ ਹੈਗੀ ਹੈ। ਪਰ ਇੱਥੇ ਆ ਕੇ ਇਹ ਕਲੀਅਰ ਕਰਦਾ ਹੈ ਵੀ ਕਨਸਪੀਰੇਸੀ ਜਿਹੜੀ ਹੈਗੀ ਆ ਉਹ ਸਫੀਸ਼ੀਐਂਟ ਹੈਗੀ ਹੈ ਫਾਰ ਦਾ ਪਨਿਸ਼ਮੈਂਟ। ਕਨਸਪੀਰੇਸੀ ਸਫੀਸ਼ੀਐਂਟ ਹੈ ਜਿਹੜਾ A ਪਰਸਨ ਹੈਗਾ। ਐਗਜ਼ਾਮਪਲ ਦਿੱਤੀ ਹੈ ਇਹਦੀ, A ਕੰਸਲਟਸ ਵਿਦ B a plan for poisoning Z। ਇਹ ਜਿਹੜਾ ਹੈਗਾ ਉਹ B ਦੇ ਨਾਲ ਕੋਈ ਪਲਾਨ ਬਣਾਉਂਦਾ ਹੈ, B ਦੇ ਨਾਲ ਪਲਾਨ ਬਣਾਉਂਦਾ ਹੈ। ਕੀ ਕਹਿੰਦਾ ਹੈ ਤੇ ਵੀ ਅਸੀਂ ਜਿਹੜਾ Z ਹੈ ਉਹਨੂੰ ਪੋਇਜ਼ਨ ਦੇਣੀ ਹੈ,
ठीक है। बी एक्सप्लेन्स द प्लान टू सी, ਬੀ ਸੀ ਕੋਲ ਜਾਂਦਾ ਹੈ, ਬੀ ਸੀ ਕੋਲ ਜਾ ਕੇ ਜਿਹੜੀ ਸਾਰੀ ਪਲਾਨ ਹੈਗੀ ਹੈ ਉਹ ਸੀ ਨੂੰ ਦੱਸਦਾ ਹੈ ਦੈਟ ਥਰਡ ਪਰਸਨ, ਉੱਥੇ ਉਹਦਾ ਨਾਮ ਡਿਸਕਲੋਜ਼ ਨਹੀਂ ਕਰਦਾ, ਉਹ ਕਹਿੰਦਾ ਕੋਈ ਥਰਡ ਪਰਸਨ ਹੈਗਾ, ਉਹ ਪਲਾਨ ਉਹ ਜਿਹੜਾ ਹੈਗਾ ਜੈਡ ਨੂੰ ਪੋਇਜ਼ਨ ਦੇਗਾ, ਪਰ ਮੈਂ ਇਹਦਾ ਨਾਮ ਨਹੀਂ ਦੱਸਾਂਗਾ ਤੁਹਾਨੂੰ, ਜਿਹੜਾ ਵੀ ਕੋਈ ਹੈਗਾ ਥਰਡ ਪਰਸਨ ਹੈਗਾ, ਮੈਨੂੰ ਪੋਇਜ਼ਨ ਚਾਹੀਦੀ ਹੈ, ਮੈਨੂੰ ਪੋਇਜ਼ਨ ਚਾਹੀਦੀ ਹੈ। ਹੁਣ ਸੀ ਨੂੰ ਇਹ ਪਤਾ ਲੱਗਾ ਵੀ ਪੋਇਜ਼ਨ ਕਾਹਦੇ ਲਈ ਚਾਹੀਦੀ ਹੈ ਇਹਨਾਂ ਨੇ ਕਿਸੇ ਬੰਦੇ ਨੂੰ ਮਾਰਨਾ ਹੈਗਾ, ਠੀਕ ਹੈ। ਹੁਣ ਜੇ ਤਾਂ ਉਹ ਪੋਇਜ਼ਨ ਦਿੰਦਾ ਹੈ ਤਾਂ ਇਟ ਮੀਨਸ ਉਹ ਆਲਸੋ ਮਤਲਬ ਕਿ ਜਿਹੜਾ ਸ਼ਾਮਲ ਹੋ ਜਾਂਦਾ ਕਨਸਪੀਰੇਸੀ ਦੇ ਵਿੱਚ, that a third person gives the poison, not mention the name of the A, C agrees to procure the poison, ਜਿਹੜਾ C ਹੈਗਾ ਉੱਥੇ ਉਹ ਐਗਰੀ ਹੋ ਜਾਂਦਾ ਹੈ ਪੋਇਜ਼ਨ ਨੂੰ ਪ੍ਰਕਿਉਰ ਕਰਨ ਦੇ ਲਈ, ਪੋਇਜ਼ਨ ਬਣਾ ਕੇ ਮਤਲਬ ਉਹਦਾ ਕਿਤੋਂ ਵੀ ਇੰਤਜ਼ਾਮ ਕਰਕੇ ਜਿਹੜੀ ਹੈਗੀ ਹੈ ਜ਼ਹਿਰ ਹੈਗੀ ਹੈ ਉਹਨੂੰ ਮਤਲਬ ਕਿ ਪ੍ਰੋਵਾਈਡ ਕਰ ਦਿੰਦਾ ਹੈ ਬੀ ਨੂੰ। ਇੱਥੇ ਜਿਹੜਾ offense ਹੈ ਉਹ A ਵੱਲੋਂ ਕਮਿਟ ਕੀਤਾ ਜਾਂਦਾ ਹੈ, offense A ਕਰਦਾ ਹੈ, A ਜਿਹੜੇ ਪੋਇਜ਼ਨ ਦਿੰਦਾ ਹੈਗਾ ਜੈਡ ਨੂੰ ਮਾਰਨ ਦੀ ਖਾਤਰ, ਠੀਕ ਹੈ। ਜੈਡ ਮਰਦਾ ਹੈ ਜਾਂ ਨੁਕਸਾਨ ਹੁੰਦਾ ਹੈ ਤਾਂ ਇੱਥੇ ਜਿਹੜਾ ਸੀ ਹੈਗਾ he will also responsible for the abatement for the offense, ਉਹ ਇਹ ਨਹੀਂ ਕਹਿ ਸਕਦਾ ਮੈਂ ਤਾਂ ਇਹਨੂੰ ਜਾਣਦੀ ਨਹੀਂ ਸੀ, ਥਰਡ ਪਰਸਨ ਸੀਗਾ, ਮੈਂ ਤੋਂ ਤਾਂ ਪੋਇਜ਼ਨ ਇਹਨੇ ਲਈ ਸੀਗੀ, ਮੈਨੂੰ ਕੀ ਪਤਾ ਇਹਨੇ ਪੋਇਜ਼ਨ ਦੇਣੀ ਹੈ ਜਾਂ ਨਹੀਂ ਦੇਣੀ, ਠੀਕ ਹੈ। ਇਸ ਗੱਲ ਦਾ ਬੈਨੀਫਿਟ ਜਿਹੜਾ ਸੀ ਹੈਗਾ ਨਹੀਂ ਲੈ ਸਕਦਾ। ਹੀ ਇਜ਼ ਆਲਸੋ ਰਿਸਪੌਂਸਿਬਲ ਫਾਰ ਦਾ ਪਨਿਸ਼ਮੈਂਟ ਟੂ ਕਮਿਟ ਦਾ ਅਬੈਟਮੈਂਟ। ਦੈਨ ਹੈ ਸੈਕਸ਼ਨ 108A, ਅਬੈਟਮੈਂਟ ਇਨ ਇੰਡੀਆ, offense ਆਊਟਸਾਈਡ ਇਨ ਇੰਡੀਆ, A B, ਮਤਲਬ ਜੇ ਕੋਈ ਅਬੈਟਮੈਂਟ ਇੰਡੀਆ 'ਚ ਬੈਠਾ ਕਰ ਰਿਹਾ ਹੈ ਕਿਸੇ ਨੂੰ, offense ਕਮਿਟ ਬਾਹਰ ਕਿਤੇ ਹੋ ਰਿਹਾ ਹੈਗਾ, ਤਾਂ ਜਿਹੜਾ ਅਬੈਟਮੈਂਟ ਹੈ ਉਹਦੇ ਤੇ ਵੀ ਉਹ ਵੀ ਜਿਹੜਾ ਦੋਸ਼ੀ ਹੋਏਗਾ, ਬੇਸ਼ੱਕ ਕਿਤੇ ਵੀ ਬੈਠਾ ਹੋਵੇ ਕੋਈ ਵਿਅਕਤੀ, ਇਹਦਾ ਮਤਲਬ ਇਹ ਹੈਗਾ ਵੀ ਜੇ ਕਿਤੇ ਵੀ ਬੈਠ ਕੇ ਕੋਈ ਬੰਦਾ ਕਿਸੇ ਨੂੰ ਅਬੈਟ ਕਰਦਾ ਹੈਗਾ, ਕਿਸੇ ਨੂੰ offense ਕਮਿਟ ਕਰਨ ਦੇ ਲਈ ਪ੍ਰੋਵੋਕ ਕਰਦਾ ਹੈ, ਇੰਸਟੀਗੇਟ ਕਰਦਾ ਹੈ, ਹੀ ਵਿਲ ਬੀ ਰਿਸਪੌਂਸਿਬਲ। ਪਲੇਸ ਮੇ ਬੀ ਐਨੀਵੇਅਰ, ਕਿਤੇ ਵੀ ਬੈਠ ਕੇ ਕਰ ਸਕਦਾ ਕਿਸੇ ਨੂੰ ਕੋਈ, ਅੱਜ ਕੱਲ੍ਹ ਜਿਵੇਂ ਕਿ ਫੋਨ ਤੇ ਹੁੰਦਾ ਹੈਗਾ, ਠੀਕ ਹੈ। ਨੈਕਸਟ ਹੈਗਾ ਸੈਕਸ਼ਨ 109, ਪੁਨਿਸ਼ਮੈਂਟ ਆਫ ਅਬੈਟਮੈਂਟ। ਪੁਨਿਸ਼ਮੈਂਟ ਅਬੈਟਮੈਂਟ ਦੀ ਕਿੰਨੀ ਹੋਏਗੀ? ਦੇਖੋ, ਨੋ ਐਕਸਪ੍ਰੈਸ ਪ੍ਰੋਵੀਜ਼ਨ ਫਾਰ ਦਾ ਪੁਨਿਸ਼ਮੈਂਟ। ਹੁਣ ਵੱਖਰੇ ਵੱਖਰੇ ਲਾਅ ਹੈਗੇ ਆ, ਵੱਖਰੇ ਵੱਖਰੇ offense ਹੈਗੇ ਆ, ਕਿਤੇ ਮਰਡਰ ਹੁੰਦਾ ਹੈ, ਠੀਕ ਹੈ, ਉਹਦੀ ਸਜ਼ਾ ਡੈਥ ਵੀ ਹੋ ਸਕਦੀ ਹੈ, ਪੁਨਿਸ਼ਮੈਂਟ ਫਾਰ ਲਾਈਫ ਵੀ ਹੋ ਸਕਦੀ ਹੈ, ਕਿਤੇ 2 ਸਾਲ ਦੀ ਸਜ਼ਾ ਹੋ ਸਕਦੀ ਹੈ, ਕਿਤੇ 7 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਕਰਕੇ ਜਿਹੜੀ ਅਬੈਟਮੈਂਟ ਹੈ ਇਹਦੀ ਸਜ਼ਾ ਨੂੰ ਅਸੀਂ ਨਹੀਂ ਨਿਯਤ ਉਹ ਕਰ ਸਕਦੇ, ਫਿਕਸ ਕਰ ਸਕਦੇ, ਇਹ ਡਿਪੈਂਡ ਕਰਦੀ ਹੈ offense ਦੇ ਉੱਪਰ, ਕਿਹੜਾ ਹੈ offense ਉਹਨੇ ਕਮਿਟ ਕੀਤਾ ਵਿਅਕਤੀ ਵੱਲੋਂ, ਕਿੰਨੀ ਉਹਦੀ ਸਜ਼ਾ ਸੀਗੀ, ਉਹਦੇ ਅਕੋਰਡਿੰਗ ਜਿਹੜੀ ਅਬੈਟਮੈਂਟ ਦੀ ਜਿਹੜੀ ਸਜ਼ਾ ਹੁੰਦੀ ਹੈ, ਜਿੱਥੇ ਕਿਤੇ ਸਪੈਸੀਫਾਈ ਕੀਤੀ ਹੁੰਦੀ ਹੈ ਲਾਅ ਦੇ ਵਿੱਚ ਤਾਂ ਉਨੀ ਹੋਏਗੀ, ਨਹੀਂ ਤਾਂ ਫਿਰ ਜਿੰਨੀ offense ਦੀ ਸਜ਼ਾ ਹੋਏਗੀ, offense ਦੇ ਅਕੋਰਡਿੰਗ ਹੀ ਜਿਹੜੀ ਅਬੈਟਮੈਂਟ ਦੀ ਸਜ਼ਾ ਹੁੰਦੀ ਹੈ, ਠੀਕ ਹੈ ਜੀ। ਕਲੀਅਰ ਹੈ ਵਰਡ? ਸੈਕਸ਼ਨ 109, ਸੈਕਸ਼ਨ 109 ਦੇ ਵਿੱਚ ਇਹ ਕਿਹਾ ਗਿਆ ਹੈ ਵੀ ਅਬੈਟਮੈਂਟ ਦੀ ਸਜ਼ਾ ਕਿੰਨੀ ਹੋਏਗੀ, ਪੁਨਿਸ਼ਮੈਂਟ ਆਫ ਦਾ ਅਬੈਟਮੈਂਟ, ਨੋ ਐਕਸਪ੍ਰੈਸ ਪ੍ਰੋਵੀਜ਼ਨ ਫਾਰ ਦਾ ਪੁਨਿਸ਼ਮੈਂਟ, ਕਿਤੇ ਵੀ ਇਹਦਾ ਦੀ ਕੋਈ ਪ੍ਰੋਵੀਜ਼ਨ ਐਕਸਪ੍ਰੈਸ ਨਹੀਂ ਹੈਗੀ ਵੀ ਅਬੈਟਮੈਂਟ ਦੀ ਸਜ਼ਾ ਕਿੰਨੀ ਹੋਏਗੀ। ਹੁਣ ਜੁਰਮ ਦਾ ਹੋ ਗਿਆ ਬੰਦੇ ਦਾ ਮਰਡਰ, ਤੇ ਆਪਾਂ ਕਹਿ ਦਈਏ ਅਬੈਟਮੈਂਟ ਦੀ ਸਜ਼ਾ ਹੋਏਗੀ 2 ਸਾਲ, ਨਾਟ ਪੋਸੀਬਲ, ਠੀਕ ਹੈ। ਇਸ ਕਰਕੇ ਇਹ ਇਟ ਡਿਪੈਂਡਸ ਅਪੋਨ ਦਾ offense, ਜਿਹੜੀ ਅਬੈਟਮੈਂਟ ਹੈ, ਜਿਹੜੀ ਪੁਨਿਸ਼ਮੈਂਟ ਹੈ, ਪੁਨਿਸ਼ਮੈਂਟ ਆਫ ਦਾ ਅਬੈਟਮੈਂਟ ਡਿਪੈਂਡਸ ਅਪੋਨ ਦਾ offense ਕਮਿਟਡ ਬਾਈ ਦਾ offender, ਜੋ offender ਨੇ offense ਕਮਿਟ ਕੀਤਾ, ਜਿਸ ਨੂੰ ਉਸਨੇ ਅਬੈਟ ਕੀਤਾ, ਜਿਸ ਵਿਅਕਤੀ ਨੇ ਉਸ ਨੂੰ ਅਬੈਟ ਕੀਤਾ, ਜੋ offense ਦੀ ਜਿਹੜੀ ਸਜ਼ਾ ਹੋਏਗੀ offender ਨੂੰ ਜੋ offense ਦੀ ਸਜ਼ਾ offender ਨੂੰ ਹੋਏਗੀ, ਉਨੀ ਹੀ ਜਿਹੜੀ ਸਜ਼ਾ ਹੈਗੀ ਹੈ ਇਹਦੇ ਚ ਪ੍ਰੋਵਾਈਡਡ ਹੈਗੀ ਹੈ ਵੀ ਉਨੀ ਹੀ ਸਜ਼ਾ ਜਿਹੜਾ ਅਬੈਟਮੈਂਟ ਕਰਨ ਵਾਲਾ ਵਿਅਕਤੀ ਹੈ, ਯਾਨੀ ਕਿ ਅਬੈਟਰ ਹੈਗਾ, he will also responsible for the punishment of the offense, the same offense, the same punishment, ਜਿੰਨੀ ਕਿ ਸਜ਼ਾ offender ਨੂੰ ਦਿੱਤੀ ਜਾਣੀ ਹੈ ਉਨੀ ਹੀ ਸਜ਼ਾ ਹੈਗੀ ਜਿਹੜੀ ਅਬੈਟਰ ਨੂੰ ਹੋਏਗੀ। ਇਹ ਸੈਕਸ਼ਨ 109 ਕਲੀਅਰ ਕਰਦਾ ਹੈ। ਜਿੱਥੇ ਕਿਤੇ ਕਹਿੰਦਾ ਲਾਅ ਦੇ ਵਿੱਚ ਕਿਤੇ ਪ੍ਰੋਵਾਈਡਡ ਹੋਏਗਾ ਉਨੀ ਸਜ਼ਾ ਹੋਏਗੀ, ਅਦਰਵਾਈਜ਼ ਜੇ ਕਿਤੇ ਪ੍ਰੋਵਾਈਡਡ ਨਹੀਂ ਹੈਗਾ ਦੈਨ ਜਿਹੜੀ ਸਜ਼ਾ ਹੋਏਗੀ ਪੁਨਿਸ਼ਮੈਂਟ ਦੀ ਜਿੰਨੀ ਹੋਏਗੀ, ਜਿੰਨੀ offense ਦੀ ਸਜ਼ਾ ਹੈਗੀ ਆ ਉਨੀ ਹੀ ਸਜ਼ਾ ਅਬੈਟਮੈਂਟ ਦੀ ਹੋਏਗੀ। ਸੈਕਸ਼ਨ 110 ਪੜ੍ਹਿਆ ਸੀਗਾ ਅਸੀਂ, ਪੁਨਿਸ਼ਮੈਂਟ ਡਿਫਰੈਂਟ ਇੰਟੈਂਸ਼ਨ। ਇੰਟੈਂਸ਼ਨ ਅਬੈਟਰ ਦੀ ਕੋਈ ਹੋਰ ਸੀਗੀ,
ਜਿਹੜਾ ਅਬੈਟਡ ਪਰਸਨ ਹੈ ਉਸਨੇ ਜਿਹੜੀ ਹੈਗੀ ਹੈ ਐਕਟ ਕੋਈ ਹੋਰ ਕਰਤਾ ਡਿਫਰੈਂਟ ਫਰੋਮ ਦਾ ਇੰਟੈਂਸ਼ਨ ਆਫ ਦਾ ਅਬੈਟਰ। ਠੀਕ ਹੈ, ਜਿੰਨਾ ਜੋ ਮਨ ਦੀ ਇੱਛਾ ਅਬੈਟਰ ਦੀ ਸੀਗੀ ਵੀ ਆਹ ਅਫੈਂਸ ਕਮਿਟ ਕਰਨਾ ਹੈ, ਤੇ ਪਰ ਜਿਹੜਾ ਅਬੈਟਡ ਪਰਸਨ ਸੀਗਾ ਉਹਨੇ ਕੋਈ ਅਫੈਂਸ ਕਮਿਟ ਹੋਰ ਕਰ ਦਿੱਤਾ। ਠੀਕ ਹੈ, ਤਾਂ ਉਹਦੀ ਸਜ਼ਾ ਕਿੰਨੀ ਹੋਏਗੀ? ਬੀ ਪੁਨਿਸ਼ਡ ਵਿਦ ਦਾ ਪਨਿਸ਼ਮੈਂਟ ਪ੍ਰੋਵਾਈਡਡ ਫॉर ਦਾ ਆਫੈਂਸ। ਜਿੰਨੀ ਵੀ ਜਿਹੜਾ ਵੀ ਉਸਨੇ ਐਕਟ ਕੀਤਾ ਹੈ, ਕਮਿਟ ਕੀਤਾ ਹੈ, ਵਿਅਕਤੀ ਨੇ, ਜਿਹੜਾ ਅਫੈਂਡਰ ਹੈਗਾ, ਜੋ ਵੀ ਉਹਨੇ ਐਕਟ ਕੀਤਾ ਹੈਗਾ ਉਸ ਐਕਟ ਦੀ ਸਜ਼ਾ ਹੀ ਉਹਦੇ ਮੁਤਾਬਕ ਹੀ ਸਜ਼ਾ ਜਿਹੜਾ ਹੈਗਾ ਅਬੈਟਰ ਹੈਗਾ ਉਹ ਇਹ ਨਹੀਂ ਕਹਿ ਸਕਦਾ ਮੈਂ ਤਾਂ ਇਹਨੂੰ ਇਹ ਕਰਨ ਲਈ ਕਿਹਾ ਸੀਗਾ ਪਰ ਇਹਨੇ ਕਰ ਦਿੱਤਾ ਇਹ, ਕਿਉਂਕਿ ਉਹਨੇ ਅਬੈਕਟ ਉਹਨੇ ਕੀਤਾ ਹੈਗਾ। ਸਜ਼ਾ ਉਹ ਤੋਂ ਜੇ ਕੋਈ ਕੰਮ ਉਹ ਤੋਂ ਉਹਦੇ ਅਗੇਂਸਟ ਕੋਈ ਹੋਰ ਵੀ ਹੋ ਗਿਆ ਦੈਨ ਹੀ ਇਜ਼ ਆਲਸੋ ਰਿਸਪੌਂਸਿਬਲ। ਜਿਹੜਾ ਅਬੈਕਟਰ ਹੈਗਾ ਉਹ ਰਿਸਪੌਂਸਿਬਲ ਹੋਏਗਾ। ਸੈਕਸ਼ਨ 111 ਲਾਇਬਿਲਿਟੀ ਆਫ ਦਾ ਅਬੈਕਟਰ ਵੈਨ ਵਨ ਐਕਟ ਅਬੈਕਟਡ ਐਂਡ ਡਿਫਰੈਂਟ ਐਕਟ ਡਨ। ਇੱਥੇ ਫਿਰ ਆ ਗਿਆ ਉਹੀ ਗੱਲ, ਲਾਇਬਿਲਿਟੀ ਅਬੈਕਟਰ ਦੀ ਕੀ ਹੋਏਗੀ? ਜਦੋਂ ਵੈਨ ਐਕਟ ਡਨ ਅਬੈਕਟਡ, ਵਨ ਐਕਟ ਅਬੈਕਟਡ ਐਂਡ ਡਿਫਰੈਂਟ ਐਕਟ ਡਨ, ਵੱਖਰੇ ਵੱਖਰੇ ਕੰਮ ਕਰ ਦਿੱਤੇ ਜਾਂਦੇ ਨੇ, ਇੱਕ ਐਕਟ ਕਰਨ ਲਈ ਕਿਹਾ ਸੀਗਾ। ਇਹਦੀ ਐਗਜ਼ਾਮਪਲ ਤੋਂ ਪੜੋਗੇ ਤੁਸੀਂ, ਇਹ ਇਨਸਟੀਗੇਟ ਏ ਚਾਈਲਡ ਟੂ ਪੁੱਟ ਪੋਇਜ਼ਨ ਇਨਟੂ ਦਾ ਫੂਡ ਆਫ ਜੈਡ। ਠੀਕ ਹੈ, ਇਹ ਇਨਸਟੀਗੇਟ ਕਰਦਾ ਹੈ ਕਿਸੇ ਬੱਚੇ ਨੂੰ, ਜੈਡ ਨੂੰ ਜਿਹੜਾ ਹੈਗਾ ਫੂਡ ਦੇਣਾ ਹੈ, ਉਹਦੇ ਫੂਡ ਦੇ ਵਿੱਚ ਪੋਇਜ਼ਨ ਪਾਣੀ ਹੈ। ਜੈਡ ਗਲਤੀ ਨਾਲ ਜਿਹੜਾ ਬੱਚਾ ਹੈਗਾ ਉਹ ਗਲਤੀ ਨਾਲ ਜਿਹੜਾ ਫੂਡ ਹੈਗਾ ਉਹ ਇਕੱਠੇ ਬੈਠੇ ਹੁੰਦੇ ਨੇ, ਜੈਡ ਤੇ ਵਾਈ ਇਕੱਠੇ ਬੈਠੇ ਹੁੰਦੇ, ਜੈਡ ਦੇ ਫੂਡ ਦੇ ਵਿੱਚ ਪੋਇਜ਼ਨ ਪਾਉਣ ਦੀ ਬਜਾਏ ਜਿਹੜਾ ਬੱਚਾ ਹੈਗਾ ਉਹ ਵਾਈ ਦੇ ਫੂਡ ਦੇ ਵਿੱਚ ਪੋਇਜ਼ਨ ਪਾ ਦਿੰਦਾ ਹੈ, ਤੇ ਇੱਥੇ ਆ ਕੇ ਜਿਹੜਾ ਨੁਕਸਾਨ ਹੁੰਦਾ ਹੈ ਉਹ ਵਾਈ ਨੂੰ ਹੁੰਦਾ ਹੈ। ਪਰ ਬੇਸ਼ੱਕ ਜਿਹੜੀ ਏ ਦੀ ਇੰਟੈਂਸ਼ਨ ਸੀਗੀ ਉਹ ਹੈਗੀ ਸੀਗੀ ਜੈਡ ਨੂੰ ਨੁਕਸਾਨ ਕਰਨ ਦੀ, ਪਰ ਨੁਕਸਾਨ ਹੋ ਜਾਂਦਾ ਜਿਹੜਾ ਵਾਈ ਦਾ ਹੋ ਜਾਂਦਾ ਹੈ। ਇੱਥੇ ਜਿਹੜਾ ਇਹ ਹੈਗਾ ਉਹ ਲਾਇਬਿਲਿਟੀ ਬਣ ਗਈ ਉਹਦੀ, the liability of the abettor when one act abetted and different act done। ਉਹਨੇ ਅਬੈਟਮੈਂਟ ਤਾਂ ਕੀਤੀ ਸੀਗੀ ਜੈਡ ਨੂੰ ਫੂਡ ਦੇਣ ਦੀ, ਪਰ ਹੋ ਗਈ ਨੁਕਸਾਨ ਹੋ ਗਿਆ ਬਾਈ ਦਾ। ਇੱਥੇ ਜਿਹੜਾ ਇਹ ਹੈਗਾ ਹੀ ਇਜ਼ ਆਲਸੋ ਰਿਸਪੌਂਸਿਬਲ ਫਾਰ ਦਾ ਐਕਟ ਡਨ ਬਾਈ ਦਾ ਅਫੈਂਡਰ। ਬੱਚੇ ਨੇ ਜੋ ਜੁਰਮ ਕੀਤਾ, ਬੱਚਾ ਬੇਸ਼ੱਕ ਇੱਥੇ ਆ ਕੇ ਜੁਰਮ ਦਾ ਭਾਗੀ ਨਹੀਂ ਹੋਏਗਾ, ਬੱਚਾ ਜਿਹੜਾ ਪੁਨਿਸ਼ੇਬਲ ਨਹੀਂ ਹੋਏਗਾ, ਪਰ ਜਿਹੜਾ ਇਹ ਹੈਗਾ ਉਹ ਜਿਹੜਾ ਇਹ ਅਫੈਂਸ ਕਮਿਟ ਹੋ ਚੁੱਕਿਆ, ਇਹਦੇ ਲਈ ਜਿਹੜਾ ਇਹ ਰਿਸਪੌਂਸਿਬਲ ਹੋਏਗਾ, ਪੁਨਿਸ਼ੇਬਲ ਹੋਏਗਾ। ਇਸੇ ਤਰੀਕੇ ਐਗਜ਼ਾਮਪਲ ਹੋਰ ਹੈਗੀ ਹੈ, A instigates B to burn Z's house। A instigate ਕਰਦਾ B ਨੂੰ Z ਦਾ ਹਾਊਸ ਬਰਨ ਕਰਨ ਦੀ ਖਾਤਰ। ਠੀਕ ਹੈ, B sets fire to the house and at the same time commits the theft of the property there। A instigate ਕਰਦਾ B ਨੂੰ ਫਾਇਰ, ਕਿਸੇ ਘਰ ਨੂੰ, Z ਦੇ ਘਰ ਨੂੰ ਅੱਗ ਲਗਾਉਣ ਦੀ ਖਾਤਰ। ਜਿਹੜਾ B ਹੈਗਾ ਘਰ ਨੂੰ ਅੱਗ ਤਾਂ ਲਗਾ ਦਿੰਦਾ ਹੈ, ਅੱਗ ਲਗਾਉਣ ਤੋਂ ਇਲਾਵਾ ਫਿਰ ਦੇਖੋ ਇੱਥੇ ਜੋ A ਨੇ ਕਿਹਾ ਸੀ ਉਹ ਅਫੈਂਸ ਕਮਿਟ ਹੋ ਚੁੱਕਿਆ, ਅੱਗ ਲਗਾ ਦਿੱਤੀ। ਅੱਗ ਲਗਾ ਕੇ ਉਹ ਵਾਪਸ ਵੀ ਆ ਸਕਦਾ ਸੀਗਾ, ਪਰ ਫਰਦਰ ਜਾ ਕੇ ਉਸਨੇ ਫਿਰ ਉੱਥੇ ਚੋਰੀ ਵੀ ਕਰ ਲਈ। ਇੱਥੇ ਜਿਹੜਾ ਚੋਰੀ ਕਰਨ ਦੇ ਲਈ ਜਿਹੜੀ ਸਜ਼ਾ ਹੈਗੀ ਹੈ ਉਹਦਾ ਅਫੈਂਸ ਕਮਿਟ ਕੀਤਾ ਹੈ ਉਸਨੇ, ਬੀ ਨੇ ਕੀਤਾ ਹੈ। ਬੀ ਵਿਲ ਰਿਸਪੌਂਸਿਬਲ ਫਾਰ ਬੋਥ ਦਾ ਐਕਟਸ, ਫਾਇਰ ਦਾ, ਬਰਨ ਦਾ, ਤੇ ਨਾਲ ਚੋਰੀ ਦਾ, ਥੈਫਟ ਦਾ। ਪਰ ਜਿਹੜਾ ਏ ਹੋਏਗਾ ਇੱਥੇ, ਕਿਉਂਕਿ ਉਹ ਕੱਲੇ ਇੱਕ ਅਫੈਂਸ ਦਾ ਰਿਸਪੌਂਸਿਬਲ ਹੋਏਗਾ, ਬਰਨ ਦਾ, ਹਾਊਸ ਨੂੰ ਬਰਨ ਕਰਨ ਦਾ। ਕਿਉਂਕਿ ਜਿਹੜਾ ਬੀ ਸੀਗਾ ਇੱਥੇ ਬੀ ਦੀ ਕੋਈ ਮਤਲਬ ਕਿ ਬੀ ਦੇ ਉੱਪਰ ਕੋਈ ਇਦਾਂ ਦਾ ਪ੍ਰੈਸ਼ਰ ਨਹੀਂ ਸੀਗਾ ਵੀ ਉਹਨੇ ਚੋਰੀ ਜ਼ਰੂਰੀ ਕਰਨੀ ਸੀਗੀ। ਜੇ ਬੀ ਦੇ ਉੱਪਰ ਕੋਈ ਇਦਾਂ ਦਾ ਪ੍ਰੈਸ਼ਰ ਹੁੰਦਾ ਵੀ ਇੱਕ ਅਫੈਂਸ ਕਮਿਟ ਕਰ ਲਈ ਹੋ ਗਿਆ ਸੀਗਾ, ਦੂਜਾ ਅਫੈਂਸ ਆਪਣੇ ਆਪ ਹੀ ਕਮਿਟ ਹੋ ਗਿਆ, ਤੇ ਇੱਥੇ ਬੀ ਦਾ ਕੋਈ ਦੋਸ਼ ਨਹੀਂ ਸੀ ਬਣਦਾ, ਤੇ ਉਹਦੀ ਰਿਸਪੌਂਸਿਬਿਲਿਟੀ, ਉਹਦੀ ਕੋਈ ਜ਼ਿੰਮੇਵਾਰੀ ਬਣ ਗਈ, ਉਹਦੀ ਮਜਬੂਰੀ ਬਣ ਗਈ। ਇੱਥੇ ਕੋਈ ਉਹਦੀ ਮਜਬੂਰੀ ਨਹੀਂ ਸੀ ਚੋਰੀ ਕਰਨਾ। ਠੀਕ ਹੈ, ਜਿਹੜਾ ਅਫੈਂਸ ਕਮਿਟ ਕਰਨ ਦੇ ਲਈ ਏ ਨੇ ਬੀ ਨੂੰ ਕਿਹਾ ਸੀਗਾ ਉਹ ਅਫੈਂਸ ਕਮਿਟ ਹੋ ਚੁੱਕਿਆ ਸੀਗਾ, ਬਰਨ ਹੋ ਗਿਆ ਹਾਊਸ। ਬਰਨ ਹੋਣ ਤੋਂ ਬਾਅਦ ਉਹ ਵਾਪਸ ਵੀ ਆ ਸਕਦਾ ਸੀਗਾ, ਪਰ ਉਹਨੇ ਜਾਣਬੁੱਝ ਕੇ ਫਿਰ ਵਿਦਆਊਟ ਦਾ ਇਨਸਟੀਗੇਸ਼ਨ ਆਫ ਦਾ ਏ, ਠੀਕ ਹੈ, ਥੈਫਟ ਕੀਤੀ ਹੈ। ਇੱਥੇ ਉਹ ਥੈਫਟ ਦੇ ਲਈ ਜ਼ਿੰਮੇਵਾਰ ਹੋਏਗਾ, ਬੀ ਜ਼ਿੰਮੇਵਾਰ ਹੋਏਗਾ ਥੈਫਟ ਲਈ ਵੀ ਤੇ ਬਰਨ ਦੇ ਲਈ, ਪਰ ਜਿਹੜਾ ਏ ਹੋਏਗਾ ਉਹ ਜ਼ਿੰਮੇਵਾਰ ਹੋਏਗਾ ਇਕੱਲੇ ਬਰਨ ਦੇ ਲਈ। ਮਤਲਬ ਤਾਂ ਇਹ ਦੇਖਿਆ ਜਾਂਦਾ, ਦੇਖੋ ਸਿੰਪਲ ਜੀ ਗੱਲ ਇੱਥੇ ਇਹ ਆ ਜਾਂਦੀ ਹੈ ਵੀ ਜਦੋਂ ਕੋਈ ਅਫੈਂਸ ਕਮਿਟ ਕਰਨ ਲਈ ਕਿਹਾ ਸੀਗਾ ਉਹ ਅਫੈਂਸ ਕਮਿਟ ਕਰਦੇ ਕੋਈ ਹੋਰ ਅਫੈਂਸ ਆਟੋਮੈਟਿਕਲੀ ਕਮਿਟ ਹੋ ਗਿਆ। ਜਿਵੇਂ ਬੱਚੇ ਨੂੰ ਦਿੱਤਾ ਗਿਆ ਸੀ ਉੱਪਰਲੇ ਸੈਕਸ਼ਨ 'ਚ ਆਪਾਂ ਪੜ੍ਹ ਕੇ ਹਟੇ ਹਾਂ, ਆਪਾਂ ਇਸੇ ਸੈਕਸ਼ਨ 'ਚ ਪੜ੍ਹਿਆ, ਉੱਪਰਲੀ ਐਗਜ਼ਾਮਪਲ ਪੜ੍ਹੀ ਆਪਾਂ ਨੇ, ਇਹ ਐਗਜ਼ਾਮਪਲ ਪੜ੍ਹੀ ਹੈ ਵੀ ਬੱਚੇ ਨੂੰ ਕਿਹਾ ਸੀਗਾ ਵੀ ਤੈਨੇ ਪੋਇਜ਼ਨ ਇੱਥੇ ਪਾਣੀ ਹੈ, ਪਰ ਉਹ ਗਲਤੀ ਨਾਲ ਪੋਇਜ਼ਨ
ਦੂਜੇ ਦੇ ਫੂਡ ਦੇ ਵਿੱਚ ਪੈ ਗਈ। ਇੱਥੇ ਉਹਨੇ ਜਾਣਬੁੱਝ ਕੇ ਕੁਝ ਹੋਰ ਨਹੀਂ ਕੀਤਾ, ਠੀਕ ਹੈ, ਤਾਂ ਉਹਦੀ ਕੋਈ ਮਜਬੂਰੀ ਬੱਚੇ ਦੀ ਹੋਰ ਨਹੀਂ ਸੀ ਬਣ ਜਾਂਦੀ, ਉਹ ਤੋਂ ਅਚਾਨਕ ਕੰਮ ਇਹ ਹੋਇਆ, ਠੀਕ ਹੈ। ਇੱਥੇ ਜਿਹੜਾ ਹੈਗਾ, ਇੱਥੇ ਇਹ ਜਿਹੜਾ ਬੈਨੀਫਿਟ ਲੈ ਸਕਦਾ ਹੈ, ਜਿਹੜੀ ਥੈਫਟ ਦਾ ਜਿਹੜਾ ਬੈਨੀਫਿਟ ਹੈ ਇਹਨੂੰ ਮਿਲੇਗਾ। ਇਹਦੇ ਉੱਪਰ ਜਿਹੜਾ ਦੋਸ਼ ਲੱਗੇਗਾ ਇਕੱਲਾ ਬਰਨ ਦਾ ਲੱਗੇਗਾ, ਹਾਊਸ ਬਰਨਿੰਗ ਦਾ ਲੱਗੇਗਾ, ਤੇ ਜਿਹੜਾ ਬੀ ਦੇ ਉੱਪਰ ਜਿਹੜੇ ਦੋਨੇ ਦੋਸ਼ ਲੱਗਣਗੇ। ਇੱਥੇ ਤੀਜੀ ਐਗਜ਼ਾਮਪਲ ਇੱਕ ਹੋਰ ਹੈ, ਉਹ ਵੀ ਆਪਾਂ ਪੜ੍ਹਦੇ ਹਾਂ, ਤੁਹਾਨੂੰ ਉੱਥੇ ਹੋਰ ਕਲੀਅਰ ਹੋ ਜਾਏਗਾ। A instigates B and C to break into ਰਹਿਸ਼ੀ ਘਰ ਦੇ ਵਿੱਚ ਵੜਨ ਦੇ ਲਈ ਰਾਤ ਨੂੰ B ਤੇ C ਨੂੰ ਇੰਸਟੀਗੇਟ ਕੀਤਾ ਹੈ। ਸੈਕਸ਼ਨ 113 ਦੀ ਐਗਜ਼ਾਮਪਲ ਹੈ ਜੀ C, ਸੌਰੀ 111, ਸੈਕਸ਼ਨ 111 ਦੀ ਐਗਜ਼ਾਮਪਲ ਅਸੀਂ C ਪੜ੍ਹ ਰਹੇ ਹਾਂ। A ਨੇ B ਤੇ C ਨੂੰ ਇੰਸਟੀਗੇਟ ਕੀਤਾ, ਪ੍ਰਵੋਕ ਕੀਤਾ, ਠੀਕ ਹੈ, ਵੀ ਤੁਸੀਂ ਰਾਤ ਨੂੰ ਮਤਲਬ ਕਿ ਅੱਧੀ ਰਾਤ ਜਾ ਕੇ ਕਿਸ ਦੇ ਘਰ ਦੇ ਵਿੱਚ ਪਾੜ ਲਾ ਕੇ ਉੱਥੇ ਡਕੈਤੀ ਕਰਨੀ ਹੈ, ਠੀਕ ਹੈ, ਬ੍ਰੇਕ ਇਨ, ਰਹਿਸ਼ੀ ਘਰ ਹੈ, ਮਿਡਨਾਈਟ ਦੇ ਵਿੱਚ ਐਂਟਰ ਹੋਣਾ ਹੈ, ਰੋਬਰੀ ਕਰਨੀ ਹੈ, ਠੀਕ ਹੈ। ਤੇ B ਤੇ C ਘਰ 'ਚ ਐਂਟਰ ਕਰਦੇ ਨੇ, ਜਦੋਂ ਘਰ ਨੂੰ ਤੋੜ ਕੇ ਉਹ ਘਰ 'ਚ ਐਂਟਰ ਕਰ ਜਾਂਦੇ ਨੇ, ਅੱਗੇ ਜਦੋਂ ਦੇਖਦੇ ਨੇ ਘਰ ਦਾ ਕੋਈ ਮਾਲਕ ਹੈਗਾ, ਠੀਕ ਹੈ, ਉਹ ਉਹਨਾਂ ਦੇ ਉੱਪਰ ਕੋਈ ਹਥਿਆਰ ਲੈ ਕੇ ਜਾਂ ਉਹਨਾਂ ਦਾ ਮੁਕਾਬਲਾ ਕਰਨ ਦੀ ਖਾਤਰ ਅੱਗੇ ਆ ਜਾਂਦਾ ਹੈ। ਇੱਥੇ B ਤੇ C ਨੂੰ ਲੱਗਦਾ ਹੈ ਵੀ ਜੇ ਅਸੀਂ ਇਹਦਾ ਨੁਕਸਾਨ ਨਹੀਂ ਕਰਾਂਗੇ ਤਾਂ ਸਾਡਾ ਇਹ ਨੁਕਸਾਨ ਕਰ ਦੇਗਾ। ਇੱਥੇ B ਤੇ C ਦੀ ਮਜਬੂਰੀ ਹੋ ਜਾਂਦੀ ਹੈ, ਉਹ ਮਰਡਰ ਕਰ ਦਿੰਦੇ ਨੇ ਘਰ ਦੇ ਮਾਲਕ ਦਾ, ਜੱਟ ਦਾ, ਠੀਕ ਹੈ। ਇੱਥੇ ਜਿਹੜਾ A ਹੈ ਜਿਸਨੇ ਇੰਸਟੀਗੇਟ ਕੀਤਾ ਹੈ B ਤੇ C ਨੂੰ, he will be responsible, he also be, B ਤੇ C will be responsible for the offense, ਡਕੈਤੀ ਦਾ ਤੇ ਨਾਲ ਮਰਡਰ ਦਾ ਉਹ ਜ਼ਿੰਮੇਵਾਰ ਹੋਣਗੇ। ਇੱਥੇ ਇਹ ਜਿਹੜਾ A ਹੈ ਇਹ ਬੈਨੀਫਿਟ ਨਹੀਂ ਲੈ ਸਕਦਾ ਵੀ ਮੈਂ ਮਰਡਰ ਕਰਨ ਲਈ ਥੋੜਾ ਕਿਹਾ ਸੀ ਇਹਨਾਂ ਨੂੰ, ਪਰ ਇੱਥੇ ਉਹਨਾਂ ਦਾ ਜਿਹੜਾ ਹੈਗਾ ਸੀਗਾ ਮਜਬੂਰੀ ਬਣ ਜਾਂਦੀ ਹੈ। ਘਰ ਦੇ ਵਿੱਚੋਂ ਜਦੋਂ ਉਹ ਐਂਟਰ ਕਰ ਗਏ ਤਾਂ ਉਹਨਾਂ ਨੂੰ ਲੱਗਿਆ ਵੀ ਹੁਣ ਜੇ ਅਸੀਂ ਨਹੀਂ ਇਸ ਨੂੰ ਮਾਰਾਂਗੇ ਤਾਂ ਇਹ ਸਾਨੂੰ ਮਾਰ ਦੇਗਾ, ਠੀਕ ਹੈ। ਇੱਥੇ ਜਿਹੜਾ ਇਹ ਸੀ ਕਨੈਕਟ ਹੋ ਗਿਆ, ਜਿਹੜਾ ਉਹਦਾ ਐਕਟ ਸੀਗਾ, ਐਕਟ ਦੇ ਨਾਲ ਦੂਜਾ ਐਕਟ ਕਨੈਕਟ ਹੋ ਗਿਆ, ਆਟੋਮੈਟਿਕਲੀ ਕਨੈਕਟ ਹੋ ਗਿਆ। ਇੱਥੇ ਜਿਹੜਾ ਇਹ ਹੈਗਾ he will also responsible for the murder and for the ਡਕੈਤੀ, ਠੀਕ ਹੈ ਜੀ। ਇਹ ਜਿਹੜੇ ਇੰਪੋਰਟੈਂਟ ਸੈਕਸ਼ਨ ਸੀਗੇ, ਸੈਕਸ਼ਨ 112 ਹੈਗੀ ਹੈ ਅਬੈਟਰ when liable to cumulative punishment of for act abetted and for act done। ਇਹਦੀ ਐਗਜ਼ਾਮਪਲ ਪੜੋਗੇ ਤੁਸੀਂ, A instigate B to resist for the force of distress made by a public servant। ਇਹ ਸੈਕਸ਼ਨ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈ। क्या हुआ है? सेक्शन 114 ਤੇ ਆ ਜਾਓ ਜੀ। 114 ਅਬੈਟਰ ਪ੍ਰੈਜ਼ੈਂਟ ਵੈਨ offense is committed। ਇਹ ਕਹਿੰਦੇ ਆ ਜੀ ਜਦੋਂ offense commit ਹੋ ਰਿਹਾ ਹੈਗਾ ਉਦੋਂ ਅਬੈਟਰ ਬੇਸ਼ੱਕ ਹਾਜ਼ਰ ਹੋਵੇ ਬੇਸ਼ੱਕ ਨਾ ਹੋਵੇ, he will be responsible, he will be punishable for the offense committed। ਸੈਕਸ਼ਨ 115 ਚ ਕੀ ਕਿਹਾ ਗਿਆ? ਅਬੈਟਮੈਂਟ ਆਫ offense punishable with death or imprisonment for life। ਜੇ ਕੋਈ ਐਸਾ offense commit ਕੀਤਾ ਜਾਂਦਾ ਹੈ ਅਬੈਟਮੈਂਟ ਦੇ ਆਧਾਰ ਤੇ ਜਿਹਦੀ ਜਿਹੜੀ ਸਜ਼ਾ ਹੈਗੀ ਉਸ offense ਦੀ ਜਿਹੜੀ ਸਜ਼ਾ ਹੈਗੀ ਹੈ ਡੈਥ ਹੈਗੀ ਹੈ ਜਾਂ ਲਾਈਫ ਇੰਪ੍ਰਿਜ਼ਨਮੈਂਟ ਹੈਗੀ ਹੈ, ਤਾਂ ਇੱਥੇ ਦੇਖੋ ਇੱਥੇ ਹੁਣ ਕਲੀਅਰ ਕਰ ਦਿੰਦਾ 115 ਸੈਕਸ਼ਨ ਦੇ ਵਿੱਚ ਵੀ ਜੇ ਕੋਈ ਐਸੇ offense ਨੂੰ ਕਮਿਟ ਕਰਨ ਦੇ ਲਈ ਅਬੈਟਮੈਂਟ ਕਰਦਾ ਹੈ ਕਿਸੇ ਵਿਅਕਤੀ ਨੂੰ, ਕਿਹੜਾ offense? ਉਹ offense ਜਿਹਦੀ ਜਿਹੜੀ ਸਜ਼ਾ ਹੈਗੀ ਹੈ ਜਾਂ ਤਾਂ ਮੌਤ ਹੈ ਜਾਂ ਉਹਦੀ ਸਜ਼ਾ ਹੈਗੀ ਹੈ ਲਾਈਫ ਇੰਪ੍ਰਿਜ਼ਨਮੈਂਟ। ਤਾਂ ਇੱਥੇ ਨੇ ਸਪੈਸੀਫਾਈ ਕਰ ਦਿੱਤਾ ਵੀ ਉਸ ਅਬੈਟਰ ਕਰਨ ਵਾਲੇ ਨੂੰ, ਮੈਂ ਆਪਾਂ ਪਹਿਲਾਂ ਪੜ੍ਹ ਕੇ ਹਟੇ ਸੀਗੇ ਜੇ ਤਾਂ ਕਿਤੇ ਸਜ਼ਾ ਸਪੈਸੀਫਾਈ ਕੀਤੀ ਗਈ ਹੈ ਅਬੈਟਮੈਂਟ ਦੀ ਤਾਂ ਉਨੀ ਹੋਏਗੀ, ਨਹੀਂ ਤਾਂ ਫਿਰ ਉਹ ਜਿਹੜੀ ਜੇ ਕਿਤੇ ਨਹੀਂ ਕੀਤੀ ਗਈ ਅਬੈਟਮੈਂਟ ਦੀ ਸਜ਼ਾ ਸਪੈਸੀਫਾਈ ਕਿਤੇ ਨਹੀਂ ਕੀਤੀ ਗਈ ਤਾਂ ਉਸ offense ਦੇ ਮੁਤਾਬਕ ਹੋਏਗੀ। ਹੁਣ ਇੱਥੇ ਇਹਨੇ 115 ਸੈਕਸ਼ਨ ਦੇ ਵਿੱਚ ਕਲੀਅਰ ਕਰ ਦਿੱਤਾ ਵੀ ਜੇ ਕੋਈ ਐਸੇ offense ਕਰਨ ਦੇ ਲਈ ਕਿਸੇ ਨੂੰ ਅਬੈਟਮੈਂਟ ਕਰਦਾ ਹੈ ਜਿਹਦੀ ਸਜ਼ਾ ਉਸ offense ਦੀ ਸਜ਼ਾ ਜੇਕਰ ਲਾਈਫ ਹੈ, ਡੈਥ ਹੈ ਜਾਂ ਲਾਈਫ ਇੰਪ੍ਰਿਜ਼ਨਮੈਂਟ ਹੈ, ਤਾਂ ਜਿਹੜਾ ਅਬੈਟਰ ਹੈਗਾ ਅਬੈਟਰ ਨੂੰ ਜਿਹੜੀ ਸਜ਼ਾ ਹੋਏਗੀ ਉਹ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਾਂ ਫਾਈਨ ਹੋ ਸਕਦਾ ਹੈ।
ਸੈਕੰਡ ਇਹਦੀ ਪ੍ਰੋਵੀਜ਼ੋ ਇੱਕ ਇਹਦਾ ਪੈਰਾ ਦੂਜਾ ਹੈਗਾ ਇਫ ਐਕਟ ਕਾਜ਼ਿੰਗ ਹਾਰਮ ਬੀ ਡਨ ਇਨ ਦਾ ਕਨਸੀਕੁਐਂਸ, ਜੇਕਰ ਉੱਪਰਲੇ ਪੈਰੇ 'ਚ ਗੱਲ ਕੀਤੀ ਗਈ ਹੈ, ਕਮਿਟਮੈਂਟ ਤਾਂ ਹੁੰਦੀ ਹੈ, ਅਬੈਟਮੈਂਟ ਕੀਤੀ ਗਈ ਹੈ, ਕਿਸ ਆਫੈਂਸ ਦੀ ਅਬੈਟਮੈਂਟ ਕੀਤੀ ਗਈ ਹੈ, ਜਿਹਦੀ ਸਜ਼ਾ ਜਾਂ ਤਾਂ ਜਾਂ ਤਾਂ ਡੈਥ ਹੈਗੀ ਹੈ ਜਾਂ ਲਾਈਫ ਇੰਪ੍ਰਿਜ਼ਨਮੈਂਟ ਹੈ, ਪਰ ਜਿਹੜਾ ਅਫੈਂਸ ਹੈ ਉਹ ਕਮਿਟ ਨਹੀਂ ਹੋਇਆ। 115 ਦੇ ਪਹਿਲੇ ਪੈਰੇ ਦੀ ਗੱਲ ਕਰਦੇ ਆ ਵੀ ਜਿਹੜਾ ਅਫੈਂਸ ਹੈ ਕਮਿਟ ਨਹੀਂ ਹੋਇਆ, ਬੇਸ਼ੱਕ ਅਬੈਟਮੈਂਟ ਹੋਈ ਪਰ ਅਫੈਂਸ ਕਮਿਟ ਨਹੀਂ ਹੋਇਆ ਤਾਂ ਜਿਹੜੀ ਸਜ਼ਾ ਹੈਗੀ ਹੈ ਉਹ 7 ਸਾਲ ਤੱਕ ਦੀ ਹੋ ਸਕਦੀ ਹੈ। ਪਰ ਦੂਜੇ ਪੈਰੇ ਦੀ ਗੱਲ ਕਰਦੇ ਆ, ਬੇਸ਼ੱਕ ਜੇ ਅਫੈਂਸ ਉਹਨਾਂ ਕਮਿਟ ਨਹੀਂ ਹੋਇਆ ਜਿੰਨਾ ਕਰਨਾ ਚਾਹੁੰਦਾ ਸੀਗਾ, ਪਰ ਜਿਹੜਾ ਅਫੈਂਸ ਹੈ ਉਹਦੇ ਵਿੱਚ ਇੰਜਰੀ ਹੋ ਗਈ ਜ਼ਰੂਰ, ਉਹ ਅਫੈਂਸ ਕਮਿਟ ਕਰਨਾ ਸੀਗਾ ਜਿਹਦੀ ਸਜ਼ਾ ਡੈਥ ਜਾਂ ਇੰਪ੍ਰਿਜ਼ਨਮੈਂਟ ਫॉर ਲਾਈਫ ਹੈ। ਠੀਕ ਹੈ, ਉੱਪਰਲੇ ਪੈਰੇ 'ਚ ਸਜ਼ਾ ਅਫੈਂਸ ਕਮਿਟ ਨਹੀਂ ਹੋਇਆ। ਇਹ ਸੈਕੰਡ ਪੈਰੇ ਦੇ ਵਿੱਚ ਅਫੈਂਸ ਕਮਿਟ ਨਹੀਂ ਹੋਇਆ ਪਰ ਉਹਨੂੰ ਜ਼ਖਮੀ ਜ਼ਰੂਰ ਹੋ ਗਿਆ ਬੰਦਾ, ਮੰਨ ਲਓ ਕਿਸੇ ਨੂੰ ਮਾਰਨ ਦੀ ਖਾਤਰ ਭੇਜਿਆ ਗਿਆ ਸੀਗਾ, ਠੀਕ ਹੈ, ਉਹ ਬੰਦਾ ਜ਼ਖਮੀ ਜ਼ਰੂਰ ਹੋ ਗਿਆ ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਸਜ਼ਾ ਵੱਧ ਕੇ, ਉੱਪਰ ਤਾਂ ਅਫੈਂਸ ਕਮਿਟ ਨਹੀਂ ਹੋਇਆ, ਥੱਲੇ ਅਫੈਂਸ ਤਾਂ ਨਹੀਂ ਪੂਰਾ ਹੋਇਆ ਪਰ ਬੰਦਾ ਜ਼ਖਮੀ ਜ਼ਰੂਰ ਹੋ ਗਿਆ, ਤਾਂ ਇੱਥੇ ਜਾ ਕੇ ਜਿਹੜੀ ਸਜ਼ਾ ਹੈਗੀ ਹੈ ਅਬੈਟਮੈਂਟ ਕਰਨ ਵਾਲੇ ਬੰਦੇ ਨੂੰ, ਅਬੈਟਰ ਨੂੰ ਜਿਹੜੀ ਸਜ਼ਾ ਹੈਗੀ ਹੈ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 14 ਈਅਰਸ ਐਕਸਟੈਂਡ ਟੂ 14 ਈਅਰਸ, ਮਤਲਬ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, 10 ਸਾਲ ਦੀ ਹੋ ਸਕਦੀ ਹੈ, 11 ਸਾਲ ਦੀ ਹੋ ਸਕਦੀ ਹੈ, 12 ਸਾਲ ਦੀ ਹੋ ਸਕਦੀ ਹੈ, 14 ਸਾਲ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੈ ਜੇ ਕੋਈ ਵਿਅਕਤੀ ਜ਼ਖਮੀ ਹੋ ਜਾਵੇ। ਠੀਕ ਹੈ, ਇੱਥੇ ਐਗਜ਼ਾਮਪਲ ਪੜਾਂਗੇ ਇੱਕ, A instigates B to murder Z, A B ਨੂੰ ਇੰਸਟੀਗੇਟ ਕਰਦਾ ਹੈ Z ਦਾ ਮਰਡਰ ਕਰਨ ਦੀ ਖਾਤਰ, the offense is not committed, offense commit ਨਹੀਂ ਹੋਇਆ। if B had murdered Z, he would have been subject to a punishment of death, ਜੇ B ਮਰਡਰ ਕਰ ਦਿੰਦਾ Z ਦਾ ਤਾਂ ਉਹਨੂੰ ਸਜ਼ਾ ਕਿੰਨੀ ਹੋਣੀ ਸੀਗੀ, ਡੈਥ ਦੀ ਸਜ਼ਾ ਹੋ ਸਕਦੀ ਸੀ ਜਾਂ ਇੰਪ੍ਰਿਜ਼ਨਮੈਂਟ ਫॉर ਲਾਈਫ ਦੀ ਸਜ਼ਾ ਹੋ ਸਕਦੀ ਸੀਗੀ। therefore A is liable to the imprisonment for a term which may extend to 7 years। ਇੱਥੇ ਕੀ ਹੈ, ਅਫੈਂਸ ਕਮਿਟ ਨਹੀਂ ਹੋਇਆ, ਇੱਥੇ A ਨੇ ਇੰਸਟੀਗੇਟ ਕੀਤਾ B ਨੂੰ, ਜੇ B ਉਹ ਅਫੈਂਸ ਕਮਿਟ ਕਰ ਦਿੰਦਾ ਤਾਂ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਸੀ ਜਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਸੀ। ਠੀਕ ਹੈ, ਪਰ ਅਫੈਂਸ ਕਮਿਟ ਨਹੀਂ ਹੋਇਆ, ਇੱਥੇ ਜਿਹੜਾ A ਹੈਗਾ he will be responsible, punishable for the offense of abetment for the year of 7 ਈਅਰ ਤੱਕ ਦੀ ਸਜ਼ਾ ਹੋ ਸਕਦੀ ਹੈ ਉਸਨੂੰ, ਮਤਲਬ 7 ਈਅਰ ਦੀ ਨਹੀਂ, 7 ਈਅਰ ਤੱਕ ਦੀ ਸਜ਼ਾ ਹੋ ਸਕਦੀ ਹੈ। ਐਂਡ ਆਲਸੋ ਫਾਈਨ ਔਰ ਵਿਦ ਬੋਥ, ਇੱਥੇ ਨਾਲ ਹੀ ਫਿਰ ਇਸ ਨੂੰ ਐਗਜ਼ਾਮਪਲ ਨੂੰ ਜੋ ਦੂਜੇ ਪੈਰੇ ਨੂੰ ਦੋਨੋਂ ਨੂੰ ਕਵਰ ਕਰਦਾ ਹੈ ਇਸ ਐਗਜ਼ਾਮਪਲ ਦੇ ਵਿੱਚ, ਕਹਿੰਦਾ ਐਂਡ ਇਫ ਐਨੀ ਹਰਟ ਬੀ ਡਨ ਟੂ Z, ਜੇ ਕਹਿੰਦਾ ਉਸਦਾ ਕੋਈ ਨੁਕਸਾਨ ਹੋ ਜਾਂਦਾ, ਉਹਨੂੰ ਕੋਈ ਇੰਜਰੀ ਹੋ ਜਾਂਦੀ ਹੈ, ਉਹ ਜ਼ਖਮੀ ਹੋ ਜਾਂਦਾ, ਜਿਹੜਾ Z ਸੀਗਾ ਜ਼ਖਮੀ ਹੋ ਜਾਂਦਾ ਇਨ ਕਨਸੀਕੁਐਂਸ ਆਫ that abetment, then he will be responsible for the punishment of 14 years which may extend to 14 years, ਮਤਲਬ 14 ਸਾਲ ਤੱਕ ਦੀ ਸਜ਼ਾ ਉਹਨੂੰ ਹੋ ਸਕਦੀ ਸੀ। ਹਾਂਜੀ, ਇੱਥੇ ਤੱਕ ਅਸੀਂ ਪਹਿਲਾਂ ਪੜ੍ਹਿਆ ਸੀ, ਜਿਹੜਾ ਅਸੀਂ ਰਿਵਾਈਜ਼ ਕੀਤਾ ਦੁਬਾਰਾ ਸਾਰਾ। ਨੈਕਸਟ ਹੁਣ ਅਸੀਂ ਕੀ ਪੜਾਂਗੇ, ਸੈਕਸ਼ਨ 116, 115 ਤੱਕ ਅਸੀਂ ਪਹਿਲਾਂ ਪੜ੍ਹ ਚੁੱਕੇ ਸੀ, ਜਿਹੜਾ ਅਸੀਂ ਦੁਬਾਰਾ ਰਿਵਾਈਜ਼ ਕੀਤਾ ਹੈ। ਅੱਜ ਅਸੀਂ ਪੜਾਂਗੇ ਸੈਕਸ਼ਨ 116 ਤੋਂ, ਅਬੈਟਮੈਂਟ ਆਫ ਅਫੈਂਸ ਪਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ। ਦੇਖੋ ਇਹ ਤੋਂ ਪਹਿਲਾਂ ਅਸੀਂ ਜਿਹੜਾ 115 ਪੜ੍ਹਿਆ, ਉਹ 'ਚ ਪੜ੍ਹਿਆ ਹੈਗਾ ਜੇ ਅਫੈਂਸ ਕਮਿਟ ਕੀਤਾ ਹੈ ਜਿਹਦੀ ਸਜ਼ਾ ਉਮਰ ਕੈਦ ਜਾਂ ਲਾਈਫ ਦੀ ਹੋ ਸਕਦੀ ਹੈ ਜਾਂ ਡੈਥ ਦੀ ਹੋ ਸਕਦੀ ਹੈ। ਹੁਣ 116 ਡੀਲ ਕਰਦਾ ਹੈ ਵੀ ਜੇਕਰ ਐਸਾ ਅਫੈਂਸ ਕਮਿਟ ਕਰਨ ਦੇ ਲਈ ਅਬੈਟਮੈਂਟ ਹੋਈ ਹੈ, ਉਹ ਅਫੈਂਸ ਕਿਹੜਾ ਅਫੈਂਸ ਜਿਹਦੀ ਸਜ਼ਾ ਅਬੈਟਮੈਂਟ ਆਫ ਅਫੈਂਸ ਪਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ, ਅਫੈਂਸ ਨਾਟ ਕਮਿਟਡ, ਉੱਪਰਲੇ ਉਮਰ ਕੈਦ ਨੂੰ ਛੱਡ ਕੇ ਜਾਂ ਡੈਥ ਕੇਸ ਨੂੰ ਛੱਡ ਕੇ। ਠੀਕ ਹੈ, ਕੋਈ ਐਸਾ ਅਫੈਂਸ ਕਮਿਟ ਕਰਦਾ ਹੈਗਾ ਪਰ ਅਫੈਂਸ ਕਮਿਟ ਨਹੀਂ ਹੁੰਦਾ, ਉਹਦੇ ਲਈ ਅਬੈਟਮੈਂਟ ਕੀਤੀ ਜਾਂਦੀ ਹੈ, ਤਾਂ ਸਜ਼ਾ ਕਿੰਨੀ ਹੋਏਗੀ, 1/4 ਪਾਰਟ ਆਫ ਦਾ ਲੌਂਗੈਸਟ ਟਰਮ ਆਫ ਦੈਟ ਅਫੈਂਸ। ਦੇਖੋ ਇੱਥੇ ਸਪੈਸੀਫਿਕ ਕਰ ਦਿੱਤਾ ਇਸਨੇ ਵੀ ਕੋਈ ਅਬੈਟਮੈਂਟ ਹੋਈ ਹੈ, ਕੋਈ ਅਫੈਂਸ ਪਨਿਸ਼ੇਬਲ ਹੈਗਾ, ਇੰਪ੍ਰਿਜ਼ਨਮੈਂਟ, ਕਿਹੜੀ ਇੰਪ੍ਰਿਜ਼ਨਮੈਂਟ, ਜਿਹੜੀ ਕਿ ਸੈਕਸ਼ਨ 115 ਵਿੱਚ ਡੀਲ ਨਹੀਂ ਕਰਦੀ, ਉਹ ਅਫੈਂਸ ਕਮਿਟ ਨਹੀਂ ਕੀਤਾ ਗਿਆ। ਠੀਕ ਹੈ, ਤਾਂ ਸਜ਼ਾ ਕਿੰਨੀ ਹੋਏਗੀ, 1/4 ਪਾਰਟ ਆਫ ਦਾ ਲੌਂਗੈਸਟ ਟਰਮ
of that offence or with fine or with both। ਜਿਹੜਾ offence ਜਿਹੜਾ ਹੋਣਾ ਸੀਗਾ ਉਸ offence ਦੀ ਸਜ਼ਾ ਜਿੰਨੀ ਵੀ ਹੋਣੀ ਸੀਗੀ, ਵੱਧ ਤੋਂ ਵੱਧ ਸਜ਼ਾ ਜਿੰਨੀ ਹੋਣੀ ਸੀ ਉਸ offence ਦੀ, ਉਸ ਸਜ਼ਾ ਦਾ ਜਿਹੜਾ ਚੌਥਾ ਹਿੱਸਾ ਹੈਗਾ, ਠੀਕ ਹੈ, ਉਹ ਅਬੈਟਮੈਂਟ ਨੂੰ ਜਿਹੜਾ ਅਬੈਟਰ ਜਿਹਨੇ ਅਬੈਟਮੈਂਟ ਕੀਤੀ ਹੈ ਉਸ ਨੂੰ ਸਜ਼ਾ 1/4 ਦੇ ਪਾਰਟ ਹੋਏਗਾ, ਲੌਂਗੈਸਟ ਟਰਮ ਦਾ ਹੋਏਗਾ। ਇਫ ਅਬੈਟਰ ਔਰ ਪਰਸਨ ਅਬੈਟਡ ਬੀ ਏ ਪਬਲਿਕ ਸਰਵੈਂਟ, ਜੇ ਕਹਿੰਦਾ ਉਹ ਜਿਹੜਾ ਵਿਅਕਤੀ ਹੈਗਾ ਚਾਹੇ ਅਬੈਟ ਕਰਨ ਵਾਲਾ ਹੈਗਾ ਚਾਹੇ ਅਬੈਟਡ ਹੈਗਾ। ਜੇ ਵਿਅਕਤੀ ਅਬੈਟਰ ਜਾਂ ਅਬੈਟਡ ਮਤਲਬ ਅਬੈਟ ਕਰਨ ਵਾਲਾ, ਅਬੈਟਮੈਂਟ ਕਰਨ ਵਾਲਾ ਵਿਅਕਤੀ ਜਾਂ ਜਿਹਨੂੰ ਅਬੈਟਮੈਂਟ ਕੀਤੀ ਜਾ ਰਹੀ ਹੈ ਉਹ ਵਿਅਕਤੀ, ਦੋਹਾਂ ਚੋਂ ਕੋਈ ਵੀ ਜੇ ਕੋਈ ਸਰਕਾਰੀ ਮੁਲਾਜ਼ਮ ਹੈਗਾ, ਪਬਲਿਕ ਸਰਵੈਂਟ ਹੈਗਾ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ offence ਦਾ 1/2 ਹੋਏਗੀ। ਜਿੰਨੀ offence ਦੀ ਸਜ਼ਾ ਹੋਏਗੀ, ਲੌਂਗੈਸਟ ਟਰਮ ਆਫ ਦਾ offence, ਜਿੰਨੀ ਪੁਨਿਸ਼ਮੈਂਟ ਉਸ ਜੁਰਮ ਦੀ, ਜਿਸ ਜੁਰਮ ਦੇ ਲਈ ਅਬੈਟਮੈਂਟ ਹੋ ਰਹੀ ਹੈ, ਜਿੰਨੀ ਪੁਨਿਸ਼ਮੈਂਟ ਉਸ ਜੁਰਮ ਦੀ ਹੋਏਗੀ, ਵੱਧ ਤੋਂ ਵੱਧ ਉਹਦਾ ਜਿਹੜਾ ਅੱਧਾ ਹਿੱਸਾ ਹੈਗਾ ਉਹ ਅਬੈਟਮੈਂਟ ਵਿਅਕਤੀ ਨੂੰ, ਜਿਹੜਾ ਅਬੈਟਮੈਂਟ ਕਰ ਰਿਹਾ ਹੈਗਾ, ਅਬੈਟਰ ਹੈਗਾ, ਉਹਦੀ ਹਾਫ ਸਜ਼ਾ ਅਬੈਟਮੈਂਟ ਵਾਲੇ ਵਿਅਕਤੀ ਨੂੰ ਹੋਏਗੀ, ਅਬੈਟਰ ਨੂੰ ਹੋਏਗੀ। ਫਾਈਨ ਵੀ ਹੋ ਸਕਦਾ ਹੈ, ਦੋਨੋਂ ਚੀਜ਼ਾਂ ਵੀ ਹੋ ਸਕਦੀਆਂ। ਇਹਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ। ਇੱਕ ਐਗਜ਼ਾਮਪਲ, ਏ ਆਫਰਸ ਅ ਬ੍ਰਾਈਬ ਟੂ ਬੀ, ਏ ਬ੍ਰਾਈਬ ਦੇ ਲਈ ਬੀ ਨੂੰ ਆਫਰ ਕਰਦਾ ਹੈਗਾ ਪਬਲਿਕ ਸਰਵੈਂਟ ਨੂੰ, ਬੀ ਰਿਫਿਊਜ਼ਸ ਟੂ ਅਸੈਪਟ, ਬੀ ਬ੍ਰਾਈਬ ਨਹੀਂ ਲੈਂਦਾ ਹੈਗਾ, ਠੀਕ ਹੈ। ਇੱਥੇ ਕੀ ਹੋਏਗਾ, ਜਿੰਨੀ ਸਜ਼ਾ ਬ੍ਰਾਈਬ ਦੇ ਵਿੱਚ ਹੁੰਦੀ ਹੈ ਉਹਦਾ ਜਿਹੜਾ ਹਾਫ ਪਾਰਟ ਹੋਏਗਾ ਉਹ ਜਿਹੜਾ ਏ ਹੈ ਉਹ ਅਬੈਟਰ ਜਿਹੜਾ ਹੈਗਾ ਅਬੈਟਮੈਂਟ ਦੇ ਲਈ ਲਾਇਬਲ ਹੋਏਗਾ। ਏ ਆਫਰਸ ਅ ਬ੍ਰਾਈਬ ਟੂ ਬੀ ਏ ਪਬਲਿਕ ਸਰਵੈਂਟ ਐਜ਼ ਰਿਵਾਰਡ ਫॉर ਸ਼ੋਇੰਗ ਸਮ ਫੇਵਰ ਇਨ ਦਾ ਐਕਸਰਸਾਈਜ਼ ਆਫ ਬੀਜ਼ ਆਫੀਸ਼ੀਅਲ ਫੰਕਸ਼ਨਸ। ਜਿਹੜੇ ਪੀ ਨੇ ਕੋਈ ਕੰਮ ਕਰਨੇ ਨੇ, ਉਹ ਕੰਮ ਦੇ ਵਿੱਚ ਇਹ ਕਹਿੰਦਾ ਮੇਰੀ ਹੈਲਪ ਕਰਨੀ ਹੈ, ਠੀਕ ਹੈ, ਉਹਨੂੰ ਬ੍ਰਾਈਬ ਦੇਣ ਦੀ ਲਈ ਗੱਲ ਕਰਦਾ ਹੈ, ਪਰ ਬੀ ਰਿਫਿਊਜ਼ਸ ਟੂ ਅਸੈਪਟ ਦਾ ਬ੍ਰਾਈਬ ਇਜ਼ ਪਨਿਸ਼ੇਬਲ ਅੰਡਰ ਦਿਸ ਸੈਕਸ਼ਨ। ਇਸ ਸੈਕਸ਼ਨ ਦੇ ਤਹਿਤ ਜਿਹੜਾ ਇਹ ਹੈਗਾ ਉਹ ਰਿਸਪੌਂਸੀਬਲ ਹੋਏਗਾ। ਕਿੰਨਾ ਹੋਏਗਾ, ਜਿੰਨੀ ਸਜ਼ਾ ਹੋਣੀ ਸੀ ਉਹਦਾ ਅੱਧਾ ਹਿੱਸਾ ਜਿਹੜਾ ਸਜ਼ਾ ਹੈਗੀ ਇਹ ਨੂੰ ਹੋਏਗੀ। ਦੈਨ ਹੈਗਾ ਐਗਜ਼ਾਮਪਲ ਇੱਕ ਹੋਰ ਹੈ, ਏ ਇੰਸਟੀਗੇਟਸ ਬੀ, ਏ ਇੰਸਟੀਗੇਟਸ ਬੀ ਟੂ ਗਿਵ ਫਾਲਸ ਐਵੀਡੈਂਸ, ਬੀ ਡਜ਼ ਨਾਟ ਗਿਵ। A instigates B to give false evidence. Here B does not give false evidence. A has nevertheless committed the offence defined in this section. बेशक उसने मना कर दिता, ठीक है, false evidence नहीं ਦਿੱਤੀ, पर उसने A ने B ਨੂੰ ਉਕਸਾਇਆ ਹੈਗਾ, ਇਸ ਕਰਕੇ ਇਸ ਐਕਟ ਦੇ ਤਹਿਤ ਜਿਹੜਾ ਹੈਗਾ A ਹੈ ਉਹ ਪਨਿਸ਼ੇਬਲ ਹੋਏਗਾ। then example 3 ਹੈਗੀ ਹੈ, a police officer abets to commit robbery। ਇਹ ਪੁਲਿਸ ਅਫਸਰ ਹੈਗਾ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਰੋਬਰੀ ਕਮਿਟ ਕਰਨ ਤੋਂ ਸਗੋਂ ਰੋਕਣਾ, ਪਰ ਉਹ ਅਬੈਟ ਕਰਦਾ ਹੈਗਾ ਕਿਸੇ ਨੂੰ ਵੀ ਤੁਸੀਂ ਕਰ ਲਓ ਜੋ ਕਰਨਾ ਹੈਗਾ, ਰੋਬਰੀ ਕਰਨ ਦੇ ਲਈ ਕਮਿਟ ਕਰਦਾ ਹੈ, ਅਬੈਟ ਕਰਦਾ ਹੈਗਾ, ਬਟ ਰੋਬਰੀ ਨਾਟ ਕਮਿਟਡ, ਪਰ ਜਿਹੜੀ ਰੋਬਰੀ ਹੈਗੀ ਆ ਉਹ ਕਮਿਟ ਨਹੀਂ ਕੀਤੀ ਜਾ ਰਹੀ ਵਿਅਕਤੀਆਂ ਵੱਲੋਂ ਕਿਸੇ ਵੀ ਕਾਰਨ। ਇੱਥੇ ਜਿਹੜੀ ਰੋਬਰੀ ਦੀ ਜਿੰਨੀ ਸਜ਼ਾ ਹੋਏਗੀ, ਲੌਂਗੈਸਟ ਟਰਮ ਆਫ ਦਾ ਅਫੈਂਸ ਆਫ ਰੋਬਰੀ, ਜਿੰਨੀ ਸਜ਼ਾ ਰੋਬਰੀ ਦੀ ਹੁੰਦੀ ਹੈ ਉਹਦਾ ਜਿਹੜਾ ਹਾਫ ਪਾਰਟ ਹੋਏਗਾ ਉਹਦੀ ਉਨੀ ਜਿਹੜੀ ਸਜ਼ਾ ਹੈਗੀ ਹੈ ਉਹ ਪੁਲਿਸ ਆਫੀਸਰ ਨੂੰ ਹੋ ਸਕਦੀ ਹੈ। Next is section 117, abetting commission of offence by public or by more than 10 persons। ਜਦੋਂ ਕੋਈ ਕਮਿਸ਼ਨ ਰਚਿਆ ਜਾਂਦਾ ਹੈ, ਕੋਈ ਸਾਜ਼ਿਸ਼ ਰਚੀ ਜਾਂਦੀ ਹੈ ਪਬਲਿਕ ਵੱਲੋਂ, ਜਨਤਾ ਵੱਲੋਂ, ਠੀਕ ਹੈ, ਜਾਂ ਫਿਰ 10 ਵਿਅਕਤੀਆਂ ਤੋਂ ਵੱਧ ਵਿਅਕਤੀ ਹੋਣ, ਮਤਲਬ ਕਿ ਭੀੜ ਹੋਵੇ, 10 ਤੋਂ ਵੱਧ ਵਿਅਕਤੀਆਂ ਦੀ ਭੀੜ ਹੋਵੇ, ਉਹਨਾਂ ਵੱਲੋਂ, ਪਬਲਿਕ ਵੱਲੋਂ ਜਾਂ 10 ਬੰਦਿਆਂ ਤੋਂ ਵੱਧ ਬੰਦਿਆਂ ਵੱਲੋਂ abetting the commission of offence, ਕੋਈ ਜੁਰਮ ਕਰਨ ਦੀ ਖਾਤਰ, ਠੀਕ ਹੈ, ਉਕਸਾਇਆ ਜਾਵੇ, ਕਿਸੇ ਹੋਰ ਲੋਕਾਂ ਨੂੰ ਵੀ ਉਕਸਾਇਆ ਜਾਵੇ, ਤਾਂ ਉਹਦੀ ਜਿਹੜੀ ਪਨਿਸ਼ਮੈਂਟ ਹੁੰਦੀ ਹੈ either disposition for a term which may extend to 3 years, ਤਾਂ ਉਹਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ, 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ, ਜਾਂ ਦੋਨੋਂ ਚੀਜ਼ਾਂ ਵੀ ਹੋ ਸਕਦੀਆਂ ਨੇ। ਜਦੋਂ ਕੋਈ 10 ਬੰਦੇ ਜਾਂ 10 ਤੋਂ ਜ਼ਿਆਦਾ ਬੰਦੇ ਕੋਈ offence ਕਮਿਟ ਕਰਨ ਦੇ ਲਈ ਆਮ ਜਨਤਾ ਨੂੰ ਭੜਕਾਉਣ, ਅਬੈਟਮੈਂਟ ਕਰਨ, ਕੋਈ ਸਾਜ਼ਿਸ਼ ਰਚਣ, ਕੋਈ ਪਲੈਨਿੰਗ ਕਰਨ, ਤਾਂ ਉਹਨਾਂ ਨੂੰ 3 ਸਾਲ ਤੱਕ ਦੀ ਜਿਹੜੀ ਹੈਗੀ ਹੈ ਸਜ਼ਾ ਹੋ ਸਕਦੀ ਹੈ। ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰਦੇ ਹਾਂ, ਕੋਈ ਇਹ ਵਿਅਕਤੀ ਹੈਗਾ ਕਿਸੇ ਪਬਲਿਕ ਪਲੇਸ ਦੇ ਉੱਪਰ ਜਾ ਕੇ ਕੋਈ ਐਸਾ ਨੋਟਿਸ ਬੋਰਡ ਲਗਾ ਦਿੰਦਾ ਹੈ ਜਿਹਦੇ ਵਿੱਚ ਕੀ ਕਿਹਾ ਜਾਂਦਾ ਹੈ, ਉਹ ਲਿਖਦਾ ਉਹਦੇ ਵਿੱਚ ਵੀ ਇੱਥੇ ਤੁਸੀਂ ਇੰਨੇ ਵਜੇ ਇਸ ਪਾਰਟੀਕੂਲਰ ਪਲੇਸ ਤੇ ਇਕੱਠੇ ਹੋਣਾ ਹੈਗਾ, ਠੀਕ ਹੈ ਜੀ। ਪਲੇਕਾ ਟੂ ਇੰਸਟੀਗੇਟ ਅ ਸੈਕਟ ਆਫ ਮੋਰ ਦੈਨ 10 ਮੈਂਬਰਸ, ਕੋਈ ਇੱਕ ਸੈਕਟ ਹੈਗਾ, ਕੋਈ ਇੱਕ ਫਿਰਕਾ, ਕੋਈ ਇੱਕ ਫਿਰਕੇ ਦੇ ਲੋਕਾਂ ਦੇ ਲਈ ਉਹ ਇੰਸਟੀਗੇਟ ਕਰਦਾ ਹੈ, ਆਪਣਾ ਉੱਥੇ ਨੋਟਿਸ ਬੋਰਡ ਲਗਾ ਕੇ ਵੀ ਤੁਸੀਂ ਇੰਨੇ ਵਜੇ ਇੱਥੇ ਇਕੱਠੇ ਹੋਣਾ ਹੈਗਾ,
ਤੇ ਤਾਂ ਕਿ ਜਿਹੜਾ ਦੂਜੇ ਫਿਰਕੇ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਠੀਕ ਹੈ, ਇਦਾਂ ਦੇ ਜਿਹੜੇ ਕੋਈ ਇਸ ਤਰੀਕੇ ਦੇ ਨਾਲ ਕੋਈ ਇੰਸਟੀਗੇਟ ਕਰਦਾ ਹੈ ਇੱਕ ਫਿਰਕੇ ਦੇ ਲੋਕਾਂ ਨੂੰ ਦੂਜੇ ਫਿਰਕੇ ਦੇ ਲੋਕਾਂ ਦਾ ਨੁਕਸਾਨ ਪਹੁੰਚਾਉਣ ਦੀ ਖਾਤਰ, ਯਾਨੀ ਕਿ ਇਕੱਠ ਕਰਕੇ 10 ਤੋਂ ਵੱਧ ਬੰਦਿਆਂ ਨੂੰ ਇਕੱਠੇ ਕਰਕੇ, ਤੇ ਜਿਹੜਾ ਉਹ ਵਿਅਕਤੀ ਹੈਗਾ, ਜਿਹੜਾ ਵੀ ਜਿਸਨੇ ਵੀ ਇਹ ਜਿਹੜਾ ਅਫੈਕਸ ਕੀਤਾ, ਕੋਈ ਬੋਰਡ ਲਗਾਇਆ ਹੈਗਾ, he will be responsible for the punishment for 3 years or with fine or with both. Next is section 118, concealing design to commit offense. ਕੋਈ ਡਿਜ਼ਾਈਨ ਹੋ ਰਿਹਾ ਹੈ, ਡਿਜ਼ਾਈਨ ਮਤਲਬ ਕੋਈ ਪਲੈਨਿੰਗ ਹੋ ਰਹੀ ਹੈ, ਅਫੈਂਸ ਕਮਿਟ ਕਰਨ ਦੀ ਕੋਈ ਪਲੈਨਿੰਗ ਹੋ ਰਹੀ ਹੈ, ਉਹਨੂੰ ਕੰਸੀਲ ਕਰਦਾ ਕੋਈ ਵਿਅਕਤੀ। ਠੀਕ ਹੈ, ਅਫੈਂਸ ਕਮਿਟ ਕਰਨ ਦੀ ਕੋਈ ਡਿਜ਼ਾਈਨ ਹੋ ਰਹੀ ਹੈ, ਉਸ ਨੂੰ ਕੋਈ ਕੰਸੀਲ ਕਰਦਾ ਹੈ, ਜਾਂ ਫਿਰ ਕਿਹੋ ਜਿਹਾ ਅਫੈਂਸ ਹੋਰ ਕਿਹੋ ਜਿਹੀ ਪਲੈਨਿੰਗ ਹੋ ਰਹੀ ਹੈ, ਇਦਾਂ ਦੀ ਪਲੈਨਿੰਗ ਹੋ ਰਹੀ ਹੈ ਵੀ ਜਿਸ ਜੁਰਮ ਦੀ ਇਦਾਂ ਦਾ ਅਫੈਂਸ ਕਮਿਟ ਕਰਨ ਦੇ ਲਈ ਜਿਹੜੀ ਪਲੈਨਿੰਗ ਹੋਈ ਹੈ, ਜਿਹਦੀ ਜਿਹੜੀ ਸਜ਼ਾ ਹੈਗੀ ਹੈ ਡੈਥ ਹੈਗੀ ਹੈ, ਜਾਂ ਫਿਰ ਇੰਪ੍ਰਿਜ਼ਨਮੈਂਟ ਫॉर ਲਾਈਫ ਹੈਗੀ ਹੈ। ਠੀਕ ਹੈ, ਉਹਦੇ ਵਿੱਚ ਉਹ ਵਿਅਕਤੀ ਜਿਹੜਾ ਕੰਸੀਲ ਕਰਦਾ ਹੈ ਡਿਜ਼ਾਈਨ ਨੂੰ, ਉਹਦੀ ਕੀ ਮਨਸ਼ਾ ਹੋਣੀ ਚਾਹੀਦੀ ਹੈ? ਉਹਦੀ ਮਨਸ਼ਾ ਹੋਣੀ ਚਾਹੀਦੀ ਹੈ ਉਹ ਇੰਟੈਂਡਿੰਗ ਟੂ ਫੈਸਿਲੀਟੇਟ, ਉਹ ਜਾਣਬੁੱਝ ਕੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਪਲੈਨਿੰਗ ਕਰ ਰਹੇ ਨੇ, ਠੀਕ ਹੈ, ਉਹਨਾਂ ਨੂੰ ਜਾਣਬੁੱਝ ਕੇ ਫੈਸਿਲੀਟੇਟ ਕਰਦਾ ਹੈ, ਹੈਲਪ ਕਰਦਾ ਹੈ, ਮਦਦ ਕਰਦਾ ਹੈ ਉਹਨਾਂ ਦੀ। ਠੀਕ ਹੈ, ਔਰ ਕਮਿਸ਼ਨ ਔਰ ਨੋਇੰਗਲੀ, ਜਾਣਬੁੱਝ ਕੇ, ਮਰਜ਼ੀ ਦੇ ਨਾਲ, ਇੰਟੈਂਸ਼ਨਲੀ ਜਾਣਬੁੱਝ ਕੇ ਉਹਨੂੰ ਫੈਸਿਲੀਟੇਟ ਕਰਦਾ ਹੈ, ਉਹਨਾਂ ਦੀ ਕਮਿਸ਼ਨ ਕਮਿਟ ਕਰਨ ਦੇ ਵਿੱਚ, ਉਹਨਾਂ ਦੀ ਪਲੈਨਿੰਗ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ ਹੈਗਾ। ਅਫੈਂਸ ਕਹਿੰਦਾ ਚਾਹੇ ਕਮਿਟ ਕੀਤਾ ਹੋਵੇ ਚਾਹੇ ਨਾ ਕੀਤਾ ਹੋਵੇ, ਜਿਹਦੀ ਸਜ਼ਾ ਹੋਏਗੀ ਜੇ ਅਫੈਂਸ ਕਮਿਟ ਹੋ ਜਾਂਦਾ ਹੈ। ਕਿਹੜੇ ਅਫੈਂਸ ਦੀ ਗੱਲ ਕਰ ਰਹੇ ਆਪਾਂ? ਉਹ ਅਫੈਂਸ ਜਿਹਦੀ ਸਜ਼ਾ ਜਾਂ ਤਾਂ ਮੌਤ ਹੈ ਤੇ ਜਾਂ ਫਿਰ ਉਮਰ ਕੈਦ ਹੈ। ਐਸੇ ਅਫੈਂਸ ਨੂੰ ਕਮਿਟ ਕਰਨ ਦੀ ਖਾਤਰ ਜਦੋਂ ਕੋਈ ਪਲੈਨਿੰਗ ਬਣ ਰਹੀ ਹੈ, ਕੋਈ ਵਿਅਕਤੀ ਜਾਣਬੁੱਝ ਕੇ ਜਾਂ ਤਾਂ ਉਹਨੂੰ ਕੰਸੀਲ ਕਰਦਾ ਹੈ ਜਾਂ ਹੋਣ ਦਿੰਦਾ ਹੈ ਜਾਂ ਉਹਦੀ ਹੈਲਪ ਕਰਦਾ ਹੈ। ਠੀਕ ਹੈ, ਐਸੇ ਕੇਸ ਦੇ ਵਿੱਚ ਉਹ ਜਿਹੜਾ ਵਿਅਕਤੀ ਹੈਗਾ ਜੋ ਫੈਸਿਲਿਟੀ ਕਰਦਾ, ਫੈਸਿਲਿਟੀ ਦਿੰਦਾ ਉਹਨਾਂ ਵਿਅਕਤੀਆਂ ਨੂੰ ਜੁਰਮ ਕਰਨ ਦੇ ਲਈ, ਤਾਂ ਉਹ ਜਿਹੜਾ ਵਿਅਕਤੀ ਹੈਗਾ ਤਾਂ ਉਹਨੂੰ ਜਿਹੜਾ ਸਜ਼ਾ ਹੋਏਗੀ ਕਿੰਨੀ ਹੋ ਸਕਦੀ ਹੈ? ਪੁਨਿਸ਼ੇਬਲ ਫਾਰ 7 years। ਜੇ ਅਫੈਂਸ ਕਮਿਟ ਹੋ ਜੇ ਤਾਂ ਉਹਨੂੰ 3 ਸਾਲ 7 ਸਾਲ ਦੀ ਸਜ਼ਾ ਹੋਏਗੀ, ਪਰ ਜੇ ਅਫੈਂਸ ਕਮਿਟ ਨਾ ਹੋਇਆ ਹੋਵੇ ਤਾਂ ਉਹਨੂੰ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਹੋ ਸਕਦੀ ਹੈ। ਇਹਦੀ ਐਗਜ਼ਾਮਪਲ ਹੈਗੀ ਹੈ, ਐਗਜ਼ਾਮਪਲ A knowing that ਡਕੈਤੀ at B। A ਜਾਣਬੁੱਝ ਕੇ B ਨੂੰ ਡਕੈਤੀ ਕਰਨ ਦੇ ਲਈ ਕਹਿ ਰਿਹਾ ਹੈਗਾ, ਫਾਲਸਲੀ ਇਨਫੋਰਮਸ ਮੈਜਿਸਟ੍ਰੇਟ। ਮੈਜਿਸਟ੍ਰੇਟ ਹੈ ਕਿ ਜਾ ਕੇ ਇਨਫੋਰਮੇਸ਼ਨ ਦੇ ਦਿੰਦਾ ਹੈ B ਨੇ ਡਕੈਤੀ ਕਰਨੀ ਹੈ, A ਨੂੰ ਪਤਾ ਹੈ ਵੀ B ਡਕੈਤੀ ਕਰਨ ਕਿਤੇ ਜਾ ਰਿਹਾ ਹੈਗਾ, ਪਰ ਜਿਹੜਾ A ਹੈਗਾ ਉਹ ਜਾਣਬੁੱਝ ਕੇ ਮੈਜਿਸਟ੍ਰੇਟ ਨੂੰ, ਇਲਾਕਾ ਮੈਜਿਸਟ੍ਰੇਟ ਨੂੰ ਜਾਂ ਕਿਸੇ ਪੁਲਿਸ ਆਫੀਸਰ ਨੂੰ ਜਾਣਬੁੱਝ ਕੇ ਕਹਿੰਦਾ ਵੀ ਜਿਹੜਾ C ਹੈਗਾ, ਪਲੇਸ ਹੈਗਾ, C ਜਗ੍ਹਾ ਤੇ ਜਿਹੜੀ ਡਕੈਤੀ ਹੋ ਰਹੀ ਹੈਗੀ ਹੈ, ਡਕੈਤੀ ਹੋਣੀ ਹੈ B ਜਗ੍ਹਾ ਤੇ, ਪਰ ਉਹ ਕਹਿੰਦਾ ਵੀ C ਜਿਹੜੀ ਪਲੇਸ ਹੈਗੀ ਹੈ ਆਪੋਜ਼ਿਟ ਪਲੇਸ ਆਫ ਦਾ B ਦੇ ਬਿਲਕੁਲ ਆਪੋਜ਼ਿਟ ਜਾ ਕੇ ਕਿਸੇ ਹੋਰ ਜਗ੍ਹਾ ਦਾ ਨਾਮ ਦੱਸ ਦਿੰਦਾ ਹੈ ਉੱਥੇ, ਤਾਂ ਕਿ ਉਧਰ ਪੁਲਿਸ ਵਗੈਰਾ ਜਿਹੜਾ ਮੈਜਿਸਟ੍ਰੇਟ ਹੈ ਨਾ ਭੇਜ ਸਕੇ, ਤੇ C ਵਾਲੀ ਜਿਹੜੀ ਜਗ੍ਹਾ ਦੱਸ ਦਿੰਦਾ ਜਾਣਬੁੱਝ ਕੇ, ਉਹਦੇ ਆਪੋਜ਼ਿਟ ਹੁੰਦੀ ਹੈ ਉੱਥੇ ਡਕੈਤੀ ਦੇ ਲਈ, ਮਤਲਬ ਕਿ ਉਹ ਜਿਹੜਾ ਹੈਲਪ ਕਰਦਾ ਹੈ ਜਿਹੜਾ A ਹੈਗਾ। ਠੀਕ ਹੈ, ਇਹ ਜਿਹੜਾ ਇਸ ਸੈਕਸ਼ਨ ਦੇ ਤਹਿਤ ਜਿਹੜਾ A ਹੋਏਗਾ ਉਹ ਲਾਇਬਲ ਹੋਏਗਾ, ਪਨਿਸ਼ਮੈਂਟ ਦੇ ਲਈ ਲਾਇਬਲ ਹੋਏਗਾ। ਦੈਨ ਸੈਕਸ਼ਨ 119 ਹੈ, 19 ਕੀ ਪਬਲਿਕ ਸਰਵੈਂਟ। ਕੋਈ ਪਬਲਿਕ ਸਰਵੈਂਟ ਹੈਗਾ, ਕੰਸੀਲ ਕਰਦਾ ਹੈ ਡਿਜ਼ਾਈਨ ਨੂੰ, ਕਾਹਦੇ ਡਿਜ਼ਾਈਨ ਨੂੰ? ਕਿਸੇ ਅਫੈਂਸ ਦੇ ਡਿਜ਼ਾਈਨ ਨੂੰ ਕੰਸੀਲ ਕਰਦਾ ਹੈ। ਟੂ ਕਮਿਟ ਅਫੈਂਸ ਵਿਚ ਹਿਜ਼ ਡਿਊਟੀ ਟੂ ਪ੍ਰੀਵੈਂਟ, ਉਹਦੀ ਜ਼ਿੰਮੇਵਾਰੀ ਬਣਦੀ ਸੀਗੀ, ਉਹਦੀ ਡਿਊਟੀ ਬਣਦੀ ਸੀ ਵੀ ਇਸ ਨੂੰ, ਜੁਰਮ ਨੂੰ, ਇਸ ਅਫੈਂਸ ਨੂੰ ਨਾ ਹੋਣ ਦਿੱਤਾ ਜਾਵੇ, ਪਰ ਉਹ ਕੀ ਕਰਦਾ ਹੈ? ਜਾਣਬੁੱਝ ਕੇ, ਇੰਟੈਂਡਿੰਗ ਟੂ ਫੈਸਿਲੀਟੇਟ। ਠੀਕ ਹੈ, ਉਹਦੀ ਆਪਦੀ ਮਨ ਦੀ ਇੱਛਾ ਦੇ ਨਾਲ, ਅੰਦਰੂਨੀ ਇੱਛਾ ਦੇ ਨਾਲ ਉਹ ਫੈਸਿਲੀਟੇਟ ਕਰਦਾ ਉਸ ਅਫੈਂਸ ਨੂੰ ਕਮਿਟ ਕਰਨ ਦੀ ਖਾਤਰ, ਨੋਇੰਗਲੀ, ਜਾਣਬੁੱਝ ਕੇ ਫੈਸਿਲੀਟੇਟ ਕਰਦਾ ਹੈ, ਵਲੰਟਰਲੀ, ਆਪਦੀ ਇੱਛਾ ਦੇ ਨਾਲ, ਆਪਦੀ ਮਰਜ਼ੀ ਦੇ ਨਾਲ, ਬਗੈਰ ਕਿਸੇ ਪ੍ਰੈਸ਼ਰ ਦੇ, ਬਗੈਰ ਕਿਸੇ ਦਬਾਅ ਦੇ ਕੰਸੀਲ ਕਰਦਾ ਹੈ ਬਾਈ ਐਨੀ ਐਕਟ ਔਰ ਲੀਗਲ ਐਮਿਸ਼ਨ, ਜਾਂ ਕੋਈ ਕੰਮ ਕਰਕੇ ਜਾਂ ਜਾਣ ਕੇ ਦੜ ਵੱਟ ਕੇ। ਠੀਕ ਹੈ, ਕੋਈ ਇਦਾਂ ਦੀ ਵਲੰਟਰਲੀ ਕੋਈ ਦੇ ਵਿੱਚ ਕੰਸੀਲਿੰਗ ਕਰਦਾ ਹੈ ਤਾਂ ਕਿ ਜਿਹੜਾ ਅਫੈਂਸ ਹੈ ਉਹ ਕਮਿਟ ਹੋ ਸਕੇ। ਜਿੱਥੇ ਜਿਹੜੀ ਡਿਜ਼ਾਈਨ ਹੈਗੀ ਹੈ ਉਹ ਐਗਜ਼ਿਸਟੈਂਸ ਹੈਗੀ ਹੈ, ਵੀ ਪਤਾ ਲੱਗਦਾ ਹੈ ਵੀ ਇਹ ਅਫੈਂਸ ਹੋਏਗਾ,
ਇਹ ਅਫੈਂਸ ਕਮਿਟ ਕੀਤਾ ਜਾ ਰਿਹਾ ਹੈ। ਅਫੈਂਸ ਕਮਿਟ ਕਰਨ ਦੇ ਲਈ ਜਿਹੜੀ ਇਹ ਪਲੈਨਿੰਗ ਬਣ ਰਹੀ ਹੈ ਉਹਨੂੰ ਸਾਰਾ ਕੁਝ ਪਤਾ ਹੈਗਾ। ਮੇਕ ਫਾਲਸ ਰਿਪਰੈਜ਼ੈਂਟੇਸ਼ਨ ਜਾਂ ਜਾਣਬੁੱਝ ਕੇ ਕਿਸੇ ਇੱਕ ਵਿਅਕਤੀ ਨੂੰ ਜੋ ਇੱਧਰ ਨੂੰ ਆ ਰਿਹਾ ਹੈਗਾ, ਜਿਵੇਂ ਪੁਲਿਸ ਵਾਲਾ ਕੋਈ ਇੱਧਰ ਆ ਰਿਹਾ ਹੈਗਾ, ਉਸ ਨੂੰ ਜਾਣਬੁੱਝ ਕੇ ਵੀ ਇੱਧਰ ਤਾਂ ਜਿਹੜੀ ਪਲੈਨਿੰਗ ਬਣ ਰਹੀ ਹੈ ਜਾਂ ਡਕੈਤੀ ਹੋਣ ਦੀ ਕੋਈ ਕਿਸੇ ਤਰ੍ਹਾਂ ਦੀ ਪਲੈਨਿੰਗ ਬਣ ਰਹੀ ਹੈ ਤਾਂ ਕਿ ਉਹਨੂੰ ਪਤਾ ਨਾ ਚੱਲ ਜਾਏ, ਇਸ ਕਰਕੇ ਉਹਨੂੰ ਮਿਸ ਰਿਪਰੈਜ਼ੈਂਟ ਵੀ ਕਰਦਾ ਹੈਗਾ। ਠੀਕ ਹੈ, ਤੇ ਉਸ ਨੂੰ ਗਲਤ ਝੂਠ ਬੋਲ ਕੇ ਤਾਂ ਕਿਸੇ ਪਾਸੇ ਹੋਰ ਭਜਾ ਦਿੰਦਾ ਹੈਗਾ ਵਿਅਕਤੀ ਨੂੰ। ਤਾਂ ਇਹੋ ਜਿਹੇ ਕੇਸਾਂ ਦੇ ਵਿੱਚ ਕੀ ਹੋਏਗਾ, ਜਿਹੜਾ ਪਨਿਸ਼ਮੈਂਟ ਕਿੰਨੀ ਹੋਏਗੀ। 5-6 ਕਾਰਨ ਹੈਗੇ ਨੇ ਜਿਹੜੇ ਮੈਂ ਆਪको ਦੱਸਿਆ। ਪਬਲਿਕ ਸਰਵੈਂਟ ਹੈ ਕੋਈ, ਕੰਸੀਲਿੰਗ ਡਿਜ਼ਾਈਨ ਦੀ ਜਿਹੜੀ ਕੋਈ ਪਲੈਨਿੰਗ ਬਣ ਰਹੀ ਹੈ ਉਹਦੀ ਕੰਸੀਲਿੰਗ ਕਰਦਾ ਹੈ ਅੱਗੇ ਜਿਹੜਾ ਅਫੈਂਸ ਹੈ ਉਹ ਕਮਿਟ ਹੋ ਜਾਏ। ਜਦੋਂ ਉਹਦੀ ਡਿਊਟੀ ਹੈ ਵੀ ਅਫੈਂਸ ਕਮਿਟ ਨਾ ਹੋਵੇ, ਉਹਦੀ ਰੋਕਣਾ ਜ਼ਿੰਮੇਵਾਰੀ ਬਣ ਜਾਂਦੀ ਹੈ। ਤਾਂ ਉਹ ਜਾਣਬੁੱਝ ਕੇ ਫੈਸਿਲੀਟੇਟ ਕਰਦਾ ਹੈ, ਨੋਇੰਗਲੀ ਫੈਸਿਲੀਟੇਟ ਕਰਦਾ ਹੈ, ਵਲੰਟਰਲੀ ਜਿਹੜਾ ਕੰਸੀਲ ਕਰਦਾ ਹੈ ਉਸ ਕਮਿਸ਼ਨ ਨੂੰ ਹੁੰਦੇ ਨੂੰ, ਜਿਹੜਾ ਕਿ ਉਹਨੇ ਰੋਕਣਾ ਹੁੰਦਾ, ਉਹਨੇ ਕੋਈ ਕੰਮ ਕਰਨਾ ਹੁੰਦਾ ਰੋਕਣ ਦੀ ਖਾਤਰ, ਜਾਂ ਫਿਰ ਜਾਣਬੁੱਝ ਕੇ ਉਹ ਅੱਖਾਂ ਪਰਾਂ ਕਰ ਲੈਂਦਾ ਆਪਣੀਆਂ। ਠੀਕ ਹੈ, ਜਾਂ ਫਿਰ ਉਹ ਮਿਸ ਰਿਪਰੈਜ਼ੈਂਟ ਕਰਦਾ ਹੈ, ਝੂਠ ਬੋਲਦਾ ਹੈ। ਇੱਦਾਂ ਦੇ ਕੁਛ ਵੀ ਜਿਹੜੇ ਉਹਦੇ ਵੱਲੋਂ ਐਕਟ ਕੀਤੇ ਜਾਂਦੇ ਨੇ। ਜੇਕਰ ਉਹਦੀ ਸਜ਼ਾ ਕਿੰਨੀ ਹੋਏਗੀ, ਹੁਣ ਇੱਥੇ ਦੇਖੋ ਅਲੱਗ-ਅਲੱਗ 3 ਪੁਆਇੰਟ ਹੈਗੇ ਨੇ। ਜੇਕਰ ਅਫੈਂਸ ਹੈਗਾ ਜਿਹੜਾ ਕਮਿਟ ਹੋ ਜਾਂਦਾ ਹੈ ਤਾਂ ਹਾਫ ਆਫ ਦਾ ਲੌਂਗੈਸਟ ਟਰਮ ਆਫ ਦਾ ਫਾਈਨ ਔਰ ਬੋਥ। ਜਿਹਦਾ ਅਫੈਂਸ ਕਮਿਟ ਹੋ ਜਾਂਦਾ ਹੈ, ਜਿਹੜਾ ਉਸ ਪਬਲਿਕ ਸਰਵੈਂਟ ਨੇ ਰੋਕਣਾ ਸੀਗਾ ਪਰ ਰੋਕਿਆ ਨਹੀਂ ਹੈਗਾ, ਪਰ ਉਲਟਾ ਫੈਸਿਲੀਟੇਟ ਕੀਤਾ ਹੈਗਾ, ਜਿਹਦਾ ਅਫੈਂਸ ਕਮਿਟ ਹੋ ਜਾਂਦਾ ਹੈ ਤਾਂ ਉਹਦੀ ਅੱਧੀ ਸਜ਼ਾ ਉਹਨੂੰ ਹੋਏਗੀ। ਉਸ ਅਫੈਂਸ ਦੀ ਜਿੰਨੀ ਵੀ ਸਜ਼ਾ ਬਣਦੀ ਹੈ ਤਾਂ ਹਾਫ ਸਜ਼ਾ ਉਹਨੂੰ ਹੋਏਗੀ। ਠੀਕ ਹੈ, ਜਾਂ ਫਾਈਨ ਵੀ ਹੋ ਸਕਦਾ ਹੈ ਜਾਂ ਦੋਨੋਂ ਵੀ ਹੋ ਸਕਦੀਆਂ ਨੇ। ਹੁਣ ਇੱਥੇ ਗੱਲ ਆ ਗਈ ਦੁਬਾਰਾ ਜਿਹੜੀ ਆਪਾਂ ਪਹਿਲਾਂ ਪੜ੍ਹੀ ਸੀਗੀ। ਜੇਕਰ ਕਹਿੰਦਾ ਅਫੈਂਸ ਹੈ ਜਿਹੜਾ ਉਹ ਪਨਿਸ਼ੇਬਲ ਵਿਦ ਡੈਥ ਹੈਗਾ, ਅਫੈਂਸ ਹੈ ਪਨਿਸ਼ੇਬਲ ਵਿਦ ਡੈਥ ਹੈਗਾ ਜਾਂ ਫਿਰ ਇੰਪ੍ਰਿਜ਼ਨਮੈਂਟ ਫॉर ਲਾਈਫ ਹੈਗਾ। ਠੀਕ ਹੈ, ਪਬਲਿਕ ਸਰਵੈਂਟ ਨੇ ਹੋਣ ਦਿੱਤਾ ਹੈ, ਉਹਨੂੰ ਫੈਸਿਲੀਟੇਟ ਕੀਤਾ ਹੈ, ਇੰਟੈਂਸ਼ਨਲੀ ਵਲੰਟਰਲੀ ਮਿਸਰਿਪ੍ਰੈਜ਼ੈਂਟ ਕਰਕੇ, ਜਾਣ ਕੇ ਓਮਿਸ਼ਨ ਕਰਕੇ, ਐਕਟ ਕਰਕੇ ਕੋਈ ਜਾਂ ਕੋਈ ਓਮਿਸ਼ਨ ਕਰਕੇ ਉਹ ਅਫੈਂਸ ਨੂੰ ਹੋਣ ਦਿੱਤਾ ਹੈ, ਜਿਹਦੀ ਸਜ਼ਾ ਕਿੰਨੀ ਹੈ, ਡੈਥ ਹੋ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ। ਤਾਂ ਇੱਥੇ ਜਿਹੜਾ ਵਿਅਕਤੀ ਹੈ, ਜਿਹੜਾ ਪਬਲਿਕ ਸਰਵੈਂਟ ਹੈ, ਉਹਨੂੰ ਸਜ਼ਾ ਕਿੰਨੀ ਹੋ ਸਕਦੀ ਹੈ, ਉਹਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਠੀਕ ਹੈ ਜੀ, ਉਹਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜਿਹੜਾ ਇੰਪ੍ਰਿਜ਼ਨਮੈਂਟ ਜੇ ਅਫੈਂਸ ਹੈ ਉਹ ਪਨਿਸ਼ੇਬਲ ਵਿਦ ਡੈਥ ਹੈ ਜਾਂ ਇੰਪ੍ਰਿਜ਼ਨਮੈਂਟ ਫॉर ਲਾਈਫ ਹੈ, ਪਰ ਪਬਲਿਕ ਸਰਵੈਂਟ ਨੇ ਉਹਨੂੰ ਹੋਣ ਦਿੱਤਾ ਹੈ, ਉਹਦੇ ਵਿੱਚ ਸਹਾਇਤਾ ਕੀਤੀ ਹੈ, ਉਸ ਕਮਿਸ਼ਨ ਨੂੰ ਕਮਿਟ ਕਰਨ ਦੇ ਵਿੱਚ, ਜਿਹੜਾ ਡਿਜ਼ਾਈਨਿੰਗ ਪਲੈਨਿੰਗ ਦੇ ਵਿੱਚ ਉਹਦਾ ਸਾਥ ਦਿੱਤਾ ਹੈਗਾ। ਜਾਣਬੁੱਝ ਕੇ ਉਹਨੇ ਕੁਝ ਰੋਕਣਾ ਬਣਦਾ ਸੀ ਉਹਦੇ ਵੱਲੋਂ, ਉਹਨੇ ਰੋਕਿਆ ਨਹੀਂ ਹੈਗਾ, ਜਾਂ ਉਹਨੇ ਉਹਨਾਂ ਦੀ ਕੋਈ ਕੰਮ ਕਰਕੇ ਹੈਲਪ ਕੀਤੀ ਹੈ ਜਾਂ ਕੋਈ ਐਕਟ ਨਾ ਕਰਕੇ ਹੈਲਪ ਕੀਤੀ ਹੈ। ਠੀਕ ਹੈ, ਜਿਵੇਂ ਆਪਾਂ ਗਨਮੈਨ ਦੀ ਐਗਜ਼ਾਮਪਲ ਲੈਣੇ ਹੁੰਦੇ ਹਾਂ, ਜ਼ਿੰਮੇਵਾਰੀ ਬਣਦੀ ਸੀ ਉਹਦੀ ਰੋਕਣਾ, ਅੰਦਰ ਬੈਂਕ ਵਿੱਚ ਐਂਟਰ ਕਰਨ ਤੋਂ ਜਾਂ ਕਿਸੇ ਪਲੇਸ ਦੇ ਵਿੱਚ ਐਂਟਰ ਕਰਨ ਤੋਂ ਰੋਕਣਾ ਸੀਗਾ, ਪਰ ਉਹਨੇ ਨਹੀਂ ਰੋਕਿਆ ਹੈਗਾ, ਕੋਈ ਸਰਕਾਰੀ ਡਿਊਟੀ ਤੇ ਵਿਅਕਤੀ ਬੈਠਾ ਸੀਗਾ। ਠੀਕ ਹੈ, ਤਾਂ ਜਿਹੜੀ ਉਹਦੀ ਸਜ਼ਾ ਹੈਗੀ ਉਸਨੂੰ 10 ਸਾਲ ਤੱਕ ਦੀ ਹੋ ਸਕਦੀ ਹੈ। ਉੱਪਰਲੇ ਕੇਸ ਜਿਹੜੀ ਕੰਡੀਸ਼ਨ ਸੀਗੀ, ਜੇ offense committed half of the longest term, ਪਰ ਜੇਕਰ ਅਫੈਂਸ ਦੀ ਜਿਹੜੀ ਸਜ਼ਾ ਮੌਤ ਹੈ ਜਾਂ ਉਮਰ ਕੈਦ ਹੈ ਤਾਂ 10 ਸਾਲ ਦੀ ਸਜ਼ਾ। ਪਰ ਜੇਕਰ ਕਹਿੰਦੇ ਅਫੈਂਸ ਨਹੀਂ ਕਮਿਟ ਹੋਇਆ, ਅਫੈਂਸ ਕੀਤਾ ਹੀ ਨਹੀਂ ਗਿਆ, ਅਫੈਂਸ ਹੋਇਆ ਨਹੀਂ, ਪਰ ਉਹਨੇ ਪਲੈਨਿੰਗ ਵਿੱਚ ਸਾਥ ਪੂਰਾ ਦਿੱਤਾ, ਪਬਲਿਕ ਸਰਵੈਂਟ ਨੇ ਆਪਦੇ ਵੱਲੋਂ ਕਸਰ ਨਹੀਂ ਛੱਡੀ ਗਈ, ਉਹਨੇ ਪੂਰੀ ਹੈਲਪ ਕੀਤੀ ਡਿਜ਼ਾਈਨ ਕਮਿਟ ਕਰਨ ਦੀ, ਹੈਲਪ ਕਰਨ ਦੀ, ਕਮਿਸ਼ਨ ਦੀ। ਠੀਕ ਹੈ, ਤਾਂ ਜਿਹੜੀ ਸਜ਼ਾ ਹੈ ਉਹ ਜੇ ਨਹੀਂ ਹੋਇਆ ਅਫੈਂਸ ਤਾਂ ਉਹਦੀ ਜਿਹੜੀ ਸਜ਼ਾ 1/4 ਆਫ ਦਾ ਅਫੈਂਸ, ਉਸ ਅਫੈਂਸ ਦੀ ਜਿਹੜੀ ਸਜ਼ਾ ਜਿਹੜਾ ਵੀ ਕਮਿਟ ਕਰਨ ਦੇ ਲਈ ਪਲੈਨਿੰਗ ਬਣੀ ਸੀਗੀ, ਉਹ ਅਫੈਂਸ ਜੇ ਨਹੀਂ ਹੋਇਆ ਪਰ ਉਹਦੀ ਸਜ਼ਾ ਜਿੰਨੀ ਬਣਦੀ ਸੀ ਤਾਂ ਉਹਦਾ 1/4 ਪਾਰਟ ਜਿਹੜਾ ਹੈਗਾ ਉਹ ਪਬਲਿਕ ਸਰਵੈਂਟ ਹੈ ਲਾਇਬਲ ਹੋਏਗਾ। ਇਹਦੇ ਵਿੱਚ ਐਗਜ਼ਾਮਪਲ ਦਿੱਤੀ ਗਿਆ ਪੁਲਿਸ ਆਫਿਸਰ ਦੀ। And police officer being legally bound to give information of all the designs to commit robbery, ਜਿਹੜੀ ਜ਼ਿੰਮੇਵਾਰੀ ਬਣਦੀ ਸੀ ਵੀ ਕੋਈ ਰੋਬਰੀ ਕਰਨ ਦੇ ਲਈ ਕੋਈ ਪਲੈਨਿੰਗ ਬਣ ਰਹੀ ਹੈ, ਉਹਦੀ ਰਿਸਪੌਂਸਿਬਿਲਿਟੀ ਬਣਦੀ ਸੀ ਵੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਉਹਦੀ ਇਨਫੋਰਮੇਸ਼ਨ ਦਾ ਵਿੱਚ may come to his knowledge and knowing that be designs to commit robbery omits to give such information। ਉਹ ਜਿਹੜੀ ਇਹ ਇਨਫੋਰਮੇਸ਼ਨ ਹੈ ਜਿਹਦੀ ਜ਼ਿੰਮੇਵਾਰੀ ਬਣਦੀ ਸੀਗੀ, ਡਕੈਤੀ ਹੋਣ ਦੀ ਪਲੈਨਿੰਗ ਬਣ ਰਹੀ ਹੈ ਪਰ ਉਸਨੇ ਇਨਫੋਰਮੇਸ਼ਨ ਨਹੀਂ ਦਿੱਤੀ, ਵਿਦ ਇੰਟੈਂਟ ਟੂ ਫੈਸਿਲੀਟੇਟ ਦਾ ਕਮਿਸ਼ਨ, ਉਲਟਾ ਮਤਲਬ ਕਿ ਉਹਨੇ ਆਪਦੇ ਮਨ ਦੇ ਵਿੱਚ ਆਪਦੇ ਇਰਾਦੇ ਦੇ ਨਾਲ ਜਾਣਬੁੱਝ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਫੈਸਿਲਿਟੀ ਦਿੱਤੀ,
ਵੀ offense commit ਹੋ ਜਾਵੇ। Here A has by an illegal omission concealed the existence, ਬੇਸ਼ੱਕ ਇਹਨੇ ਕੋਈ ਐਕਟ ਨਹੀਂ ਕੀਤਾ ਪਰ ਇਹਨੇ ਹੋਣ ਦੇ ਦਿੱਤਾ। ਉਹਦੀ ਇਨਫੋਰਮੇਸ਼ਨ ਇਹਨੂੰ ਪਤਾ ਸੀਗਾ, ਇਨਫੋਰਮੇਸ਼ਨ ਪੁਲਿਸ ਆਫੀਸਰ ਕੋਲੇ ਹੈਗੀ ਸੀਗੀ, ਪਰ ਪੁਲਿਸ ਆਫੀਸਰ ਨੇ ਜਿਹੜੀ ਐਮਿਸ਼ਨ ਹੈ ਇਨਫੋਰਮੇਸ਼ਨ ਹੈ ਆਪਣੇ ਉੱਚ ਅਧਿਕਾਰੀਆਂ ਨੂੰ ਨਹੀਂ ਦਿੱਤੀ ਤੇ ਨਾ ਕੋਈ ਐਕਟ ਕੀਤਾ। Concealed the existence of the B's design and is liable to punishment according to the provision of this section। ਇੱਥੇ ਜਿਹੜਾ ਹੈਗਾ ਪੁਲਿਸ ਆਫੀਸਰ ਲਾਇਬਲ ਹੋਏਗਾ for the punishment of this under this section। ਨੈਕਸਟ ਆ ਗਿਆ ਜੀ ਸੈਕਸ਼ਨ 120। ਦੇਖੋ ਤੁਹਾਨੂੰ ਮਤਲਬ 120 ਸੈਕਸ਼ਨ ਦੇ ਬਾਰੇ ਆਮ ਤੌਰ ਤੇ ਆਪਣੇ ਹਰ ਵਿਅਕਤੀ ਨੂੰ, ਚਾਹੇ ਕੋਈ ਅਨਪੜ੍ਹ ਹੈ ਚਾਹੇ ਕੋਈ ਪੜ੍ਹਿਆ ਲਿਖਿਆ ਹੈਗਾ, 120 ਬਾਰੇ 120 ਬੀ ਬਾਰੇ ਤਾਂ ਜਾਣਕਾਰੀ ਸਭ ਨੂੰ ਹੈਗੀ ਹੈ। ਠੀਕ ਹੈ, ਆਮ ਕਈ ਸੈਕਸ਼ਨ ਇੰਨੇ ਫੇਮਸ ਹੁੰਦੇ ਨੇ ਜਿਹੜੀ ਆਮ ਅਨਪੜ੍ਹ ਲੋਕਾਂ ਨੂੰ ਵੀ, ਜਿਵੇਂ ਕਹਿੰਦੇ ਨੇ ਅਨਪੜ੍ਹ ਬਜ਼ੁਰਗ ਲੋਕ ਵੀ ਕਈ ਵਾਰੀ ਇੰਗਲਿਸ਼ ਬੋਲਦੇ ਨੇ ਜੇ ਉਹਨਾਂ ਨੂੰ ਪੂਰਾ ਨਹੀਂ ਪਤਾ ਹੁੰਦਾ, ਪਰ ਉਹ ਆਮ ਬੋਲਚਾਲ ਦੀ ਭਾਸ਼ਾ 'ਚ ਕੁਝ ਸ਼ਬਦ ਐਸੇ ਆ ਜਾਂਦੇ ਨੇ ਜਿਹੜੇ ਕਿ ਹਰ ਵਿਅਕਤੀ ਬੋਲਦਾ ਹੈਗਾ। ਇਸੇ ਤਰੀਕੇ ਜਿਹੜਾ ਇਹ ਸੈਕਸ਼ਨ 120 ਹੈ, ਠੀਕ ਹੈ, ਇਹ ਇੰਨਾ ਫੇਮਸ ਸੈਕਸ਼ਨ ਹੈ, ਇਹਦੇ ਬਾਰੇ ਹਰ ਨੂੰ ਜੇ ਕੋਈ ਪੜ੍ਹਿਆ ਲਿਖਿਆ ਵੀ ਹੈ ਅਨਪੜ੍ਹ ਵੀ ਹੈ ਉਹਨੂੰ ਵੀ ਇਹਦੀ ਪਤਾ ਹੈਗਾ ਵੀ 120 ਕੀ ਹੁੰਦੀ ਹੈ, 120 ਵੀ ਖਾਸ ਕਰਕੇ। ਪਰ ਇੱਥੇ ਪਹਿਲਾਂ ਅਸੀਂ ਪੜਾਂਗੇ 120 ਸੈਕਸ਼ਨ, ਫਿਰ ਅਸੀਂ 120 ਏ ਪੜਾਂਗੇ, ਫਿਰ ਅਸੀਂ 120 ਬੀ ਪੜਾਂਗੇ। 120 ਸੈਕਸ਼ਨ ਕੀ ਹੈ? ਕੰਸੀਲਿੰਗ ਮਤਲਬ ਛੁਪਾਉਣਾ ਕਿਸੇ ਜੁਰਮ ਨੂੰ, ਕਿਸੇ ਪਲੈਨਿੰਗ ਨੂੰ, ਜੁਰਮ ਦੇ ਲਈ ਬਣ ਰਹੀ ਪਲੈਨਿੰਗ, ਕਿਸੇ ਆਫੈਂਸ ਲਈ ਬਣ ਰਹੀ ਪਲੈਨਿੰਗ ਨੂੰ ਛੁਪਾਉਣਾ, ਕੰਸੀਲ ਕਰਨਾ। ਟੂ ਕਮਿਟ ਦਾ ਆਫੈਂਸ ਪਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ। ਠੀਕ ਹੈ, ਇੱਥੇ ਆ ਕੇ ਜਿਹੜੀ ਆਪਾਂ ਗੱਲ ਕੀਤੀ ਸੈਕਸ਼ਨ 119 ਦੀ, 119 ਦੇ ਮੁਤਾਬਕ ਹੀ ਉਹੀ ਸਾਰੇ 5-6 ਪੁਆਇੰਟ ਆਉਣਗੇ ਇੱਥੇ। concealing designed to commit offense punishable with imprisonment। ਇੱਥੇ imprisonment ਨਾ ਲਾਈਫ ਦੀ ਗੱਲ ਕੀਤੀ ਹੈ ਨਾ ਡੈਥ ਦੀ ਗੱਲ ਕੀਤੀ ਹੈ, ਇੱਥੇ ਕੱਲੀ imprisonment ਦੀ ਗੱਲ ਕੀਤੀ ਹੈ। ਠੀਕ ਹੈ, ਫਿਰ ਉਹੀ ਪੁਆਇੰਟ ਸਾਰੇ ਵਿੱਚ ਆ ਜਾਂਦੇ ਨੇ ਵੀ ਜੇਕਰ ਕੋਈ ਵਿਅਕਤੀ, ਇੱਥੇ ਪਬਲਿਕ ਸਰਵੈਂਟ ਦੀ ਗੱਲ ਨਹੀਂ ਕੀਤੀ ਗਈ, ਕੋਈ ਵਿਅਕਤੀ ਕਿਸੇ ਨੂੰ ਇੰਟੈਂਸ਼ਨਲੀ ਫੈਸਿਲਿਟੇਟ ਕਰਦਾ ਹੈ ਜਾਂ ਨੋਇੰਗਲੀ ਫੈਸਿਲਿਟੇਟ ਕਰਦਾ ਹੈ ਜਾਂ ਵਲੰਟਰਲੀ ਕੰਸੀਲ ਕਰਦਾ ਹੈ ਬਾਈ ਵੇ ਆਫ ਐਨੀ ਐਕਟ ਔਰ ਇਲੀਗਲ ਐਮਿਸ਼ਨ। ਠੀਕ ਹੈ, ਕੋਈ ਡਿਜ਼ਾਈਨ ਹੈ, ਕੋਈ ਪਲੈਨਿੰਗ ਹੈ, ਬਣ ਦਿੰਦਾ ਹੈਗਾ ਕੋਈ ਮਤਲਬ ਕਿ ਅਫੈਂਸ ਕਮਿਟ ਕਰਨ ਦੇ ਲਈ ਖਾਤਰ, ਜਾਂ ਕਿਸੇ ਨੂੰ ਫਾਲਸ ਗਲਤ ਬਿਆਨੀ ਕਰਦਾ ਹੈ, ਮਿਸ ਰਿਪਰੈਜ਼ੈਂਟ ਕਰਦਾ ਹੈ, ਝੂਠ ਬੋਲ ਕੇ ਕਿਸੇ ਨੂੰ ਕਹਿੰਦਾ ਵੀ ਇਹ ਤਾਂ ਇੱਥੇ ਨਹੀਂ ਕੁਛ ਹੋ ਰਿਹਾ, ਇੱਧਰ ਵਿਅਕਤੀ ਇੱਧਰ ਨਹੀਂ ਗਿਆ ਜਾਂ ਇੱਧਰ ਗਿਆ ਹੈਗਾ, ਇੱਦਾਂ ਦਾ ਕੋਈ ਗਲਤ ਬਿਆਨ ਕਰਕੇ ਕੋਈ ਜਿਹੜਾ ਹੈਗਾ ਅਫੈਂਸ ਹੋਣ ਦਿੰਦਾ ਹੈਗਾ, ਤਾਂ ਉਹਦੇ ਵਿੱਚ ਕੀ ਹੋਏਗਾ? ਜੇਕਰ ਕਿੰਨੀ ਸਜ਼ਾ ਹੋਏਗੀ ਉਸ ਵਿਅਕਤੀ ਨੂੰ? ਇਹਦੇ ਵਿੱਚ ਸਜ਼ਾ ਕਿੰਨੀ ਹੋਏਗੀ? ਜੇ ਤਾਂ ਅਫੈਂਸ ਕਮਿਟ ਹੋਇਆ ਤਾਂ 1/4 ਪਾਰਟ ਹੋਏਗਾ ਉਸ ਅਫੈਂਸ ਦਾ। ਇੱਥੇ ਦੇਖੋ ਪਹਿਲਾ ਜਿਹੜਾ ਕੇਸ ਸੀਗਾ ਸੈਕਸ਼ਨ 115 ਵਾਲਾ, 119 ਵਾਲਾ ਤੇ ਜਿੱਥੇ ਜਾਂ ਡੈਥ ਵਾਲਾ ਤੇ ਲਾਈਫ ਇੰਪ੍ਰਿਜ਼ਨਮੈਂਟ ਵਾਲਾ, ਉਹ ਆਪਾਂ ਛੱਡ ਕੇ ਤੇ ਇੱਥੇ ਗੱਲ ਕੀਤੀ ਹੈ ਇਕੱਲੀ ਇੰਪ੍ਰਿਜ਼ਨਮੈਂਟ ਦੀ। ਠੀਕ ਹੈ, ਕੋਈ ਬੰਦਾ ਕੰਸੀਲ ਕਰਦਾ ਹੈ ਕਿਸੇ ਪਲੈਨਿੰਗ ਨੂੰ ਜਾਣਬੁੱਝ ਕੇ, ਫੈਸਿਲਿਟੇਟ ਵੀ ਕਰਦਾ ਹੈ ਵਲੰਟਰਲੀ ਵੀ, ਤੇ ਵਿਦਆਊਟ ਕਿਸੇ ਪ੍ਰੈਸ਼ਰ ਤੋਂ ਕੋਈ ਐਕਟ ਵੀ ਕਰਦਾ ਜਾਂ ਓਮਿਸ਼ਨ ਵੀ ਕਰਦਾ ਹੈਗਾ, ਤਾਂ ਉਹਦੀ ਜਿਹੜੀ ਸਜ਼ਾ ਹੋਏਗੀ ਉਸ ਨੂੰ ਕਿੰਨੀ ਹੋਏਗੀ? ਜਿੰਨੀ ਉਸ ਅਫੈਂਸ ਦੀ ਸਜ਼ਾ ਹੁੰਦੀ ਹੈ। ਠੀਕ ਹੈ, ਇਫ ਅਫੈਂਸ ਕਮਿਟਡ, ਜੇ ਅਫੈਂਸ ਕਮਿਟ ਹੋ ਗਿਆ ਤਾਂ 1/4 ਪਾਰਟ ਹੋਏਗੀ, ਜੇ ਅਫੈਂਸ ਕਮਿਟ ਨਹੀਂ ਹੋਇਆ ਤਾਂ 1/8 ਪਾਰਟ ਹੋਏਗੀ। ਮਤਲਬ ਕਿ ਇਹ ਛੋਟੇ ਅਫੈਂਸਾਂ ਦੀ ਗੱਲ ਕਰ ਰਿਹਾ ਹੈ ਜਿਹਦੇ ਵਿੱਚ ਇਹਦੀ ਸਜ਼ਾ ਹੈਗੀ ਹੈ ਵੱਡੀ ਨਹੀਂ ਹੁੰਦੀ ਹੈਗੀ। ਦੈਨ ਹੈਗਾ ਸੈਕਸ਼ਨ 100, ਅਸੀਂ ਪੜਾਂਗੇ ਚੈਪਟਰ 5A। ਚੈਪਟਰ 5A ਕ੍ਰਿਮੀਨਲ ਕੌਨਸਪੀਰੇਸੀ। ਦੇਖੋ ਇਹ ਮਿਲਦੇ ਜੁਲਦੇ ਨੇ ਸਾਰੇ, ਅਬੈਟਮੈਂਟ ਹਾਂਜੀ, ਅੱਗੇ ਕ੍ਰਿਮੀਨਲ ਕੌਨਸਪੀਰੇਸੀ ਆ ਗਈ ਹੈ। ਅਬੈਟਮੈਂਟ ਤਾਂ ਡਾਇਰੈਕਟਲੀ ਤੌਰ ਤੇ ਅਸੀਂ ਅਬੈਟ ਕਰਦੇ ਸੀਗੇ ਅਫੈਂਸ ਕਮਿਟ ਕਰਨ ਵਾਲੇ ਨੂੰ, ਜਾਂ ਅਬੈਟ ਹੋਣ ਦਿੰਦੇ ਸੀਗੇ, ਜਾਂ ਅਫੈਂਸ ਕਮਿਟ ਹੋਣ ਦਿੰਦੇ ਸੀ ਚੁੱਪ ਕਰ ਜਾਂਦੇ ਸੀਗੇ। ਠੀਕ ਹੈ, ਹੁਣ ਆ ਗਿਆ ਜਿਹੜਾ ਚੈਪਟਰ ਹੈ 5A ਕ੍ਰਿਮੀਨਲ ਕੌਨਸਪੀਰੇਸੀ। ਇੱਥੇ ਡਾਇਰੈਕਟ ਗੱਲ ਕਰੀ ਗਈ ਹੈ ਵੀ ਜਿਹੜਾ ਕੋਈ ਵਿਅਕਤੀ ਹੈ ਉਹ ਕੋਈ ਸਾਜ਼ਿਸ਼ ਬਣਾਈ ਗਈ ਹੈ, ਉਸ ਸਾਜ਼ਿਸ਼ ਦੇ ਵਿੱਚ ਸ਼ਾਮਲ ਹੁੰਦਾ, ਖੁਦ ਸ਼ਾਮਲ ਹੁੰਦਾ ਹੈਗਾ। ਠੀਕ ਹੈ, ਮਤਲਬ ਕਿ ਅਫੈਂਸ ਕਮਿਟ ਕਰਨ ਦੇ ਵਿੱਚ ਖੁਦ ਸ਼ਾਮਲ ਹੁੰਦਾ ਹੈ, ਕੌਨਸਪੀਰੇਸੀ ਵਿੱਚ ਸ਼ਾਮਲ ਹੁੰਦਾ ਹੈ। ਉਹ ਜਿਹੜੀਆਂ ਸੈਕਸ਼ਨਸ ਇੱਥੇ ਹੈਗੀਆਂ ਨੇ, ਸੈਕਸ਼ਨ 120A। ਸੈਕਸ਼ਨ 120A ਦੇ ਵਿੱਚ ਦਿੱਤੀ ਗਈ, ਪਹਿਲਾਂ ਇਹਦੀ ਡੈਫੀਨੇਸ਼ਨ ਦਿੱਤੀ ਗਈ ਹੈ। ਕ੍ਰਿਮੀਨਲ ਕੌਨਸਪੀਰੇਸੀ ਕਿਸ ਨੂੰ ਕਿਸੇ ਕਹਿੰਦੇ ਆ, ਕੀ ਹੁੰਦੀ ਹੈ
ਕ੍ਰਿਮੀਨਲ ਕਨਸਪੀਰੇਸੀ। ਸਾਨੂੰ ਜਦੋਂ ਕੋਈ ਸੈਕਸ਼ਨ ਜਾਂ ਕੋਈ ਉਹਦੀ ਪੂਰੀ ਜਾਣਕਾਰੀ ਦੇ ਲਈ ਪਹਿਲਾਂ ਸਾਨੂੰ ਜਿਹੜੀ ਡੈਫੀਨੇਸ਼ਨ ਹੈ ਉਹ ਇੰਪੋਰਟੈਂਟ ਹੁੰਦੀ ਹੈ। ਡੈਫੀਨੇਸ਼ਨ ਦਾ ਸਾਨੂੰ ਪੂਰਾ ਪਤਾ ਹੋਣਾ ਚਾਹੀਦਾ ਵੀ ਡੈਫੀਨੇਸ਼ਨ ਕੀ ਹੈ ਇਸ ਵਰਡ ਦੀ। ਇਹ ਹੈ ਕ੍ਰਿਮੀਨਲ ਕਨਸਪੀਰੇਸੀ। ਇਹਦੇ ਦੇਖੋ ਇਸ ਤੋਂ ਹੀ ਪਤਾ ਚੱਲਦਾ ਹੈ ਕ੍ਰਿਮੀਨਲ ਕੋਈ ਕ੍ਰਾਈਮ ਕਮਿਟ ਕਰਨ ਦੀ ਖਾਤਰ, ਕੋਈ ਆਫੈਂਸ ਕਮਿਟ ਕਰਨ ਦੀ ਖਾਤਰ, ਕਨਸਪੀਰੇਸੀ ਸਾਜ਼ਿਸ਼, ਕੋਈ ਸਾਜ਼ਿਸ਼ ਰਚੀ ਜਾ ਰਹੀ ਹੋਵੇ। ਵੈਨ ਟੂ ਔਰ ਸਾਜ਼ਿਸ਼, ਇਕੱਲਾ ਬੰਦਾ ਤਾਂ ਦੇਖੋ ਸਾਜ਼ਿਸ਼ ਰਚੇਗਾ ਨਹੀਂ, ਇਕੱਲਾ ਬੰਦਾ ਤਾਂ ਆਫੈਂਸ ਕਮਿਟ ਕਰੇਗਾ। ਇੱਥੇ ਇਸ ਕਰਕੇ ਇਹ ਆ ਜਾਂਦਾ ਟੂ ਔਰ ਮੋਰ ਪਰਸਨਸ। ਠੀਕ ਹੈ ਜੀ। ਸਾਜ਼ਿਸ਼ ਤਾਂ ਦੋ ਬੰਦੇ ਜਾਂ ਚਾਰ ਬੰਦੇ ਜਾਂ ਤਿੰਨ ਬੰਦੇ ਪੰਜ ਬੰਦੇ ਰਲ ਕੇ ਹੀ ਕੋਈ ਰਚਦੇ ਨੇ। ਇਕੱਲਾ ਬੰਦਾ ਜੇ ਕੋਈ ਆਫੈਂਸ ਕਮਿਟ ਕਰਦਾ ਹੈ ਤਾਂ ਉਹਦੇ ਤੇ ਇਹ ਜਿਹੜੀ ਸੈਕਸ਼ਨ ਹੈ ਲਾਗੂ ਨਹੀਂ ਹੁੰਦੀ। when two or more persons agree to do or cause to be done, ਜਦ ਤਾਂ ਐਗਰੀ ਕਰ ਲੈ ਆਪਦੇ ਆਪ ਨੂੰ ਐਗਰੀ ਹੋ ਜਾਂਦੇ ਨੇ ਵੀ ਅਸੀਂ ਆਹ ਆਫੈਂਸ ਕਮਿਟ ਕਰਨਾ ਹੈ ਜਾਂ ਫਿਰ ਆਫੈਂਸ ਕਮਿਟ ਕਰ ਦਿੰਦੇ ਨੇ। ਠੀਕ ਹੈ। ਇਲੀਗਲ ਐਕਟ, ਗਲਤ ਕੰਮ ਕਰਕੇ, ਐਨ ਐਕਟ ਵਿਚ ਇਜ਼ ਨਾਟ ਇਲੀਗਲ ਬਾਈ ਇਲੀਗਲ ਮੀਨਸ, ਕੋਈ ਐਕਟ ਹੈ ਇਦਾਂ ਦਾ ਹੈਗਾ ਇਲੀਗਲ ਨਹੀਂ ਹੈਗਾ ਪਰ ਉਹ ਇਲੀਗਲ ਤਰੀਕੇ ਦੇ ਨਾਲ ਕੰਮ ਕਰਦੇ ਨੇ। ਠੀਕ ਹੈ। ਸੱਚ ਐਨ ਐਗਰੀਮੈਂਟ, ਜੋ ਉਹ ਪਾਰਟੀਆਂ ਆਪਸ ਸਮਝੌਤਾ ਕਰਦੀਆਂ ਨੇ, ਐਗਰੀ ਹੁੰਦੀਆਂ ਨੇ, ਉਸ ਜਿਹੜਾ ਐਗਰੀਮੈਂਟ ਹੈਗਾ ਕਾਲਡ ਕ੍ਰਿਮੀਨਲ ਕਨਸਪੀਰੇਸੀ। ਠੀਕ ਹੈ। ਉਸ ਐਸੇ ਕੰਮ ਨੂੰ, ਐਸੀ ਸਾਜ਼ਿਸ਼ ਨੂੰ ਜੋ ਕੋਈ ਵਿਅਕਤੀ ਗਲਤ ਕੰਮ ਕਰਨ ਦੀ ਖਾਤਰ, ਦੋ ਜਾਂ ਦੋ ਤੋਂ ਵੱਧ ਵਿਅਕਤੀ ਇਕੱਠੇ ਹੋ ਕੇ ਕੋਈ ਕ੍ਰਾਈਮ ਕਮਿਟ ਕਰਨ ਦੀ ਖਾਤਰ ਕੋਈ ਪਲੈਨਿੰਗ ਬਣਾਉਂਦੇ ਨੇ। ਠੀਕ ਹੈ। ਪਲਾਨ ਕਮਿਟ ਕਰਦੇ ਨੇ ਤੇ ਐਸੇ ਜਾਂ ਕੋਈ ਐਕਟ ਕਰਦੇ ਨੇ ਜਾਂ ਕੋਈ ਓਮਿਸ਼ਨ ਕਰਦੇ ਨੇ। ਠੀਕ ਹੈ। ਤਾਂ ਐਸੇ ਪਲੈਨਿੰਗ ਨੂੰ ਅਸੀਂ ਜਿਹੜੀ ਹੈਗੀ ਹੈ ਕ੍ਰਿਮੀਨਲ ਕਨਸਪੀਰੇਸੀ ਕਹਿੰਦੇ ਆ। ਦੈਨ ਹੈਗਾ ਸੈਕਸ਼ਨ 120 ਵੀ। ਬਹੁਤ ਇੰਪੋਰਟੈਂਟ ਸੈਕਸ਼ਨ ਹੈ ਜੀ। ਮੈਕਸਿਮਮ ਯੂਟਿਲਾਈਜ਼ ਹੁੰਦਾ ਹੈਗਾ ਕ੍ਰਾਈਮ ਦੇ ਕੇਸਾਂ ਦੇ ਵਿੱਚ। ਜਿੰਨੀਆਂ ਵੀ FIRs ਲੌਜ਼ ਹੁੰਦੀਆਂ, ਜਿੱਥੇ ਕਿਤੇ ਕੋਈ ਕਿਸੇ ਦਾ ਕੋਈ ਸੱਟ ਲੱਗੀ ਹੈ, ਗਰੀਵੀ ਸੱਟ ਹੁੰਦੀ ਹੈ, ਠੀਕ ਹੈ ਜੀ, ਕੋਈ ਮਰਡਰ ਹੁੰਦਾ ਹੈਗਾ, ਕੋਈ ਡਕੈਤੀ ਦਾ ਕੇਸਿਸ ਹੁੰਦਾ ਹੈ, ਉਹਨਾਂ ਸੈਕਸ਼ਨਾਂ ਦੇ ਵਿੱਚ ਮੈਕਸਿਮਮ ਤੌਰ ਤੇ ਜਿਹੜੀ 120 ਸੈਕਸ਼ਨ ਲਗਾਈ ਜਾਂਦੀ ਹੈ। ਪਨਿਸ਼ਮੈਂਟ ਆਫ ਕ੍ਰਿਮੀਨਲ ਕਨਸਪੀਰੇਸੀ। ਇੱਥੇ ਪਨਿਸ਼ਮੈਂਟ ਦੀ ਗੱਲ ਕੀਤੀ ਗਈ ਹੈ। ਉੱਪਰ ਡੈਫੀਨੇਸ਼ਨ ਦਿੱਤੀ ਸੀ ਕ੍ਰਿਮੀਨਲ ਕਨਸਪੀਰੇਸੀ ਕੀ ਹੁੰਦੀ ਹੈ। ਇੱਥੇ ਪਨਿਸ਼ਮੈਂਟ ਦੀ ਗੱਲ ਕੀਤੀ ਗਈ ਹੈ ਵੀ ਜੇ ਕੋਈ ਕ੍ਰਿਮੀਨਲ ਕਨਸਪੀਰੇਸੀ ਦੇ ਵਿੱਚ ਕੋਈ ਸ਼ਾਮਲ ਹੁੰਦਾ ਹੈਗਾ ਤਾਂ ਉਹਦੀ ਕਿੰਨੀ ਹੋਏਗੀ, ਉਹਨੂੰ ਸਜ਼ਾ ਕਿੰਨੀ ਹੋਏਗੀ, ਪਨਿਸ਼ਮੈਂਟ ਕਿੰਨੀ ਹੋਏਗੀ। whoever is a party of the criminal conspiracy, ਜਦੋਂ ਕੋਈ ਵਿਅਕਤੀ ਕਿਸੇ ਕਨਸਪੀਰੇਸੀ ਦੇ ਵਿੱਚ, ਕਿਸੇ ਸਾਜ਼ਿਸ਼ ਦੇ ਵਿੱਚ ਸ਼ਾਮਲ ਹੁੰਦਾ ਹੈਗਾ ਤਾਂ ਉਹਨੂੰ ਕੀ ਹੋਏਗਾ। ਇਫ ਅਫੈਂਸ ਪਨਿਸ਼ੇਬਲ ਵਿਦ ਡੈਥ, ਦੇਖੋ ਅਲੱਗ-ਅਲੱਗ ਜਿਹੜਾ ਇੱਥੇ ਦਰਸਾਇਆ ਗਿਆ ਹੈਗਾ, ਜੇ ਤਾਂ ਉਹ ਜਿਹੜਾ ਅਫੈਂਸ ਹੈਗਾ ਉਹ ਪਨਿਸ਼ੇਬਲ ਵਿਦ ਡੈਥ ਹੈਗਾ, ਜਿਹੜਾ ਅਫੈਂਸ ਕਮਿਟ ਕੀਤਾ ਜਾਣਾ ਉਸ ਸਾਜ਼ਿਸ਼ ਦੇ ਅਧੀਨ। ਠੀਕ ਹੈ। ਜੇ ਉਹਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਫਿਰ ਇੰਪ੍ਰਿਜ਼ਨਮੈਂਟ ਫॉर ਲਾਈਫ ਹੈ ਜਾਂ ਉਮਰ ਕੈਦ ਹੋ ਸਕਦੀ ਹੈ। ਪਨਿਸ਼ਮੈਂਟ ਆਫੈਂਸ ਕਰਨ ਵਾਲੇ ਵਿਅਕਤੀ ਨੂੰ ਜਾਂ ਤਾਂ ਮੌਤ ਹੋ ਸਕਦੀ ਹੈ ਜਾਂ ਉਹਦੀ ਜਿਹੜੀ ਸਜ਼ਾ ਹੈਗੀ ਹੈ ਉਮਰ ਕੈਦ ਹੋ ਸਕਦੀ ਹੈ ਜਾਂ ਫਿਰ ਰਿਗਰਸ ਇੰਪ੍ਰਿਜ਼ਨਮੈਂਟ 2 ਇਅਰਸ ਔਰ ਅਪਵਰਡ, ਜਾਂ 2 ਸਾਲ ਤੋਂ ਜਾਂ 2 ਸਾਲ ਤੋਂ ਵੱਧ ਉਸਨੂੰ ਰਿਗਰਸ ਸਖਤ ਜਿਹੜੀ ਸਜ਼ਾ ਹੋ ਸਕਦੀ ਹੈ। ਤਾਂ ਜਿਹੜੀ ਹੈਗੀ ਹੈ punished in same manner as if he had abetted the offense, ਉਹਨੂੰ ਉਸ ਤਰੀਕੇ ਦੇ ਨਾਲ ਪਨਿਸ਼ਮੈਂਟ ਕੀਤੀ ਜਾਵੇਗੀ ਜਿਵੇਂ ਆਪਾਂ ਉੱਪਰ ਅਬੈਟਮੈਂਟ ਦੇ ਜਿਹੜੇ ਸੈਕਸ਼ਨ ਪੜ੍ਹ ਕੇ ਹਟੇ ਹਾਂ ਉਹਦੇ ਅਕੋਰਡਿੰਗ ਜਿਹੜੀ ਸਜ਼ਾ ਹੈਗੀ ਆ। ਕ੍ਰਿਮੀਨਲ ਕਨਸਪੀਰੇਸੀ ਦੀ ਕੋਈ ਬੰਦਾ ਸਾਜ਼ਿਸ਼ ਵਿੱਚ ਹਾਜ਼ਰ ਹੁੰਦਾ ਹੈਗਾ ਤਾਂ ਉਸ ਨੂੰ ਜਿਹੜੀ ਸਜ਼ਾ ਹੈਗੀ ਆ, ਇਹਨੇ ਅੱਗੇ ਗੱਲ ਖਤਮ ਕਰ ਦਿੱਤੀ ਵੀ ਜਿਵੇਂ ਅਬੈਟਮੈਂਟ ਦੇ ਕੇਸਾਂ ਦੀ ਸਜ਼ਾ ਹੁੰਦੀ ਹੈ ਉਵੇਂ ਹੀ ਇਹਨਾਂ ਵਿਅਕਤੀਆਂ ਨੂੰ ਵੀ ਜਿਹੜੀ ਸਜ਼ਾ ਹੈਗੀ ਹੈ ਅਬੈਟਮੈਂਟ ਦੀ ਤਰ੍ਹਾਂ ਹੀ ਸਜ਼ਾ ਇਹਨਾਂ ਨੂੰ ਵਿਅਕਤੀ ਨੂੰ ਹੋਏਗੀ ਜਿਹੜੇ ਕ੍ਰਿਮੀਨਲ ਕਨਸਪੀਰੇਸੀ ਦੇ ਵਿੱਚ ਸ਼ਾਮਲ ਹੁੰਦੇ ਨੇ। ਨੈਕਸਟ ਚੈਪਟਰ ਹੈਗਾ ਜੀ, ਇਹਦੇ ਵਿੱਚ ਫਿਰ ਇਹ ਗੱਲ ਕਰੀ ਸੀ ਉਹਨੇ ਪਹਿਲਾਂ ਮੌਤ ਦੀ। ਦੈਨ ਹੈਗਾ whoever is a party of the criminal conspiracy other than, ਜਿਹੜੇ ਉੱਪਰਲੇ ਕੇਸ ਸੀਗੇ 2 ਸਾਲ ਜਾਂ 2 ਸਾਲ ਤੋਂ ਉੱਪਰ ਤੱਕ ਦੀ ਜਿਹੜੀ ਸਜ਼ਾ ਸੀਗੀ ਉਸ ਅਫੈਂਸ ਵਿੱਚ ਹੋ ਸਕਦੀ ਸੀਗੀ। ਤਾਂ ਜਿਹੜੀ ਤਾਂ ਉਹਨੇ ਕਿਹਾ ਗੱਲ ਕੀਤੀ ਹੈ ਵੀ ਅਬੈਟਮੈਂਟ ਦੇ ਮੁਤਾਬਕ ਸਜ਼ਾ ਹੋਏਗੀ, ਪਰ ਜਿੱਥੇ ਕਿਤੇ ਛੋਟੀਆਂ ਸਜ਼ਾਵਾਂ ਹੋ ਸਕਦੀਆਂ ਨੇ, ਛੋਟੀਆਂ 2 ਸਾਲ ਤੋਂ ਘੱਟ ਕੋਈ ਇਦਾਂ ਦਾ ਅਫੈਂਸ ਹੈਗਾ ਜਿਹਦੇ ਵਿੱਚ ਕੋਈ ਵਿਅਕਤੀ ਸ਼ਾਮਲ ਹੁੰਦਾ ਉਸ ਕ੍ਰਿਮੀਨਲ ਕਨਸਪੀਰੇਸੀ ਵਿੱਚ ਸ਼ਾਮਲ ਹੁੰਦਾ ਹੈਗਾ ਤਾਂ 2 ਸਾਲ ਤੋਂ ਘੱਟ ਸਜ਼ਾ ਜਿਹੜੇ ਕੇਸਾਂ 'ਚ ਹੋ ਸਕਦੀ ਹੋਵੇ ਤਾਂ ਇੱਥੇ ਸਪੈਸੀਫਿਕ ਕਰਦਾ। ਤਾਂ ਜੇ ਕੋਈ ਉਹ ਵਿਅਕਤੀ ਸ਼ਾਮਲ ਹੈਗਾ ਕਨਸਪੀਰੇਸੀ ਦੇ ਵਿੱਚ ਤਾਂ ਜਿਹੜੀ ਉਹਨੂੰ ਸਜ਼ਾ ਹੋਣੀ ਹੈ ਤਾਂ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। ਸੈਕਸ਼ਨ 120B ਦਾ ਸਬ ਸੈਕਸ਼ਨ 2। ਨੈਕਸਟ ਅਸੀਂ ਪੜਾਂਗੇ
चैप्टर 8 ऑफेंस अगेंस्ट पब्लिक ट्रैंक्विलिटी। पब्लिक ट्रैंक्विलिटी मतलब कि सरकारी बिल्डिंगां, सरकारी पब्लिक आम जनता ਦੇ ਜਿਹੜੇ ਸਥਾਨ ਹੁੰਦੇ ਨੇ, ਸਕੂਲ ਕਾਲਜ ਵਗੈਰਾ ਵਗੈਰਾ, ਠੀਕ ਹੈ, ਉਹਨਾਂ ਦੇ ਨੁਕਸਾਨ ਕਰਨ ਦੀ ਖਾਤਰ ਅਫੈਂਸ ਜਿਹੜੇ ਹੁੰਦੇ ਨੇ, ਕੋਈ ਜਿਵੇਂ ਅਨਲॉफुल ਅਸੈਂਬਲੀ, ਸੈਕਸ਼ਨ 141 ਤੁਹਾਡੀ ਆਮ ਤੌਰ ਤੇ ਡਿਊਟੀ ਲੱਗੇਗੀ ਜਦੋਂ ਤੁਸੀਂ ਐਜ਼ ਏ ਰੈਵਨਿਊ ਆਫੀਸਰ ਬੀਇੰਗ ਐਗਜ਼ੈਕਟਿਵ ਮੈਜਿਸਟ੍ਰੇਟ ਕੰਮ ਕਰੋਗੇ, ਜਿਹੜਾ ਇਹ ਸੈਕਸ਼ਨ 141 ਹੈਗਾ, ਠੀਕ ਹੈ, ਇਹ ਬਹੁਤ ਯੂਟਿਲਾਈਜ਼ ਹੋਏਗਾ ਜਦੋਂ ਵੀ ਪੁਲਿਸ ਆਫੀਸਰ ਦੇ ਨਾਲ ਤੁਹਾਡੀ ਡਿਊਟੀ ਲੱਗਦੀ ਹੈ। ਇਸ ਸੈਕਸ਼ਨ ਦੇ ਤਹਿਤ ਹੀ ਤੁਹਾਡੀ ਡਿਊਟੀ ਲੱਗਦੀ ਹੈ ਜ਼ਿਆਦਾਤਰ, ਮੈਕਸਿਮਮ, ਠੀਕ ਹੈ। ਪਰ ਤੁਹਾਨੂੰ ਉੱਥੇ ਕੀ ਹੁੰਦਾ ਹੈ, ਤੁਹਾਨੂੰ ਆਪਣੇ ਜਿਹੜੇ ਅਧਿਕਾਰ ਹੁੰਦੇ ਨੇ, ਆਪਣੇ ਤੁਹਾਡੀਆਂ ਪਾਵਰਸ ਜਿਹੜੀਆਂ ਹੁੰਦੀਆਂ ਨੇ, ਠੀਕ ਹੈ, ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈਗੀ ਹੈ। ਜੇ ਜਾਣਕਾਰੀ ਨਹੀਂ ਹੈਗੀ ਤਾਂ ਫਿਰ ਤੁਸੀਂ ਉੱਥੇ ਜਿਵੇਂ ਵੀ ਤੁਹਾਨੂੰ ਕੋਈ ਕਹਿੰਦਾ ਹੈਗਾ ਪੁਲਿਸ ਆਫੀਸਰ, ਉਹਦੇ ਅਕੋਰਡਿੰਗ ਤੁਹਾਨੂੰ ਕੰਮ ਕਰਨਾ ਹੁੰਦਾ ਹੈ। ਪਰ ਇਹ ਬਹੁਤ ਜ਼ਰੂਰੀ ਹੈਗਾ, ਸੈਕਸ਼ਨ 141 142 3 4 5 ਇਹਦੀ ਜਿਹੜੀ ਜਾਣਕਾਰੀ ਹੋਣੀ ਹੈ ਐਜ਼ ਐਗਜ਼ੈਕਟਿਵ ਮੈਜਿਸਟ੍ਰੇਟ ਨੂੰ। ਤੁਹਾਡੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੁੰਦੀ ਹੈ। ਕਈ ਵਾਰੀ 5-5 ਹਜ਼ਾਰ 10-10 ਹਜ਼ਾਰ ਬੰਦੇ ਦੇ ਇਕੱਠ ਹੁੰਦੇ ਨੇ, ਠੀਕ ਹੈ। ਉਹਨਾਂ ਇਕੱਠਾਂ ਨੂੰ ਹੋਲਡ ਕਰਨ ਦੀ ਖਾਤਰ ਜਿਹੜੀ ਡਿਊਟੀਆਂ ਲੱਗਦੀਆਂ ਨੇ ਪੁਲਿਸ ਆਫੀਸਰ ਦੀਆਂ, ਤੁਹਾਡੇ ਨਾਲ SHO DSP ਵਗੈਰਾ ਵੀ ਹੁੰਦੇ ਆ, ਕਾਫੀ ਸੀਨੀਅਰ ਆਫੀਸਰ ਦੇ ਨਾਲ ਤੁਹਾਡੀ ਡਿਊਟੀ ਲੱਗਦੀ ਹੈ। ਕਈ ਵਾਰੀ SP ਰੈਂਕ ਦੇ ਆਫੀਸਰ ਵੀ ਹੁੰਦੇ ਆ, ਉੱਥੇ ਵੀ ਤੁਹਾਡੀ ਡਿਊਟੀ ਲੱਗਦੀ ਹੈ। ਤੁਹਾਡੇ ਨਾਲ ਕੰਸਲਟ ਕਰਕੇ ਹੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ। ਪਰ ਤੁਹਾਨੂੰ ਆਪਣੇ ਜਿਹੜੇ ਪਾਵਰਸ ਹੁੰਦੀਆਂ ਨੇ, ਇਹਨਾਂ ਬਾਰੇ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਅਨਲॉफुल ਅਸੈਂਬਲੀ ਨੂੰ ਕਿਵੇਂ ਡਿਸਪਰਸ ਕੀਤਾ ਜਾਂਦਾ ਹੈ, ਕਿਹੜੇ ਐਕਸ਼ਨ ਲਏ ਜਾਂਦੇ ਨੇ, ਪਹਿਲਾਂ ਕਿਹੜਾ ਐਕਸ਼ਨ ਲਿਆ ਜਾਂਦਾ, ਫਿਰ ਕਿਹੜਾ ਐਕਸ਼ਨ ਲਿਆ ਜਾਂਦਾ ਹੈ। ਡਾਇਰੈਕਟਲੀ ਥੋੜਾ ਵੀ ਡਾਇਰੈਕਟਲੀ ਲਾਠੀ ਚਾਰਜ ਕਰ ਦੋਗੇ ਤੁਸੀਂ, ਤੁਹਾਡੇ ਆਰਡਰ ਦੇ ਵਿੱਚ ਤੁਹਾਡੇ ਤੋਂ ਆਰਡਰ ਲੈ ਕੇ ਹੀ ਜਿਹੜੀ ਪੁਲਿਸ ਆਫੀਸਰ ਹੁੰਦੇ ਨੇ ਤੁਹਾਡੇ ਤੋਂ ਰਿਟਰਨ ਦੇ ਵਿੱਚ ਆਰਡਰ ਲੈ ਕੇ ਜਿਹੜੀ ਕਾਰਵਾਈ ਕਰਦੇ ਨੇ। ਮੇ ਵੀ ਪ੍ਰੈਕਟੀਕਲੀ ਜਿਵੇਂ ਵੀ ਹੁੰਦਾ ਹੈਗਾ, ਉਹ ਵੱਖਰੀ ਗੱਲ ਹੈ। ਪਰ ਤੁਹਾਡੇ ਤੋਂ ਜਿਹੜੇ ਆਰਡਰ ਨੇ ਲਏ ਜਾਂਦੇ ਨੇ ਜਦੋਂ ਕੋਈ ਇਦਾਂ ਦੀਆਂ ਜਿਹੜੀਆਂ ਅਸੈਂਬਲੀਆਂ ਹੁੰਦੀਆਂ, ਅਨਲॉफुल ਅਸੈਂਬਲੀ ਨੂੰ ਡਿਸਪਰਸ ਕਰਨਾ ਹੁੰਦਾ, ਖਦੇੜਨਾ ਹੁੰਦਾ, ਠੀਕ ਹੈ। ਉੱਥੇ ਤੁਹਾਡੀ ਬਹੁਤ ਵੱਡੀ ਅਹਿਮ ਰੋਲ ਹੁੰਦਾ, ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਉੱਥੇ ਤੁਸੀਂ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ, ਕਿਸੇ ਵੀ ਤਰ੍ਹਾਂ ਦੀ ਕੋਈ ਮਤਲਬ ਆਰਡਰ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਪਬਲਿਕ ਨੂੰ ਤੁਸੀਂ ਮਤਲਬ ਸਪੀਕਰ ਦੇ ਉੱਪਰ ਵਾਰਨ ਕਰਨਾ ਹੁੰਦਾ ਹੈ, ਠੀਕ ਹੈ, ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤਾਂ ਪਬਲਿਕ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਫਰਦਰ ਕਾਰਵਾਈ ਕੀ ਹੋਏਗੀ, ਠੀਕ ਹੈ। ਤੁਹਾਨੂੰ ਸਪੀਕਰ ਤੇ ਵਾਰਨਿੰਗ ਦੇਣੀ ਹੁੰਦੀ ਹੈ ਇੱਦਾਂ ਦੇ ਕੇਸਾਂ ਦੇ ਵਿੱਚ। ਮਤਲਬ ਡਾਇਰੈਕਟਲੀ ਤੌਰ ਤੇ ਕੋਈ ਆਰਡਰ ਇੱਦਾਂ ਦਾ ਨਹੀਂ ਕਰਨਾ ਹੁੰਦਾ ਵੀ ਜਿਹਦਾ ਹੈਗਾ ਬਾਅਦ ਦੇ ਵਿੱਚ ਪ੍ਰੋਬਲਮ ਕ੍ਰੀਏਟ ਹੋਵੇ। ਤੇ ਨਾਲ ਹੀ ਨਾਲ ਜਿਹੜਾ ਹੈਗਾ ਤੁਹਾਡੇ ਆਪਦੇ ਸੀਨੀਅਰ ਆਫੀਸਰ ਦੇ ਨਾਲ ਤੁਹਾਡਾ ਮਿੰਟ ਤੇ ਜਿਹੜਾ ਹੈਗਾ ਰਾਬਤਾ ਕਾਇਮ ਹੋਣਾ ਚਾਹੀਦਾ ਹੈ। ਜੇ ਤੁਹਾਡੇ ਡਾਇਰੈਕਟ SDM ਸਾਹਿਬ ਹੋਣ, ਚਾਹੇ ਜਿਹਦੇ ਅੰਡਰ ਤੁਸੀਂ ਕੰਮ ਕਰਨਾ, ਡਾਇਰੈਕਟਲੀ ਜੇ ਕੋਈ ਜ਼ਿਆਦਾ ਗੰਭੀਰ ਮਸਲਾ ਹੈਗਾ ਤਾਂ ਤੁਸੀਂ ਸਿੱਧੇ ਹੀ ਜਿਹੜੇ ਦੇ ਮੈਜਿਸਟ੍ਰੇਟ ਦੇ ਨਾਲ ਗੱਲ ਕਰ ਸਕਦੇ ਹੋ। ਇੱਦਾਂ ਦੇ ਜਿਹੜੇ ਹੈਗੇ ਨੇ ਕੇਸ ਨੇ, ਪਰ ਤੁਹਾਨੂੰ ਜਿਹੜੀ ਜਾਣਕਾਰੀ ਹੈਗੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ। ਤੇ ਰੈਗੂਲਰ ਤੁਹਾਡੇ ਡਿਊਟੀ ਦੇ ਵਿੱਚ ਤੁਹਾਡੀ ਜਿੰਨੀ ਦੇਰ ਤੁਸੀਂ ਬੀਇੰਗ ਆਫੀਸਰ, ਰੈਵਨਿਊ ਆਫੀਸਰ ਕੰਮ ਕਰਨਾ ਹੈਗਾ, ਤੁਹਾਨੂੰ ਰੋਜ਼ ਹੀ ਲਗਭਗ ਇਹ ਜਿਹੜਾ ਸੈਕਸ਼ਨ ਹੁੰਦੇ ਨੇ ਯੂਟਿਲਾਈਜ਼ ਜਾਂਦੇ ਨੇ। ਤੇ ਰੋਜ਼ ਧਰਨੇ ਮੁਜ਼ਾਹਰੇ, ਠੀਕ ਹੈ, ਪ੍ਰੋਟੈਸਟ ਹੁੰਦੇ ਨੇ ਤੇ ਤੁਹਾਡੀਆਂ ਰੈਗੂਲਰ ਡਿਊਟੀਆਂ ਲੱਗਦੀਆਂ ਰਹਿੰਦੀਆਂ ਨੇ। ਤੇ ਅਸੀਂ ਗੱਲ ਕਰਾਂਗੇ ਸੈਕਸ਼ਨ 141 ਦੀ, ਵੈਰੀ ਇੰਪੋਰਟੈਂਟ ਸੈਕਸ਼ਨ, ਅਨਲॉफुल ਅਸੈਂਬਲੀ। ਅਨਲॉफुल ਅਸੈਂਬਲੀ ਕੀ ਹੁੰਦੀ ਹੈ? ਦੇਖੋ ਸੈਕਸ਼ਨ 141 ਹੈਗਾ, ਵੈਰੀ ਇੰਪੋਰਟੈਂਟ ਹੈ। ਅਨਲॉफुल ਅਸੈਂਬਲੀ ਕੀ ਹੁੰਦੀ ਹੈ? ਅਨਲॉफुल, ਦੇਖੋ ਇਹਦੇ ਵਰਡ ਤੋਂ ਯੂਜ਼ ਕਰੋ ਪਹਿਲਾਂ। ਅਨਲॉफुल, ਲਾਫੁਲ ਹੀ ਨਹੀਂ ਹੈਗੀ, ਅਨਲॉफुल ਹੈਗੀ ਹੈ। ਅਸੈਂਬਲੀ ਭੀੜ ਹੈ ਇਕੱਠੀ ਹੋਈ, ਠੀਕ ਹੈ, ਗੈਰ ਕਾਨੂੰਨੀ ਤੌਰ ਤੇ ਜਦੋਂ ਕੋਈ ਭੀੜ ਇਕੱਠੀ ਹੋ ਜਾਂਦੀ ਹੈ। ਕਿਹੜੀ ਭੀੜ? 5 ਔਰ ਮੋਰ ਦੈਨ 5 ਪਰਸਨਸ, ਘੱਟੋ ਘੱਟ 5 ਵਿਅਕਤੀ ਹੋਣੇ ਚਾਹੀਦੇ ਨੇ। ਅਨਲॉफुल ਅਸੈਂਬਲੀ ਤਾਂ ਕਹਾਂਦੀ ਹੈ ਜੇ 5 ਜਾਂ 5 ਤੋਂ ਵੱਧ ਵਿਅਕਤੀ, ਕਿੰਨੇ ਵੀ ਹੋ ਸਕਦੇ ਨੇ, ਉਹ 5000 ਵੀ ਹੋ ਸਕਦਾ ਹੈ, 500 ਵੀ ਹੋ ਸਕਦਾ ਹੈ, 100 ਵੀ ਹੋ ਸਕਦਾ ਹੈ। ਕਾਮਨ ਆਬਜੈਕਟ ਜਦੋਂ ਉਹਨਾਂ ਦਾ ਇੱਕ ਹੋਵੇ, ਵਿਦ ਕਾਮਨ ਆਬਜੈਕਟ ਇੱਕ ਹੋਵੇ, ਠੀਕ ਹੈ, ਇੱਕ ਮਕਸਦ ਦੇ ਲਈ ਇਕੱਠੇ ਹੋਏ ਹੋਣ, ਠੀਕ ਹੈ। ਪਰ ਇਹ ਆਪਾਂ ਹਮੇਸ਼ਾ ਹੀ ਜਿਹੜੀ ਅਸੈਂਬਲੀ ਹੁੰਦੀ ਹੈ, ਅਸੈਂਬਲੀ ਨੂੰ ਅਨਲॉफुल ਨਹੀਂ ਕਹਿ ਸਕਦੇ। ਅਸੈਂਬਲੀ ਜਿਹੜੀ ਉਹ ਹੁੰਦੀ ਹੈ, 5 ਜਾਂ 5 ਤੋਂ ਵਿਅਕਤੀ ਵੱਧ ਹੁੰਦੇ ਨੇ, ਆਪਦਾ ਪੀਸਫੁਲ ਪ੍ਰੋਟੈਸਟ ਕਰ ਸਕਦੇ ਨੇ, ਉਦੋਂ ਅਸੀਂ ਅਸੈਂਬਲੀ ਨੂੰ ਅਨਲॉफुल ਨਹੀਂ ਕਹਿ ਸਕਦੇ। ਅਨਲॉफुल ਅਸੈਂਬਲੀ ਉਦੋਂ ਬਣਦੀ ਹੈ ਜਦੋਂ ਸਬਸੀਕੁਐਂਟਲੀ ਇਕੱਠੇ ਹੋ ਕੇ ਉਸ ਤੋਂ ਬਾਅਦ ਕੋਈ ਉਹ ਇੱਦਾਂ ਦੀ ਕਾਰਵਾਈ ਕਰਦੇ ਜਿਹੜੀ ਲਾਫੁਲ ਨਹੀਂ ਹੈਗੀ, ਤਦ ਉਹ ਜਿਹੜੀ ਅਸੈਂਬਲੀ ਹੈ ਅਨਲॉफुल ਬਣ ਜਾਂਦੀ ਹੈ। ਵੈਸੇ ਤਾਂ ਜੇ ਕੋਈ ਸਾਡਾ ਜਿਹੜਾ ਕੰਸਟੀਟਿਊਸ਼ਨ ਹੈਗਾ ਉਹ ਆਪਣਾ ਪ੍ਰੋਟੈਸਟ, ਪੀਸਫੁਲ ਪ੍ਰੋਟੈਸਟ ਕਰਨ ਦੇ ਲਈ ਇਜਾਜ਼ਤ ਦਿੰਦਾ ਹੈ ਹਰ ਵਿਅਕਤੀ ਨੂੰ। ਕੋਈ ਵੀ ਕਲਾਸ ਹੈ, ਕੋਈ ਵੀ ਸਰਕਾਰੀ ਇੰਪਲਾਈਜ਼ ਨੇ, ਕੋਈ ਵੀ ਵਿਅਕਤੀ ਹੈਗੇ ਨੇ, ਆਪਦੇ ਕਿਸੇ ਕੰਮ ਦੇ ਲਈ, ਆਪਦੇ ਕਿਸੇ ਜਿਹੜੇ ਰਾਈਟਸ ਹੈਗੇ ਨੇ, ਰਾਈਟਸ ਦੀ ਖਾਤਰ, ਰਾਈਟਸ ਨੂੰ ਪੂਰੇ ਕਰਨ ਦੀ ਖਾਤਰ ਸਰਕਾਰ ਦੇ ਵੀ ਆਪਣਾ ਪ੍ਰੋਟੈਸਟ ਕਰਨ ਦੀ ਖਾਤਰ ਇਕੱਠੇ ਹੋ ਸਕਦੇ ਨੇ। ਉਦੋਂ ਉਹ ਜਿਹੜੀ ਅਸੈਂਬਲੀ ਹੈ ਉਹ ਅਨਲॉफुल ਨਹੀਂ ਹੁੰਦੀ, ਉਦੋਂ ਅਸੈਂਬਲੀ ਹੈ ਉਹ ਲਾਫੁਲ ਹੁੰਦੀ ਹੈ। ਬਟ ਆਫਟਰ
ਸਬਸੀਕੁਐਂਟਲੀ ਉਹ ਜਿਹੜੀ ਅਸੈਂਬਲੀ ਹੈ ਉਹ ਅਨਲਾਫੁਲ ਬਣ ਸਕਦੀ ਹੈ ਉਹਨਾਂ ਦੇ ਕੰਮ ਦੇ ਆਧਾਰ ਦੇ ਉੱਪਰ। ਜਦੋਂ ਕੋਈ ਉਹ ਗਲਤ ਕੰਮ ਕਰਦੇ ਆ, ਕੋਈ offense ਕਮਿਟ ਕਰਦੇ ਆ, ਕਿਸੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਗੱਲ ਕਰਦੇ ਆ, ਕੰਮ ਕਰਦੇ ਆ, ਜਾਂ ਕਿਸੇ ਡਿਊਟੀ ਹੋਲਡਰ ਜਿਹੜੇ ਉੱਤੇ ਆਫੀਸਰਸ ਨੇ ਔਨ ਡਿਊਟੀ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਕੋਈ ਕੰਮ ਕਰਦੇ ਨੇ, ਕੋਈ ਤੋੜ-ਫੋੜ ਕਰਦੇ ਨੇ, ਤਾਂ ਜਿਹੜੀ ਉਹ ਅਸੈਂਬਲੀ ਹੈ ਅਨਲਾਫੁਲ ਬਣ ਜਾਂਦੀ ਹੈ। ਇਹਦੇ ਵਿੱਚ ਕੀ ਹੈ, 4-5 ਪੁਆਇੰਟ ਦਿੱਤੇ ਹੈਗੇ ਨੇ ਕੀ ਉਹ ਐਕਟ ਕਰਦੀ ਹੈ ਜਿਹੜੀ ਅਸੈਂਬਲੀ ਜਦੋਂ ਅਨਲਾਫੁਲ ਬਣਦੀ ਹੈ, ਕਿਹੜੇ ਉਹਦੇ ਵੱਲੋਂ ਕੰਮ ਕੀਤੇ ਜਾਂਦੇ ਨੇ। ਠੀਕ ਹੈ, ਪਹਿਲਾ ਹੈਗਾ ਫਸਟਲੀ ਤੌਰ ਤੇ ਟੂ ਓਵਰਾ ਕੀ ਹੈ, ਰੋਕਣਾ ਸਰ, ਰੋਕਣਾ। ਹਾਂਜੀ ਪੜੋ। ਫਸਟਲੀ ਤੌਰ ਤੇ ਕੀ ਹੈਗਾ, ਟੂ ਓਵਰਾ ਬਾਈ ਦਾ ਕ੍ਰਿਮੀਨਲ ਫੋਰਸ, ਜਾਂ ਤਾਂ ਆਪਣੀ ਕ੍ਰਿਮੀਨਲ ਫੋਰਸ ਦੇ ਰਾਹੀਂ ਜਾਂ ਆਪਣੀ ਸ਼ੋਅ ਆਫ ਕ੍ਰਿਮੀਨਲ ਫੋਰਸ ਦੇ ਰਾਹੀਂ। ਠੀਕ ਹੈ, ਕਿਸੇ ਵੀ ਸੈਂਟਰਲ ਗਵਰਨਮੈਂਟ ਦਾ ਕੋਈ ਇੰਪਲਾਈ ਹੋਵੇ ਜਾਂ ਸਟੇਟ ਗਵਰਨਮੈਂਟ ਦਾ ਕੋਈ ਇੰਪਲਾਈ ਹੋਵੇ ਜਾਂ ਪਾਰਲੀਮੈਂਟ ਦਾ ਕੋਈ ਆਫੀਸਰ ਹੋਵੇ ਜਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਵਿਧਾਨ ਸਭਾ ਦਾ ਕੋਈ ਆਫੀਸਰ ਹੋਵੇ। ਠੀਕ ਹੈ, ਜਾਂ ਕੋਈ ਪਬਲਿਕ ਸਰਵੈਂਟ ਹੋਵੇ, ਜਦੋਂ ਉਹ ਆਪਣੀ ਕੋਈ ਡਿਊਟੀ ਲਾਫੁਲੀ ਕੋਈ ਡਿਊਟੀ ਐਕਸਰਸਾਈਜ਼ ਕਰ ਰਿਹਾ ਹੋਵੇ, ਆਪਣੀ ਪਾਵਰ ਯੂਜ਼ ਕਰ ਰਿਹਾ ਹੋਵੇ, ਉਸ ਵਿਅਕਤੀ ਨੂੰ ਕ੍ਰੀਏਟ ਫੀਅਰ, ਤਾਂ ਉਸ ਵਿਅਕਤੀ ਦੇ ਮਨ ਦੇ ਵਿੱਚ ਕੋਈ ਡਰ ਪੈਦਾ ਕਰ ਲੈਣਾ, ਉਹਨੂੰ ਰੋਕਣਾ, ਉਹਦੇ ਮਨ ਦੇ ਵਿੱਚ ਡਰ ਪੈਦਾ ਕਰ ਦੇਣਾ ਤਾਂ ਕਿ ਉਹ ਜਿਹੜਾ ਹੈਗਾ ਜਿਹੜਾ ਆਪਣਾ ਕੰਮ ਹੈ ਉਹ ਕਰ ਨਾ ਪਾਏ। ਠੀਕ ਹੈ, ਐਸੀ ਕੇਸ ਦੇ ਵਿੱਚ ਜਦੋਂ ਉਹ ਅਸੈਂਬਲੀ ਹੈਗੀ ਹੈ ਉਹ ਅਨਲਾਫੁਲ ਅਸੈਂਬਲੀ ਬਣ ਜਾਂਦੀ ਹੈ, ਜਦੋਂ ਕਿਸੇ ਸਰਕਾਰੀ ਆਫੀਸਰ ਨੂੰ, ਚਾਹੇ ਉਹ ਸੈਂਟਰ ਗਵਰਨਮੈਂਟ ਦਾ ਹੋਵੇ, ਸਟੇਟ ਗਵਰਨਮੈਂਟ ਦਾ ਹੋਵੇ, ਅਸੈਂਬਲੀ ਦਾ ਹੋਵੇ, ਪਾਰਲੀਮੈਂਟ, ਸੈਂਟਰ ਗਵਰਨਮੈਂਟ ਪਾਰਲੀਮੈਂਟ ਦਾ ਹੋਵੇ, ਅਸੈਂਬਲੀ ਦਾ ਹੋਵੇ, ਜਾਂ ਕੋਈ ਹੋਰ ਸਰਵੈਂਟ ਹੋਵੇ, ਪਬਲਿਕ ਸਰਵੈਂਟ ਹੋਵੇ, ਜਦੋਂ ਕੋਈ ਆਪਣੀ ਡਿਊਟੀ ਨਿਭਾ ਰਿਹਾ ਹੋਵੇ, ਉਸ ਡਿਊਟੀ ਦੇ ਵਿੱਚ ਉਸ ਵਿਅਕਤੀ ਨੂੰ ਕਰਨ ਤੋਂ ਡਿਊਟੀ ਰੋਕਿਆ ਜਾਵੇ ਜਾਂ ਉਹਨੂੰ ਰੋਕ ਦਿੱਤਾ ਜਾਵੇ, ਜਾਂ ਉਹਦੇ ਮਨ ਵਿੱਚ ਕੋਈ ਡਰ ਪੈਦਾ ਕਰ ਦਿੱਤਾ ਜਾਵੇ, ਉਹਨੂੰ ਡਰਾ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਜਿਹੜਾ ਕੰਮ ਹੈਗਾ ਨਾ ਕਰ ਪਾਏ, ਤਾਂ ਐਸੀ ਜਿਹੜੀ ਅਸੈਂਬਲੀ ਹੁੰਦੀ ਹੈ ਉਹ ਅਨਲਾਫੁਲ ਅਸੈਂਬਲੀ ਬਣ ਜਾਂਦੀ ਹੈ। ਦੂਸਰੇ ਕੇਸ ਦੇ ਵਿੱਚ ਕੀ ਹੈਗਾ, ਸੈਕੰਡਲੀ ਟੂ ਰੈਸਿਸਟ ਦਾ ਐਗਜੀਕਿਊਸ਼ਨ ਆਫ ਐਨੀ ਲਾਅ ਔਰ ਲੀਗਲ ਪ੍ਰੋਸੈਸ, ਕੋਈ ਡਿਊਟੀ ਨਿਭਾ ਰਿਹਾ ਹੋਵੇ, ਕੋਈ ਲਾਅ ਲੀਗਲੀ ਤੌਰ ਤੇ ਕੋਈ ਆਰਡਰ ਹੈ, ਕੋਈ ਐਗਜੀਕਿਊਟ ਕਰ ਰਿਹਾ ਹੋਵੇ, ਜਿਵੇਂ ਕਿ ਕਬਜ਼ਾ ਕਾਰਵਾਈ ਦਾ ਆਰਡਰ ਆ ਗਿਆ ਜਾਂ ਬੁਲੀ ਦਾ ਆਰਡਰ ਆ ਗਿਆ। ਠੀਕ ਹੈ, ਕੋਈ ਆਫੀਸਰ ਹੈ ਲੀਗਲੀ ਤੌਰ ਤੇ ਕੋਈ ਪ੍ਰੋਸੈਸ ਅਡਾਪਟ ਕਰ ਰਿਹਾ ਹੈਗਾ, ਚਾਹੇ ਪਟਵਾਰੀ ਹਲਕਾ ਨਿਸ਼ਾਨਦੇਹੀ ਕਰ ਰਿਹਾ ਹੈ, ਚਾਹੇ ਕਾਨੂੰਗੋ ਹਲਕਾ ਕਬਜ਼ਾ ਕਾਰਵਾਈ ਕਰਵਾ ਰਿਹਾ ਹੈਗਾ, ਚਾਹੇ ਰੈਵਨਿਊ ਆਫੀਸਰ ਵੱਲੋਂ, ਰੈਵਨਿਊ ਡਿਪਾਰਟਮੈਂਟ ਵੱਲੋਂ ਕੋਈ ਬੋਲੀ ਕੀਤੀ ਜਾ ਰਹੀ ਹੈਗੀ ਹੈ। ਠੀਕ ਹੈ, ਐਗਜੀਕਿਊਸ਼ਨ ਕੀਤੀ ਜਾ ਰਹੀ ਹੈ, ਕਿਸੇ ਡਿਗਰੀ ਪਾਸ ਹੋਈ ਵੀ ਹੈ, ਕਿਸੇ ਸਿਵਲ ਕੋਡ ਦੀ ਜਾਂ ਕੋਈ ਕ੍ਰਿਮੀਨਲ ਕੋਡ ਦੀ ਜਾਂ ਕਿਸੇ ਰੈਵਨਿਊ ਕੋਡ ਦੀ ਕੋਈ ਡਿਗਰੀ ਪਾਸ ਹੋਈ ਵੀ ਹੈ, ਉਸ ਡਿਗਰੀ ਦੀ ਨੂੰ ਐਗਜੀਕਿਊਸ਼ਨ ਕਰਨ ਦੇ ਲਈ ਕਾਰਵਾਈ ਫਰਦਰ ਕੀਤੀ ਜਾ ਰਹੀ ਹੈ, ਜਿਵੇਂ ਕਬਜ਼ਾ ਕਾਰਵਾਈ ਜਾਂ ਹੋਵੇ ਜਾਂ ਆਕਸ਼ਨ ਹੋਵੇ। ਠੀਕ ਹੈ, ਇੱਦਾਂ ਦੀ ਕਾਰਵਾਈ ਨੂੰ ਜਦੋਂ ਕੋਈ ਵਿਅਕਤੀ ਰੋਕਦਾ ਹੈਗਾ, ਰਜਿਸਟ ਕਰਦਾ ਹੈਗਾ ਤਾਂ ਉਹ ਜਿਹੜਾ ਹੈਗੀ ਅਸੈਂਬਲੀ ਹੈ ਉਹ ਵੀ ਇੱਕ ਅਨਲਾਫੁਲ ਅਸੈਂਬਲੀ ਦੀ ਪਰਿਭਾਸ਼ਾ 'ਚ ਆ ਜਾਂਦੀ ਹੈ। ਥਰਡਲੀ ਹੈਗਾ, ਟੂ ਕਮਿਟ ਐਨੀ ਮਿਸਚੈਫ ਕਰਦਾ, ਕੋਈ ਮਿਸਚੈਫ ਕਰਦਾ, ਕੋਈ ਵਿਰੋਧ ਸ਼ਰਾਰਤ ਕਰਦਾ ਹੈਗਾ। ਠੀਕ ਹੈ, ਕੋਈ ਵਿਰੋਧ ਕਰਦਾ ਹੈ, ਟੂ ਕਮਿਟ ਮਿਸਚੈਫ, ਕੋਈ ਸ਼ਰਾਰਤ ਕਰਦਾ ਹੈ ਔਰ ਕ੍ਰਿਮੀਨਲ ਟ੍ਰੈਸਪਾਸ ਕਰਦਾ ਹੈ, ਧੱਕੇ ਨਾਲ ਕਿਸੇ ਜਗ੍ਹਾ ਦੇ ਵਿੱਚ ਐਂਟਰ ਕਰ ਜਾਣਾ, ਕ੍ਰਿਮੀਨਲ ਟ੍ਰੈਸਪਾਸ ਔਰ ਅਦਰ ਅਫੈਂਸ, ਜਾਂ ਕੋਈ ਹੋਰ ਅਫੈਂਸ ਕਰਦਾ ਕੋਈ ਜਿਹੜੀ ਅਸੈਂਬਲੀ ਹੈਗੀ ਹੈ, ਇਕੱਠੇ ਹੋ ਕੇ ਲੋਕੀ, ਠੀਕ ਹੈ, ਕੋਈ ਸ਼ਰਾਰਤ ਕਰਦੇ ਨੇ ਜਾਂ ਕਿਸੇ ਬਿਲਡਿੰਗ ਦੇ ਵਿੱਚ ਧੱਕੇ ਨਾਲ ਵੜਦੇ ਨੇ ਜਿੱਥੇ ਕਿਤੇ ਕੋਈ ਲੀਗਲੀ ਕੋਈ ਕਾਰਵਾਈ ਹੋ ਰਹੀ ਹੋਵੇ, ਅਫੈਂਸ ਕਰਦੇ ਨੇ ਇੱਦਾਂ ਦਾ ਕਿਸੇ ਤਰ੍ਹਾਂ ਦਾ ਵੀ, ਤਾਂ ਜਿਹੜੀ ਅਸੈਂਬਲੀ ਹੈ ਉਹ ਵੀ ਇੱਕ ਅਨਲਾਫੁਲ ਅਸੈਂਬਲੀ ਹੋ ਜਾਂਦੀ ਹੈ। ਫੋਰਥਲੀ ਤੌਰ ਤੇ ਬਾਈ ਮੀਨਸ ਆਫ ਕ੍ਰਿਮੀਨਲ ਫੋਰਸ ਅਪਣਾ ਕੇ, ਠੀਕ ਹੈ, ਜਾਂ ਫਿਰ ਕ੍ਰਿਮੀਨਲ ਫੋਰਸ ਦਾ ਦਬਕਾ ਦੇ ਕੇ, ਟੂ ਐਨੀ ਪਰਸਨ ਟੂ ਟੇਕ ਓਬਟੇਨ ਪੋਜੈਸ਼ਨ ਆਫ ਦਾ ਪ੍ਰੋਪਰਟੀ, ਕਿਸੇ ਵਿਅਕਤੀ ਦੀ ਜ਼ਮੀਨ ਹੈ, ਕੋਈ ਪ੍ਰੋਪਰਟੀ ਹੈ, ਕੋਈ ਪ੍ਰੋਪਰਟੀ ਉਹਦੇ ਕੋਲੇ ਕੋਈ ਆਪਣੀ ਸਮਾਨ ਹੈਗਾ ਉਹਦਾ ਖੋਹ ਲੈਂਦੇ ਨੇ। ਠੀਕ ਹੈ, ਟੇਕ ਔਰ ਓਬਟੇਨ ਦਾ ਪੋਜੈਸ਼ਨ ਆਫ ਐਨੀ ਪ੍ਰੋਪਰਟੀ ਔਰ ਟੂ ਡਿਪਰਾਈਵ ਐਨੀ ਪਰਸਨ ਆਫ ਦਾ ਇੰਜੋਇਮੈਂਟ ਆਫ ਐਨੀ ਰਾਈਟ ਆਫ ਵੇ, ਕੋਈ ਰਸਤਾ ਹੈ ਉਹਦਾ ਰਸਤਾ ਬੰਦ ਕਰ ਦਿੰਦੇ ਨੇ, ਜਾਂ ਕੋਈ ਪਾਣੀ ਦਾ ਕੋਈ ਖਾਲ ਹੈ, ਠੀਕ ਹੈ, ਕੋਈ ਇਰੀਗੇਸ਼ਨ ਸੋਰਸਿਸ ਹੈਗਾ, ਉਹ ਪਾਣੀ ਦੇ ਉਹਦੇ ਜਿਹੜਾ ਉਹ ਪੀਸਫੁਲੀ ਇੰਜੋਏ ਕਰਦਾ ਸੀਗਾ, ਖੇਤਾਂ ਨੂੰ ਕੋਈ ਰਸਤਾ ਜਾਂਦਾ ਸੀ, ਇਕੱਠੇ ਹੋ ਕੇ ਬੰਦੇ ਆ ਗਏ, ਠੀਕ ਹੈ, ਉਹਦਾ ਪਾਣੀ ਬੰਦ ਕਰਤਾ, ਰਸਤਾ ਬੰਦ ਕਰ ਦਿੱਤਾ। ਠੀਕ ਹੈ, ਇੱਦਾਂ ਦੇ ਕੋਈ ਜਾਂ ਇਨਕੋਰਪੋਰੀਅਲ ਰਾਈਟਸ ਹੁੰਦੇ ਨੇ
ਜਿਹੜੇ ਕੋਈ ਦਿਖਦੇ ਨਹੀਂ ਹੁੰਦੇ, ਕੋਈ ਕੰਮ ਇਦਾਂ ਦੇ ਰਾਈਟਸ ਹੁੰਦੇ ਨੇ ਕਿਸੇ ਵਿਅਕਤੀ ਦੇ ਜਿਹੜੇ ਕੁਛ ਮਤਲਬ ਕਿ ਹਰ ਬੰਦੇ ਨੂੰ ਨਹੀਂ ਨਜ਼ਰ ਆਉਂਦੇ ਹੈਗੇ, ਇਦਾਂ ਦੇ ਕੋਈ ਰਾਈਟਸ ਤੋਂ ਉਹਨੂੰ ਵਾਂਝੇ ਕਰ ਦਿੰਦੇ ਨੇ। ਤਾਂ ਇਦਾਂ ਦੇ ਜਿਹੜੇ ਕੰਮ ਹੈਗੇ ਆ, ਜਿਹੜੇ ਕੋਈ ਅਨਲॉफुल ਅਸੈਂਬਲੀ ਵੱਲੋਂ ਪੰਜ ਵਿਅਕਤੀਆਂ ਵੱਲੋਂ ਇਕੱਠੇ ਹੋ ਕੇ ਕੀਤੇ ਜਾਂਦੇ ਨੇ, ਠੀਕ ਹੈ, ਤਾਂ ਉਹ ਅਨਲॉफुल ਅਸੈਂਬਲੀ ਦੀ ਜਿਹੜੀ ਡੈਫੀਨੇਸ਼ਨ 'ਚ ਆ ਜਾਂਦੇ ਨੇ। ਨੈਕਸਟ ਹੈ 5th ਵਾਲਾ ਕੀ ਹੈ, ਬਾਈ ਮੀਨਸ ਆਫ ਕ੍ਰਿਮੀਨਲ ਫੋਰਸ ਕੰਪੈਲ ਟੂ ਡੂ ਲੀਗਲੀ ਨੋਟ ਬਾਉਂਡ। ਕਿਸੇ ਵਿਅਕਤੀ ਨੂੰ ਕੋਈ ਕੰਮ ਕਰਨ ਲਈ ਕਹਿੰਦੇ ਨੇ ਕਿ ਤੂੰ ਆ ਕਰ, ਕਿਉਂ ਨਹੀਂ ਕਰਦਾ, ਜਦੋਂ ਕਿ ਉਹ ਲੀਗਲੀ ਤੌਰ ਤੇ ਕਰਨ ਦਾ ਬਾਉਂਡ ਨਹੀਂ ਹੁੰਦਾ, ਠੀਕ ਹੈ। ਜਾਂ ਫਿਰ ਕੀ ਹੈ, ਤੂੰ ਅਮਿਟ ਲੀਗਲੀ ਬਾਉਂਡ, ਉਹ ਕੰਮ ਕਰਨ ਦੇ ਲਈ ਲੀਗਲੀ ਤੌਰ ਤੇ ਬਾਉਂਡ ਹੁੰਦਾ ਹੈ, ਉਹਨੂੰ ਕਹਿੰਦੇ ਤੂੰ ਨਹੀਂ ਕਰਨਾ ਹੈ ਕੰਮ, ਠੀਕ ਹੈ। ਤਾਂ ਇਦਾਂ ਦੇ ਕੇਸ ਦੇ ਵਿੱਚ ਵੀ ਜਿਹੜੀ ਅਸੈਂਬਲੀ ਹੈਗੀ ਹੈ, ਜਦੋਂ ਇਦਾਂ ਦਾ ਕੋਈ ਕੰਮ ਕਰਦੀ ਹੈਗੀ ਹੈ ਲਾਫੁਲੀ ਫੋਰਸ ਯੂਜ਼ ਕਰਕੇ, ਅਨਲਾਫੁਲੀ ਫੋਰਸ ਯੂਜ਼ ਕਰਦੀ ਹੈ ਤੇ ਜਾਂ ਫਿਰ ਕੋਈ ਡਰ ਪੈਦਾ ਕਰਦੀ ਹੈ, ਤਾਂ ਇਹ ਇਦਾਂ ਦੀ ਜਿਹੜੀ ਅਸੈਂਬਲੀ ਹੈ ਇਹ ਕੰਮ ਕਰਨ ਤੋਂ ਰੋਕਦੀ ਹੈਗੀ ਹੈ, ਜਾਂ ਕੰਮ ਕਰਨ ਦੇ ਲਈ ਕਹਿੰਦੀ ਹੈ ਧੱਕੇ ਦੇ ਨਾਲ, ਜਾਂ ਕੰਮ ਕਰਨ ਤੋਂ ਜਿਹੜਾ ਕੋਈ ਕਰਨਾ ਚਾਹੁੰਦਾ ਕਰਨਾ ਹੁੰਦਾ ਉਸਨੇ ਉਹਨੂੰ ਕਰਨ ਤੋਂ ਰੋਕਦੀ ਹੈ। ਤਾਂ ਇਹ ਜਿਹੜੀ ਅਸੈਂਬਲੀ ਹੈ ਇਹਨੂੰ ਵੀ ਅਸੀਂ ਅਨਲਾਫੁਲ ਅਸੈਂਬਲੀ ਕਹਿੰਦੇ ਹੈਗੇ, ਠੀਕ ਹੈ ਜੀ। ਸੈਕਸ਼ਨ 141 ਕਲੀਅਰ ਹੋ ਗਿਆ, ਇਹਦੇ 5 ਪੁਆਇੰਟਸ ਨੇ। नेक्स्ट है सेक्शन 142 ਚ ਕੀ ਹੈ, being member of unlawful assembly, being member of unlawful assembly whoever being aware of the facts, ਜਦੋਂ ਕਿਸੇ ਵਿਅਕਤੀ ਨੂੰ ਪਤਾ ਹੈ which renders any assembly an unlawful assembly, ਉਹਨੂੰ ਪਤਾ ਵੀ ਇਹ ਜਿਹੜੀ ਅਸੈਂਬਲੀ ਹੈ unlawful assembly ਹੈ, intentionally joins, ਫਿਰ ਵੀ ਜਾਣਬੁੱਝ ਕੇ ਉਸ ਅਸੈਂਬਲੀ ਦੇ ਵਿੱਚ ਸ਼ਾਮਲ ਹੁੰਦਾ ਹੈਗਾ, that assembly or continues in it, ਉਹ ਅਸੈਂਬਲੀ ਸ਼ਾਮਲ ਵੀ ਹੋ ਜਾਂਦਾ ਹੈ ਫਿਰ ਕੰਟੀਨਿਊ ਵੀ ਰਹਿੰਦਾ ਹੈ। ਇਹ ਨਹੀਂ ਹੈਗਾ ਜੇ ਇਹਨੂੰ ਪਤਾ ਲੱਗਿਆ ਸੀ ਇਹ ਗਲਤ ਸੀਗੀ, ਇਹ ਬੰਦੇ ਗਲਤ ਤਰੀਕੇ ਨਾਲ ਇਕੱਠੇ ਹੋਏ ਨੇ, ਅਫੈਂਸ ਕਰ ਰਹੇ ਨੇ, ਤਾਂ ਮੈਂ ਵਾਪਸ ਚਲਾ ਜਾਵਾਂ ਛੱਡ ਕੇ ਅਸੈਂਬਲੀ ਨੂੰ, ਪਰ ਨਹੀਂ, ਉਹ ਕੰਟੀਨਿਊ ਕਰਦਾ ਅਸੈਂਬਲੀ ਨੂੰ, ਪਾਰਟਿਸਿਪੇਟ ਕਰਦਾ ਹੈਗਾ, ਉਹਦਾ ਮੈਂਬਰ ਬਣਦਾ ਹੈਗਾ। ਸੈਟ ਟੂ ਏ ਮੈਂਬਰ ਆਫ ਦਾ ਅਨਲਾਫੁਲ ਅਸੈਂਬਲੀ, ਉਸ ਵਿਅਕਤੀ ਨੂੰ ਜਿਹੜਾ ਹੈਗਾ ਅਨਲਾਫੁਲ ਅਸੈਂਬਲੀ ਦਾ ਮੈਂਬਰ ਸਮਝਿਆ ਜਾਵੇਗਾ। ਜਦੋਂ ਜੇ ਕੋਈ ਇਦਾਂ ਦਾ ਕੇਸ ਹੁੰਦਾ, ਬੰਦੇ ਨੂੰ ਪਤਾ ਨਹੀਂ ਸੀ, ਬੰਦਾ ਲੰਘ ਰਿਹਾ ਸੀਗਾ, ਬੰਦੇ ਇਕੱਠੇ ਹੋਏ ਹੋਏ ਸੀਗੇ, 20 ਜਾਂ 30 ਬੰਦੇ ਇਕੱਠੇ ਹੋਏ ਹੋਏ ਸੀਗੇ, ਅਨਲਾਫੁਲ ਅਸੈਂਬਲੀ ਇਕੱਠੀ ਹੋਈ ਹੋਈ ਸੀ, ਕੋਈ ਵਿਅਕਤੀ ਉੱਥੋਂ ਲੰਘ ਰਿਹਾ ਸੀ, ਉਹਨੂੰ ਨਹੀਂ ਪਤਾ ਸੀਗਾ ਵੀ ਕੀ ਕਰ ਰਹੇ ਨੇ, ਕਾਹਦੇ ਲਈ ਇਕੱਠੇ ਹੋਏ ਨੇ, ਉਹਦੀ ਕੋਈ ਇੰਟੈਂਸ਼ਨ ਸੀ, ਉਹਦੀ ਕੋਈ ਮਨਸ਼ਾ ਨਹੀਂ ਸੀ ਉਹਨਾਂ ਵਿੱਚ ਸ਼ਾਮਲ ਹੁੰਦੀ ਹੈ। ਇੱਦਾਂ ਦਾ ਜਿਹੜਾ ਵਿਅਕਤੀ ਹੈਗਾ ਕਿਤੇ ਉਹ ਫਸ ਜਾਂਦਾ ਵਿੱਚ, ਤਾਂ ਉਹ ਅਨਲਾਫੁਲ ਅਸੈਂਬਲੀ ਦੇ ਵਿੱਚ ਨਹੀਂ ਆਉਂਦਾ ਹੈਗਾ। ਪਰ ਜੇ ਕੋਈ ਵਿਅਕਤੀ ਜਿਸ ਨੂੰ ਪਤਾ ਹੋਵੇ ਵੀ ਇਹ ਅਨਲਾਫੁਲ ਅਸੈਂਬਲੀ ਇਕੱਠੀ ਹੋਈ ਵੀ ਹੈ, ਕਿਸ ਮਕਸਦ ਲਈ ਇਕੱਠੀ ਹੋਈ ਵੀ ਹੈ, ਉਹਨੂੰ ਪਾਰਟਿਸਿਪੇਟ ਕਰੇ, ਉਹਦਾ ਪਾਰਟ ਬਣੇ, ਤੇ ਪਾਰਟ ਬਣ ਕੇ ਤੇ ਫਿਰ ਉਸ ਨੂੰ ਛੱਡੇ ਵੀ ਨਾ, ਉਹ ਕੰਟੀਨਿਊ ਰਹੇ, ਤਾਂ ਉਹ ਜਿਹੜਾ ਮੈਂਬਰ ਹੈਗਾ ਉਹ ਅਨਲਾਫੁਲ ਅਸੈਂਬਲੀ ਦਾ ਮੈਂਬਰ ਕਹਿਲਾਏਗਾ। ਤੇ ਨੈਕਸਟ ਜਿਹੜਾ ਸੈਕਸ਼ਨ 143 ਹੈ ਉਹ ਪਨਿਸ਼ਮੈਂਟ ਦੀ ਗੱਲ ਕੀਤੀ ਗਈ ਹੈ ਵੀ ਅਨਲਾਫੁਲ ਅਸੈਂਬਲੀ ਜਿਹੜਾ ਮੈਂਬਰ ਹੁੰਦਾ ਉਹਨੂੰ ਪਨਿਸ਼ਮੈਂਟ ਕਿੰਨੀ ਹੋ ਸਕਦੀ ਹੈ। ਅਨਲਾਫੁਲ ਅਸੈਂਬਲੀ 'ਚ ਕੋਈ ਬੰਦਾ ਜਾਣਬੁੱਝ ਕੇ ਇਕੱਠੇ ਵਿੱਚ ਸ਼ਾਮਲ ਹੁੰਦਾ ਹੈ, ਅਨਲਾਫੁਲ ਅਸੈਂਬਲੀ ਸ਼ੈਲ ਬੀ punished with imprisonment of either description for a term which may extend to 6 months। ਅਨਲਾਫੁਲ ਅਸੈਂਬਲੀ ਦੇ ਵਿੱਚ ਕੋਈ ਵਿਅਕਤੀ ਹੈਗਾ ਜਿਹੜਾ ਕੋਈ ਸ਼ਾਮਲ ਹੁੰਦਾ ਹੈ, ਉਹਦਾ ਮੈਂਬਰ ਬਣਦਾ ਹੈ, ਉਹ 6 ਮਹੀਨੇ ਤੱਕ ਦੀ ਸਜ਼ਾ ਉਹਨੂੰ ਹੋ ਸਕਦੀ ਹੈ, ਜਾਂ ਫਾਈਨ ਵੀ ਹੋ ਸਕਦਾ ਹੈ, ਜਾਂ ਦੋਨੋਂ ਵੀ ਹੋ ਸਕਦੇ ਹਨ। ਨੈਕਸਟ ਹੈ 144, ਜਿਹੜੀ ਆਪਾਂ ਦੇਖੋ ਸੁਣਦੇ ਹੁੰਦੇ ਆ ਕਲੈਕਟਰ ਵੱਲੋਂ ਲਾਈ ਜਾਂਦੀ ਹੈ 144, ਇੱਕ ਦਫਾ 144 ਜਿਹਨੂੰ ਆਪਾਂ ਕਹਿ ਦਿੰਦੇ ਵੀ ਲੱਗੀ ਹੋਈ ਹੈ ਜੀ, 5 ਜਾਂ 5 ਬੰਦੇ ਤੋਂ ਬੰਦਿਆਂ ਨੇ ਵੱਧ ਬੰਦਿਆਂ ਨੇ ਇਕੱਠੇ ਨਹੀਂ ਹੋਣਾ ਹੈਗਾ, ਠੀਕ ਹੈ। ਜਦੋਂ ਕੋਈ ਰਾਈਟਸ ਐਂਡ ਇਦਾਂ ਦੇ ਕੋਈ ਦੰਗੇ ਕਿਸੇ ਸਟੇਟ ਵਿੱਚ ਫੈਲ ਜਾਂਦੇ ਨੇ, ਠੀਕ ਹੈ, ਉਹਨਾਂ ਨੂੰ ਰੋਕਣ ਦੀ ਖਾਤਰ, ਤਾਂ ਕਿ ਜਿਹੜੇ ਦੰਗੇ ਨੇ ਕੌਮਿਊਨਲ ਦੰਗੇ, ਠੀਕ ਹੈ, ਧਾਰਮਿਕ ਤੌਰ ਤੇ ਜਾਂ ਕਿਸੇ ਫਿਰਕੇ ਦੇ ਤੌਰ ਤੇ ਕੋਈ ਇਦਾਂ ਦਾ ਕੋਈ ਦੰਗਾ ਫੈਲ ਜਾਂਦਾ ਹੈਗਾ, ਜਾਤ ਪਾਤ ਨੂੰ ਲੈ ਕੇ, ਧਰਮ ਨੂੰ ਲੈ ਕੇ, ਤਾਂ ਕਿਸੇ ਵੀ ਤਰੀਕੇ ਨਾਲ ਜਾਂ ਕਿਸੇ ਕੰਟਰੀ ਦੇ ਵਿੱਚ ਕਿਸੇ ਦੂਜੇ ਕੰਟਰੀ ਨੂੰ ਹੁੰਦੇ ਆਫੈਂਸ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਕੋਈ ਦੰਗੇ ਫੈਲਦੇ ਨੇ, ਤਾਂ ਕਲੈਕਟਰ ਜਿਹੜਾ ਜ਼ਿਲ੍ਹੇ ਦਾ ਹੁੰਦਾ ਉਸ ਵੱਲੋਂ ਜਿਹੜੀ ਹੈਗੀ ਹੈ ਦਫਾ 144 ਨੂੰ ਆਪਾਂ ਕਹਿ ਦਿੰਦੇ ਹਾਂ ਉਹ ਲਗਾਈ ਜਾਂਦੀ ਹੈ। ਉਹ ਇਹ ਵਾਲੀ ਸੈਕਸ਼ਨ ਹੈਗੀ ਹੈ ਜਿਹੜੀ ਆਮ ਤੌਰ ਤੇ ਲਗਾਈ ਜਾਂਦੀ ਹੈ, ਜਿਹਦੇ ਵਿੱਚ ਕੀ ਹੁੰਦਾ ਤਾਂ ਕਿ ਦੰਗੇ ਨਾ ਫੈਲਣ, 5 ਜਾਂ 5 ਤੋਂ ਵੱਧ ਵਿਅਕਤੀ ਕਿਸੇ ਜਗ੍ਹਾ ਤੇ ਇਕੱਠੇ ਨਾ ਹੋਣ, ਕੋਈ ਸਾਜ਼ਿਸ਼ ਨਾ ਰਚਣ, ਤਾਂ ਉਦੋਂ ਇਹ ਜਿਹੜੀ ਸੈਕਸ਼ਨ ਹੈ ਜੁਆਇਨਿੰਗ ਅਨਲਾਫੁਲ ਅਸੈਂਬਲੀ ਆਰਮਡ ਵਿਦ ਡੈਡਲੀ ਵੈਪਨਸ, ਮਾਰੂ ਹਥਿਆਰ, ਹਾਂਜੀ ਜਿਹੜੀਆਂ ਪਾਵਰਾਂ ਦੇ ਤਹਿਤ ਲਾਈਆਂ ਕਲੈਕਟਰ ਵੱਲੋਂ ਸਰ ਕਿਹੜੇ, ਆਹ ਦੇਖੋ ਨਾ ਸੈਕਸ਼ਨ 144 ਹੈਗੀ ਹੈ, ਹੋਰ ਪਾਵਰ ਕਿਹੜੀ ਹੋਣੀ ਹੈ 144 ਤਾਂ ਲਿਖੀ ਹੈ, ਠੀਕ ਹੈ, ਡਿਸਟ੍ਰਿਕਟ ਮੈਜਿਸਟ੍ਰੇਟ ਕੋਲ ਪਾਵਰ ਹੈ ਸਾਰੀ। ਸੈਕਸ਼ਨ 144 ਜੁਆਇਨਿੰਗ ਅਨਲਾਫੁਲ ਅਸੈਂਬਲੀ ਆਰਮਡ ਵਿਦ ਡੈਡਲੀ ਵੈਪਨਸ, ਇਹ ਜਿਹੜੀ ਦਫਾ 144 ਲਗਾਈ ਜਾਂਦੇ ਆ, ਠੀਕ ਹੈ ਜੀ, ਜਦੋਂ ਕੋਈ ਡੈਡਲੀ ਵੈਪਨਸ ਲੈ ਕੇ ਜਾਂ ਕੋਈ ਇਦਾਂ ਦੇ ਵੈਪਨ ਜਿਹੜੇ ਡੈਡਲੀ ਹੋਣ ਜਿਹਦੇ ਨਾਲ ਨੁਕਸਾਨ ਹੋ ਸਕਦਾ ਹੋਵੇ, ਠੀਕ ਹੈ, whoever being armed with any deadly weapons or with anything which used as a weapon
of offence is likely to cause death, ਜਿਹਦੇ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਸਕਦੀ ਹੋਵੇ ਹੈ ਜੇ member of unlawful assembly shall be punished with imprisonment of either description for a term which may extend to 2 years, 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਦੋਂ ਹਥਿਆਰ ਲੈ ਕੇ ਕੋਈ ਬੰਦਾ ਇਦਾਂ ਦੀ ਅਨਲawful ਅਸੈਂਬਲੀ ਸ਼ਾਮਲ ਹੁੰਦਾ ਹੈ। ਮਾਰੂ ਹਥਿਆਰ ਲੈ ਕੇ, ਸਿੰਪਲ ਜੀ ਗੱਲ ਕਰ ਲਈ ਆਪਾਂ, ਮਾਰੂ ਹਥਿਆਰ ਲੈ ਕੇ ਜਦੋਂ ਬੰਦਾ ਕੋਈ ਅਨਲawful ਅਸੈਂਬਲੀ ਦਾ ਪਾਰਟ ਬਣਦਾ ਹੈ, ਠੀਕ ਹੈ, ਐਜ਼ ਏ ਮੈਂਬਰ ਪਾਰਟ ਬਣਦਾ ਹੈਗਾ, ਤਾਂ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੀਆਂ ਨੇ, ਠੀਕ ਹੈ। then ਹੈਗਾ ਸੈਕਸ਼ਨ 145 joining or continuing in unlawful assembly knowing it has been commanded to disperse, ਕੋਈ ਅਨਲawful ਅਸੈਂਬਲੀ ਦਾ ਮੈਂਬਰ ਬਣਦਾ ਹੈ, ਠੀਕ ਹੈ, ਜੁਆਇਨ ਕਰਦਾ ਹੈ, ਉਹਨੂੰ ਪਤਾ ਹੈ ਵੀ ਜਿਹੜੀ ਅਸੈਂਬਲੀ ਹੈ ਇਹ ਡਿਸਪਰਸ ਕੀਤੀ ਜਾਣੀ ਬਣਦੀ ਹੈ ਜਾਂ ਇਹਨੂੰ ਡਿਸਪਰਸ ਕਰਨ ਦਾ ਆਰਡਰ ਹੋ ਚੁੱਕਿਆ ਹੈ। ਡਿਸਪਰਸ ਮਤਲਬ ਖਦੇੜਨ ਦਾ ਆਰਡਰ ਹੋ ਚੁੱਕਿਆ, ਕੰਪੀਟੈਂਟ ਅਥਾਰਟੀ ਵੱਲੋਂ, ਮੈਜਿਸਟ੍ਰੇਟ ਵੱਲੋਂ, ਜਿਹੜਾ ਡਿਊਟੀ ਮੈਜਿਸਟ੍ਰੇਟ ਉੱਤੇ ਲੱਗਿਆ ਹੋਇਆ ਸੀ ਉਹਨੇ ਆਰਡਰ ਕੀਤੇ ਹੈ ਵੀ ਤੁਸੀਂ ਆਪਣਾ ਇੱਥੋਂ ਜਿਹੜੀ ਅਸੈਂਬਲੀ ਹੈ ਤੁਸੀਂ ਇਸ ਨੂੰ ਮਤਲਬ ਕਿ ਛੱਡ ਦਿਓ, ਇੱਥੇ ਇਕੱਠੇ ਨਹੀਂ ਹੋਣਾ ਕਿਸੇ ਨੇ ਵੀ, ਦਫਾ 44 ਲੱਗੀ ਵੀ ਹੈ ਜੋ ਵੀ ਹੈਗੀ ਹੈ, ਠੀਕ ਹੈ। ਪਰ ਫਿਰ ਵੀ ਜਾਣਬੁੱਝ ਕੇ ਕੋਈ ਬੰਦਾ ਉਸ ਅਸੈਂਬਲੀ ਦੇ ਵਿੱਚ ਸ਼ਾਮਲ ਹੁੰਦਾ ਹੈ, ਠੀਕ ਹੈ, ਤਾਂ ਜਿਹੜੀ ਉਹਦੀ ਸਜ਼ਾ ਹੈਗੀ ਹੈ ਉਸ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ ਜਾਂ ਦੋਨੋਂ ਵੀ ਹੋ ਸਕਦੀਆਂ ਨੇ। ਨੈਕਸਟ ਅਸੀਂ ਪੜਾਂਗੇ ਇਹ ਰਾਈਟਿੰਗ। ਦੇਖੋ ਅਨਲawful ਅਸੈਂਬਲੀ ਤੋਂ ਅੱਗੇ ਰਾਈਟਿੰਗ ਹੁੰਦੇ ਨੇ, ਮਤਲਬ ਰਾਈਟਿੰਗ ਕੋਈ ਵੱਖਰਾ ਨਹੀਂ ਹੈਗਾ, ਰਾਈਟਿੰਗ ਦੰਗੇ ਫਸਾਦ, ਅਨਲawful ਅਸੈਂਬਲੀ ਲਾਫਲੀ ਤੌਰ ਤੇ ਨਾ ਇਕੱਠੇ ਹੋਣਾ, ਅਨਲawful ਤੌਰ ਤੇ ਇਕੱਠੇ ਹੋਣਾ ਜਦੋਂ ਕੋਈ ਅਫੈਂਸ ਕਰਨ ਦੀ ਖਾਤਰ, ਕੋਈ ਦੰਗਾ ਕਰਨ ਦੀ ਖਾਤਰ ਕੋਈ ਫੈਮਿਲੀ ਇਕੱਠੇ ਹੋ ਜਾਂਦੇ ਨੇ, ਕੋਈ ਲੋਕ ਇਕੱਠੇ ਹੋ ਜਾਂਦੇ ਨੇ, ਦੈਟ ਇਜ਼ ਕਾਲਡ ਅਨਲawful ਅਸੈਂਬਲੀ। ਹੁਣ ਆ ਜਾਂਦਾ ਰਾਈਟਿੰਗ, ਜਦੋਂ ਅਨਲawful ਅਸੈਂਬਲੀ ਵੱਲੋਂ ਕੋਈ ਦੰਗੇ ਕੀਤੇ ਜਾਂਦੇ ਨੇ, ਠੀਕ ਹੈ ਜੀ, ਅੱਗਜਨੀ ਕੀਤੀ ਜਾਂਦੀ ਹੈ, ਤੋੜਫੋੜ ਕੀਤੀ ਜਾਂਦੀ ਹੈ, ਸਰਕਾਰੀ ਬਿਲਡਿੰਗਾਂ ਨੂੰ ਨੁਕਸਾਨ ਕੀਤਾ ਜਾਂਦਾ ਹੈਗਾ, ਠੀਕ ਹੈ, ਕੋਈ ਬੱਸਾਂ ਗੱਡੀਆਂ ਵਗੈਰਾ ਵਗੈਰਾ, ਰੇਲਵੇ ਸਟੇਸ਼ਨ, ਬੱਸ ਸਟੈਂਡ ਵਗੈਰਾ, ਠੀਕ ਹੈ, ਉਹਨਾਂ ਨੂੰ ਨੁਕਸਾਨ ਕੀਤਾ ਜਾਂਦਾ ਹੈਗਾ, ਦੈਟ ਇਜ਼ ਕਾਲਡ ਰਾਈਟਿੰਗ, ਉਹਨੂੰ ਆਪਾਂ ਕਹਿੰਦੇ ਹਾਂ ਦੰਗੇ, ਠੀਕ ਹੈ। whenever force or violence, force, ठीक है, और violence is used by an unlawful assembly, जो ਧੱਕਾ ਕੀਤਾ ਜਾਂਦਾ ਹੈ, ਠੀਕ ਹੈ, ਵਾਇਲੈਂਸ ਕੀਤੀ ਜਾਂਦੀ ਹੈ unlawful assembly ਵੱਲੋਂ, or by any member of thereof in prosecution of the common object, ਉਹਨਾਂ ਦਾ ਮਨਸ਼ਾ ਸਾਰਿਆਂ ਦੀ ਇੱਕ ਸੀਗੀ, ਠੀਕ ਹੈ, ਇਕੱਠੇ ਹੋ ਕੇ ਬੰਦੇ ਜਦੋਂ ਅਗਜਨੀ ਕਰਦੇ ਨੇ, ਇਦਾਂ ਦੇ ਕੋਈ ਦੰਗੇ ਫੈਲਾਉਂਦੇ ਨੇ, ਤਾਂ ਉਹਨਾਂ ਦੀ ਕਾਮਨ ਅਟੈਂਸ਼ਨ ਜਦੋਂ ਇੱਕ ਹੋਵੇ, ਆਬਜੈਕਟ ਆਫ ਸੱਚ ਅਸੈਂਬਲੀ, ਐਵਰੀ ਮੈਂਬਰ ਆਫ ਸੱਚ ਅਸੈਂਬਲੀ ਇਜ਼ ਗਿਲਟੀ ਆਫ ਦਾ ਅਫੈਂਸ ਆਫ ਰਾਈਟਿੰਗ, ਤਾਂ ਜਿਹੜਾ ਉਹ ਮੈਂਬਰ ਹੁੰਦੇ ਨੇ ਸਾਰੇ, ਉਹ ਰਾਈਟਿੰਗ ਦੇ ਇਸ ਸੈਕਸ਼ਨ ਦੇ ਤਹਿਤ 146 ਦੇ ਤਹਿਤ ਜਦੋਂ ਕੋਈ ਇਕੱਠੇ ਹੋ ਕੇ ਅਨਲawful ਅਸੈਂਬਲੀ ਦੇ ਜਿਹੜੇ ਮੈਂਬਰ ਹੈ ਇਕੱਠੇ ਹੋ ਕੇ ਕੋਈ ਦੰਗਾ ਕਰਦੇ ਨੇ, ਤਾਂ ਉਹ 146 ਦੇ ਤਹਿਤ ਜਿਹੜੇ ਹੈਗੇ ਨੇ ਪਨਿਸ਼ੇਬਲ ਹੁੰਦੇ ਨੇ, ਉਹਨਾਂ ਨੂੰ ਜਿਹੜੀ ਸਜ਼ਾ ਹੈਗੀ ਹੈ 146 ਦੇ ਤਹਿਤ ਜਿਹੜੀ ਸਜ਼ਾ ਕੀਤੀ ਜਾ ਸਕਦੀ ਹੈ। ਫਿਰ ਪਨਿਸ਼ਮੈਂਟ ਕਿੰਨੀ ਹੈ 147 ਦੱਸੀ ਗਈ ਹੈ, ਪਨਿਸ਼ਮੈਂਟ ਕਿੰਨੀ ਹੈ ਰਾਈਟਿੰਗ ਦੀ, ਉਹ ਪਨਿਸ਼ਮੈਂਟ ਹੈਗੀ ਜਦੋਂ ਕੋਈ ਇਦਾਂ ਦਾ ਹੈਗਾ, whoever is guilty of writing shall be punished, ਜਿਹੜੀ ਸਜ਼ਾ ਹੁੰਦੀ ਹੈ ਰਾਈਟਿੰਗ ਦੀ ਕਿੰਨੀ ਹੁੰਦੀ ਹੈ, ਮੈਕਸਿਮਮ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈਗੀ ਹੈ, ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੀਆਂ। ਹੁਣ ਦੇਖੋ ਰਾਈਟਿੰਗ ਆ ਗਈ, 2 ਸਾਲ ਤੱਕ ਦੇ ਵਿੱਚ ਸਜ਼ਾ ਹੋ ਸਕਦੀ ਹੈ। ਫਿਰ ਜੇਕਰ ਉਹਨਾਂ ਕੋਲੇ ਮਾਰੂ ਹਥਿਆਰ ਨੇ, ਡੈਡਲੀ ਵੈਪਨ ਨੇ, ਠੀਕ ਹੈ, 148 ਰਾਈਟਿੰਗ ਆਰਮਡ ਵਿਦ ਡੈਡਲੀ ਵੈਪਨਸ, ਜਦੋਂ ਕੋਈ ਬੰਦਾ ਦੰਗੇ ਫਸਾਦ ਕਰ ਰਹੇ ਨੇ ਡੈਡਲੀ ਵੈਪਨ ਲੈ ਕੇ, ਮਾਰੂ ਹਥਿਆਰ ਲੈ ਕੇ, ਤਲਵਾਰਾਂ ਲੈ ਕੇ, ਗੰਡਾਸੇ ਲੈ ਕੇ, ਠੀਕ ਹੈ, ਇਦਾਂ ਦਾ ਕੋਈ ਰਾਈਟਿੰਗ ਕਰ ਰਹੇ ਨੇ, ਦੰਗਾ ਕਰ ਰਹੇ ਨੇ, ਅਨਲawful ਅਸੈਂਬਲੀ ਹੈ, ਦੰਗੇ ਕਰ ਰਹੀ ਹੈਗੀ ਹੈ, ਠੀਕ ਹੈ, ਤਾਂ ਕੀ ਹੋਏਗਾ, ਜਿਹੜੀ ਉਹਨਾਂ ਦੀ ਸਜ਼ਾ ਹੈਗੀ ਹੈ, whoever is guilty of writing being armed with a deadly weapon or with anything which used as a offense likely to cause death, ਕਿਸੇ ਦੀ ਮੌਤ ਵੀ ਹੋ ਸਕਦੀ ਹੋਵੇ ਇਹੋ ਜਿਹੇ ਹਥਿਆਰ ਉਹਨਾਂ ਪਾਸ ਹੋਣ, shall be punished with imprisonment of either description which may extend to 3 years, ਹਥਿਆਰ ਲੈ ਕੇ ਰਾਈਟਿੰਗ ਕਰਨੀ ਤਾਂ 3 ਸਾਲ ਤੱਕ ਦੀ ਹੋ ਸਕਦੀ ਹੈ। ਉੱਪਰ ਦੀ ਗੱਲ ਆਪਾਂ ਕੀਤੀ ਸੀਗੀ 146 ਦੇ ਵਿੱਚ ਰਾਈਟਿੰਗ ਦੀ ਡੈਫੀਨੇਸ਼ਨ ਦਿੱਤੀ ਸੀਗੀ, 147 ਦੇ ਵਿੱਚ ਰਾਈਟਿੰਗ ਕਰਨਾ, ਦੰਗੇ ਫਸਾਦ ਕਰਨਾ, ਬਟ ਵਿਦਆਊਟ ਦਾ ਡੈਡਲੀ ਵੈਪਨਸ, 148 ਦੇ ਵਿੱਚ ਹੈਗਾ ਵਿਦ ਦਾ ਡੈਡਲੀ ਵੈਪਨਸ, ਡੈਡਲੀ ਵੈਪਨ ਲੈ ਕੇ ਕੋਈ ਬੰਦਾ ਰਾਈਟਿੰਗ ਕਰਦਾ, ਦੰਗੇ ਫਸਾਦ ਕਰਦਾ ਹੈਗਾ, ਤਾਂ ਉੱਥੇ ਜਿਹੜੀ ਸਜ਼ਾ ਹੈਗੀ ਹੈ ਉਸ ਅਸੈਂਬਲੀ ਦੇ ਸਾਰੇ ਮੈਂਬਰਾਂ ਨੂੰ
ਜਿਹੜੀ ਹੈਗੀ ਆ 3 ਈਅਰ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਹੈ, ਪਨਿਸ਼ਮੈਂਟ 3। Then 149, every member of unlawful assembly guilty of offence committed in prosecution of the common act। ਜੇ ਕੋਈ offence commit ਹੋ ਜਾਂਦਾ ਹੈ, ਠੀਕ ਹੈ, ਜਿੰਨੇ ਵੀ ਮੈਂਬਰ ਹੋਣਗੇ ਉਹ ਸਾਰੇ ਗਿਲਟੀ ਹੋਣਗੇ ਉਸ ਅਨਲawful ਅਸੈਂਬਲੀ ਦੇ। ਜਿਹਨੇ ਮੈਂਬਰ ਹੋਣਗੇ, ਜੇ ਕੋਈ offence commit ਹੋ ਜਾਂਦਾ ਹੈ ਤਾਂ ਉਹਦੇ ਸਾਰੇ ਮੈਂਬਰ ਗਿਲਟੀ ਹੋਣਗੇ। every person who at the time of the committing of that offence is a member of the same assembly। ਜਿਹੜਾ ਵੀ ਮੈਂਬਰ ਉਸ ਅਸੈਂਬਲੀ ਦਾ ਮੈਂਬਰ ਹੈਗਾ, ਜਿਹੜਾ ਵੀ ਪਰਸਨ ਉਸ ਅਸੈਂਬਲੀ ਦਾ ਮੈਂਬਰ ਹੈਗਾ ਜਦੋਂ offence commit ਹੋਇਆ ਹੈਗਾ, ਗਿਲਟੀ of that offence, ਉਹ ਜੋ ਵੀ offence commit ਹੋਇਆ ਹੈ, ਜੇ ਕਿਸੇ ਦਾ ਮਰਡਰ ਹੋ ਗਿਆ ਤਾਂ he will all the members will be the punishable for the offence of murder। ਜੇ ਕਿਸੇ ਨੂੰ ਹੋਰ ਕੋਈ ਗਰੀਵੀਅਸ ਸੱਟ ਹੋਈ ਹੈ ਜਾਂ ਕਿਸੇ ਨੂੰ ਸੱਟ ਲੱਗੀ ਹੈ, ਕਿਸੇ ਤਰ੍ਹਾਂ ਵੀ ਜੋ ਵੀ offence ਹੋਏਗਾ, ਉਹ ਸਾਰੇ ਦੇ ਸਾਰੇ ਮੈਂਬਰ ਜਿਹੜੇ ਹੈਗੇ ਨੇ ਉਹ ਸਜ਼ਾ ਦੇ ਭਾਗੀ ਹੋਣਗੇ। Then अगर section 150, hiring or conniving at hiring of persons to join unlawful assembly। काफी लंबा है जी ये अपना ਅੱਜ ਦਾ ਜਿਹੜਾ ਲੈਕਚਰ ਹੈਗਾ ਆਪਾਂ ਇੱਥੇ ਖਤਮ ਕਰਾਂਗੇ। ਹਾਇਰਿੰਗ ਦਾ ਜਿਹੜਾ ਨੈਕਸਟ ਲੈਕਚਰ ਪੜਾਂਗੇ। ਅੱਜ ਦੀ ਕਲਾਸ ਆਪਾਂ ਇੱਥੇ ਬੰਦ ਕਰਾਂਗੇ ਜੀ। ਕਿਸ ਦਾ ਕੋਈ ਕੁਐਸਚਨ ਹੈਗਾ ਉਹ ਕਰ ਸਕਦਾ ਹੈ। ਸਾਡੀ ਜ਼ਮੀਨ ਤੇ 45 ਲੱਗਦੀ ਹੋਈ 145 ਇਹੋ ਜਿਹੀ ਹੁੰਦੀ ਆ ਨਾ ਜੀ? ਨਹੀਂ ਨਹੀਂ, ਇਹ ਨਹੀਂ ਹੁੰਦੀ ਜੀ, ਇਹ ਨਹੀਂ ਹੁੰਦੀ। ਉਹ ਸੀਆਰਪੀਸੀ ਤਹਿਤ ਲੱਗਦੀ ਹੈ, ਸੈਕਸ਼ਨ 145 ਲੱਗਦਾ ਹੈਗਾ। ਜਦੋਂ ਸੈਕਸ਼ਨ ਸੀਆਰਪੀਸੀ ਦੇ ਤਹਿਤ ਕਾਰਵਾਈ ਪ੍ਰੋਸੈਸ ਹੁੰਦਾ ਹੈਗਾ, ਉਹ ਪ੍ਰੋਸੈਸ ਹੁੰਦਾ ਹੈ। 144 ਦੇ ਜਿਹੜੀ ਡੀਸੀ ਸਾਹਿਬ ਨੂੰ ਪਾਵਰਾਂ ਦਿੱਤੀਆਂ ਹੋਈਆਂ ਉਹ ਅੱਡ ਕਿਸੇ ਚੈਪਟਰ 'ਚ ਦਿੱਤੀਆਂ ਹੋਈਆਂ? ਡਿਸਟ੍ਰਿਕਟ ਮੈਜਿਸਟ੍ਰੇਟ ਕੋਲੇ ਆਈਪੀਸੀ ਦੇ ਤਹਿਤ ਸੂਮੋਟੋ ਪਾਵਰਸ ਹੁੰਦੀਆਂ ਨੇ, ਜਿਵੇਂ ਤੁਹਾਡੇ ਕੋਲੇ ਪਾਵਰਸ ਹੁੰਦੀਆਂ ਨੇ। ਜਦੋਂ ਵੀ ਕੋਈ ਮੈਜਿਸਟ੍ਰੇਟ ਲੱਗਦਾ, ਐਗਜ਼ੈਕਟਿਵ ਮੈਜਿਸਟ੍ਰੇਟ ਤੁਸੀਂ ਨੈਬ ਦਾ ਲੱਗਦੇ ਹੋ, ਤੁਹਾਨੂੰ ਕੋਈ ਵੱਖਰੀ ਪਾਵਰ ਨਹੀਂ ਦਿੱਤੀ ਜਾਂਦੀ ਹੈਗੀ। ਆਈਪੀਸੀ ਦੇ ਵਿੱਚ ਪ੍ਰੋਵਾਈਡਡ ਹੈਗਾ, ਮੈਂਸ਼ਨ ਤਾਂ ਹੋਣਗੇ। ਆਈਪੀਸੀ ਵਿੱਚ ਪ੍ਰੋਵਾਈਡਡ ਹੈ ਵੀ ਤੁਸੀਂ ਐਗਜ਼ੈਕਟਿਵ ਮੈਜਿਸਟ੍ਰੇਟ ਹੁੰਦੇ ਹੋ। ਐਗਜ਼ੈਕਟਿਵ ਮੈਜਿਸਟ੍ਰੇਟ ਹੀ ਪਾਵਰਾਂ ਯੂਜ਼ ਕਰਦਾ ਆਈਪੀਸੀ ਆ। ਉਹਦੀ ਸੈਕਸ਼ਨ ਪੜਾਂਗੇ ਆਪਾਂ, ਜਾਂ ਪਿੱਛੇ ਪੜ੍ਹ ਕੇ ਹਟਿਆ ਮੇਰੇ ਖਿਆਲ ਹੈ, ਜਾਂ ਅੱਗੇ ਪੜਾਂਗੇ। ਸੈਕਸ਼ਨ ਵਿੱਚ ਆ ਜਾਂਦੀ ਹੈ ਵੀ ਕਿਹੜੇ ਸੈਕਸ਼ਨ ਦੇ ਤਹਿਤ ਜਿਹੜੇ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਹੁੰਦੇ ਨੇ ਉਹਨਾਂ ਕੋਲੇ ਆਈਪੀਸੀ ਦੇ ਤਹਿਤ ਪਾਵਰਾਂ ਆ ਜਾਂਦੀਆਂ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਆਟੋਮੈਟਿਕਲੀ। ਜਦੋਂ ਕੋਈ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਲੱਗਦਾ ਹੈ, ਠੀਕ ਹੈ, ਉਹਦੇ ਕੋਲੇ ਆਈਪੀਸੀ ਦੇ ਤਹਿਤ ਜਿਹੜੀਆਂ ਪਾਵਰਸ ਆਟੋਮੈਟਿਕਲੀ ਆ ਜਾਂਦੀਆਂ ਨੇ। ਆਪਾਂ ਪਿੱਛੇ ਪੜ੍ਹ ਕੇ ਨਹੀਂ ਆਏ, ਇਹ ਸੈਕਸ਼ਨ ਕੋਈ ਆਇਆ ਸੀ ਤੁਹਾਡੇ ਧਿਆਨ ਦੇ ਵਿੱਚ? ਦੁਬਾਰਾ ਰਿਪੀਟ ਕਰ ਦਿਓ ਹੈ ਸਰ ਪ੍ਰੋਸੀਜਰ ਕਿਨੇ ਆਊਗਾ ਇਹ ਵੀ ਕਿਹਨੂੰ ਕਿਹੜੇ ਜੱਜ ਨੂੰ ਕਿਹੜੀ ਪਾਵਰ ਦੇਣੀ, ਕਿਹੜੇ ਜੱਜ ਨੂੰ ਕਿਹੜੀ ਪ੍ਰੋਸੀਜਰ ਦੇ ਵਿੱਚ ਆਊਗਾ ਇਹ ਮੇਰੇ ਹਿਸਾਬ ਨਾਲ। ਨਹੀਂ, ਆਪਾਂ ਪੜ੍ਹਿਆ ਸੀਗਾ ਕਿਹੜੇ ਸੈਕਸ਼ਨ 'ਚ, ਮੈਨੂੰ ਯਾਦ ਨਹੀਂ ਆਏਗਾ। ਆਪਣੇ ਕੋਲੇ ਆਟੋਮੈਟਿਕਲੀ ਜਿਹੜੀਆਂ ਪਾਵਰਸ ਹੁੰਦੀਆਂ ਨੇ, ਇਹ ਆਈਪੀਸੀ ਦੀਆਂ ਜਿਹੜੀਆਂ ਪਾਵਰਸ ਹੁੰਦੀਆਂ ਨੇ, ਮੇਰੇ ਖਿਆਲ ਸੀਆਰਪੀਸੀ ਦੇ ਵਿੱਚ ਹੈਗਾ ਇਹ ਸੈਕਸ਼ਨ ਪ੍ਰੋਵਾਈਡਡ ਹੈਗਾ, ਜਿਹਦੇ ਵਿੱਚ ਆਟੋਮੈਟਿਕਲੀ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਹੈ, ਉਹਦੇ ਕੋਲੇ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਪਾਵਰਸ ਆ ਜਾਂਦੀਆਂ ਨੇ। ਅਗਲੇ ਲੈਕਚਰ 'ਚ ਕਲੀਅਰ ਕਰਾ ਦਿਓ ਸਰ। ਹਾਂ, ਆਪਾਂ ਪਿੱਛੇ ਪੜ੍ਹ ਕੇ ਗਏ ਹੈਗੇ ਆ। ਤੁਹਾਡੇ ਲਈ ਜਿਹੜੀ ਸੈਕਸ਼ਨ ਹੈ ਬਹੁਤ ਇੰਪੋਰਟੈਂਟ ਹੈ। ਸਰ ਸੈਕਸ਼ਨ 26 ਜੀ ਪੜਿਆ ਜੀ ਆਪਾਂ ਪੜ੍ਹਿਆ ਸੀਗਾ, ਪਾਵਰ ਆਫ ਕੋਰਸ। ਸੀਆਰਪੀਸੀ ਪੜ੍ਹਿਆ। ਸੀਆਰਪੀਸੀ ਤਾਂ ਆਪਾਂ ਅਜੇ ਸ਼ੁਰੂ ਨਹੀਂ ਕੀਤੀ। ਮੈਂ ਤਾਂ ਪੜ੍ਹਿਆ ਮੈਂ ਸੀਆਰਪੀਸੀ ਪੜਿਆ। ਸੀਆਰਪੀਸੀ ਤਾਂ ਆਪਾਂ ਸਟਾਰਟ ਨਹੀਂ ਕੀਤੀ ਅਜੇ। ਸੀਆਰਪੀਸੀ 'ਚ ਆਉਣਾ ਸਰ ਇਹ ਮੈਂ ਕਿਹੜੇ ਲਾਭ ਕਿਹੜੇ ਪਾਵਰ ਇਹਦੇ ਵਿੱਚ ਨਹੀਂ ਹੈਗਾ। ਉਹ ਤਾਂ ਰੈਵਨਿਊ ਕੋਡ 'ਚ ਗੱਲ ਕਰਦੇ ਤੁਸੀਂ ਡਿਸਕਸ ਕੀਤਾ ਸੀਗਾ, ਜਿਸ ਵੇਲੇ ਰੈਵਨਿਊ ਕੋਡਸ ਦੀਆਂ ਪਾਵਰਸ ਡਿਸਕਸ ਕੀਤੀਆਂ ਸੀ ਹਾਂ ਦੇ ਵਿੱਚ, ਉਹ ਐਕਟ ਦੇ ਵਿੱਚ ਉਸ ਵੇਲੇ ਤੁਸੀਂ ਡਿਸਕਸ ਕੀਤਾ ਸੀ। ਇਦਾਂ ਨਹੀਂ ਕਿਸੇ ਨੇ ਪਨਿਸ਼ਮੈਂਟ ਬਾਰੇ ਪੁੱਛਿਆ ਸੀ, ਇੰਨੀ ਪਨਿਸ਼ਮੈਂਟ ਦੇਣ ਦਾ ਅਧਿਕਾਰ ਸੀਗਾ, ਤਾਂ ਉਹਦੇ ਵਿੱਚ ਤੁਸੀਂ ਡਿਸਕਸ ਕੀਤਾ ਸੀ। ਇਹ ਹੈਗਾ ਸੈਕਸ਼ਨ, ਇੱਕ ਸੈਕਸ਼ਨ ਹੈਗਾ। ਹੁਣ ਚਲੋ ਮੈਂ ਪੜ੍ਹਿਆ ਤਾਂ ਹੋਇਆ, ਪਰ ਮੈਨੂੰ ਧਿਆਨ ਨਹੀਂ ਕਿਹੜਾ ਸੈਕਸ਼ਨ ਸੀਗਾ। ਸੈਕਸ਼ਨ ਇੱਕ ਹੈਗਾ, ਸਪੈਸ਼ਲ ਸੈਕਸ਼ਨ ਹੈਗਾ, ਉਹਦੇ ਵਿੱਚ ਹੈਗੀਆਂ ਜਿਹੜੀਆਂ ਪਾਵਰਸ ਨੇ ਤਹਿਸੀਲਦਾਰ ਕੋਲੇ, ਨਾਇਬ ਤਹਿਸੀਲਦਾਰ ਕੋਲੇ, ਡਿਸਟ੍ਰਿਕਟ ਮੈਜਿਸਟ੍ਰੇਟ ਕੋਲੇ, ਜਿਹੜੀਆਂ ਪਾਵਰਸ ਨੇ ਇਹ ਆਪਣੇ ਆਪ ਹੀ ਆ ਜਾਂਦੀਆਂ ਨੇ, ਆਟੋਮੈਟਿਕਲੀ ਪਾਵਰਸ ਗਵਰਨਮੈਂਟ ਨੇ ਪ੍ਰੋਵਾਈਡ ਕੀਤੀਆਂ ਹੋਈਆਂ ਨੇ। ਠੀਕ ਹੈ, ਉਹ ਮੈਂ ਤੁਹਾਨੂੰ ਦੇਖ ਕੇ ਦੱਸਦਾ ਕਿਹੜਾ ਸੈਕਸ਼ਨ ਹੈਗਾ। ਵੈਸੇ ਠੀਕ ਹੈ, ਫਾਰ ਸੇਕ ਆਫ ਨੌਲੇਜ ਪਤਾ ਹੋਣਾ ਚਾਹੀਦਾ ਹੈ।
ठीक है जी, होर कोई क्वेश्चन अज दा? ਆਪਾਂ ਹਾਇਰਿੰਗ 150 ਸੈਕਸ਼ਨ ਤੋਂ ਪੜਾਂਗੇ ਅੱਗੇ ਜਾ ਕੇ। ਠੀਕ ਹੈ, ਅੱਜ ਦੀ ਕਲਾਸ ਇੱਥੇ ਆਪਾਂ ਖਤਮ ਕਰਦੇ ਹਾਂ। ਸਰ ਇੱਕ ਸਪੈਸ਼ਲ ਐਗਜ਼ੈਕਟਿਵ ਮੈਜਿਸਟ੍ਰੇਟ ਪਾਵਰ ਆਉਂਦੀਆਂ ਸੈਕਸ਼ਨ 21 ਚ। ਸੈਕਸ਼ਨ 21 ਕਾਹਦਾ ਹੈ? ਇਹਦੇ ਚ CRPC ਸਰ ਸਪੈਸ਼ਲ ਜਿਹੜੇ IAS ਆਫੀਸਰਸ ਆਉਂਦੇ ਆ ਨਾ, ਜਦੋਂ ਅਸਿਸਟੈਂਟ ਕਮਿਸ਼ਨਰ, ਠੀਕ ਹੈ, ਅਸਿਸਟੈਂਟ ਕਮਿਸ਼ਨਰ, ਐਕਸਟਰਾ ਅਸਿਸਟੈਂਟ ਕਮਿਸ਼ਨਰ ਬਣਦੇ ਆ, ਉਹਨਾਂ ਨੂੰ ਵੀ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਸਪੈਸ਼ਲ ਕੇਸ ਦੇ ਵਿੱਚ। ਤੁਸੀਂ CRPC ਦੀ ਗੱਲ ਕਰਦੇ ਹੋ? ਹਾਂਜੀ ਦੱਸੋ, ਪੜੋ ਕੀ ਹੈ, ਪੜੋ। ਸਰ ਸਪੈਸ਼ਲ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਸਟੇਟ ਗਵਰਨਮੈਂਟ may appoint ਕਿਹੜਾ ਸੈਕਸ਼ਨ ਹੈ? ਕਿਹੜਾ ਸੈਕਸ਼ਨ ਹੈ? as 21 ਸਰ। ਤੇ CRPC ਪੜਾਉਂਗੇ। ਹਾਂ ਪੜੋ ਜੀ, ਪੜੋ। As it may think fit, executive magistrate to be known as special executive magistrate for particular areas or for the performance or of a particular function and confer on such special executive magistrate such of the power as are conferable under this code on executive magistrate as it may deem. ਕਿਹੜਾ ਸੈਕਸ਼ਨ ਪੜਿਆ ਜੀ ਇਹ? ਸਰ 20 ਤੇ 21 ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਪਾਵਰਾਂ ਆ ਜੀ CRPC ਕਿਹੜੀ ਚ ਜੀ? CRPC ਪਾਓ, CRPC ਕ੍ਰਿਮੀਨਲ ਪ੍ਰੋਸੀਜਰ ਕੋਡ। हाँ जी, हाँ देखो सेक्शन 20 इन एवरी डिस्ट्रिक्ट। 20 ਤੇ 21 ਸਰ 20 ਤੇ 21 ਸਰ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਪਾਵਰਾਂ ਆ ਜੀ। देखो ਸੈਕਸ਼ਨ 20 ਪੜੋ ਜੀ। ਸੈਕਸ਼ਨ ਮੈਂ 20 ਪੜ੍ਹ ਕੇ ਸੁਣਾ ਤੁਹਾਨੂੰ ਵੀ। ਐਗਜ਼ੈਕਟਿਵ ਮੈਜਿਸਟ੍ਰੇਟ ਕੌਣ ਹੁੰਦੇ ਨੇ? ਡਿਸਟ੍ਰਿਕਟ ਮੈਜਿਸਟ੍ਰੇਟ, ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ, ਐਗਜ਼ੈਕਟਿਵ ਮੈਜਿਸਟ੍ਰੇਟ। ਕਿਹੜੀ ਚ ਸਰ? CRPC ਤੇ ਦੇਖੋ ਦੇਖੋ ਸੈਕਸ਼ਨ 20 ਦੇ ਤਹਿਤ ਜਿਹੜੇ ਤਹਿਸੀਲਦਾਰ ਹੁੰਦੇ ਨੇ, ਨੈਬਸੀਲਦਾਰ ਹੁੰਦੇ ਨੇ, ਠੀਕ ਹੈ। ਇਨ ਐਵਰੀ ਡਿਸਟ੍ਰਿਕਟ ਐਂਡ ਇਨ ਐਵਰੀ ਮੈਟਰੀਪੋਲੀਟਨ state of the state may appoint as many purposes as it thinks fit to the executive magistrate। ਉੱਥੇ ਇਹ ਹੈ ਵੀ ਕੋਈ ਸਰਕਾਰ ਜਿਹੜੀ ਹੈਗੀ ਆ ਉਹ ਐਗਜ਼ੈਕਟਿਵ ਮੈਜਿਸਟ੍ਰੇਟ ਨੂੰ ਨਿਯੁਕਤ ਕਰ ਸਕਦੀ ਹੈ, ਠੀਕ ਹੈ। ਜਾਂ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ ਐਂਡ ਸੱਚ ਮੈਜਿਸਟ੍ਰੇਟ ਸ਼ੈਲ ਹੈਵ ਪਾਵਰਸ ਆਫ ਦਾ ਡਿਸਟ੍ਰਿਕਟ ਮੈਜਿਸਟ੍ਰੇਟ। ਨਹੀਂ ਚਲੋ, ਤਾਂ ਸਰਕਾਰ ਨੂੰ ਪਾਵਰਾਂ ਦਿੱਤੀਆਂ ਗਈਆਂ ਨੇ। ਸਰ ਸੈਕਸ਼ਨ ਜਿਹੜਾ 20 ਹੈ ਉਹੀ ਐਗਜ਼ੈਕਟਿਵ ਮੈਜਿਸਟ੍ਰੇਟ ਬਣਾਉਂਦਾ ਨਾ ਜੀ ਨਾਇਬ ਤਹਿਸੀਲਦਾਰਾਂ ਨੂੰ। ਸਰ ਉਹ ਅਪਾਇੰਟ ਕਰਨਾ ਹੋ ਗਿਆ ਜੀ, ਕਿਸੇ ਨੂੰ ਵੀ ਸਰਕਾਰ ਅਪਾਇੰਟ ਕਰ ਸਕਦੀ ਹੈ। ਪਾਵਰਾਂ ਹੋਰ ਚੀਜ਼ ਹੋ ਗਿਆ। ਤੇ ਇਹਦੇ ਜੀ ਸਰ ਪਾਵਰਾਂ ਮਿਲਣੀਆਂ। ਕੋਰਟ ਦੀ ਡਿਵੀਜ਼ਨ ਆ, ਕੋਰਟਸ ਦੀ ਡਿਵੀਜ਼ਨ ਦੇ ਵਿੱਚ ਆਊਗਾ ਜੀ, ਜਾਂ CPC ਦੇ ਵਿੱਚ ਵੀ ਆ ਸਕਦਾ। ਜਿਸ ਵੇਲੇ ਕੋਰਟਸ ਦੀਆਂ ਪਾਵਰ ਡਿਵੀਜ਼ਨ ਕਰਦੇ ਆ ਉਸ ਵੇਲੇ ਉਹਦੇ ਵਿੱਚ ਆਉਂਦਾ ਹਿਸਾਬ। ਇਹਦੇ ਵਿੱਚ ਨਹੀਂ ਆਉਂਦਾ। ਸਰ ਪੇਪਰ ਵੀ ਆਇਆ ਸੀਗਾ ਜੀ, ਪਿਛਲੇ ਪੇਪਰ ਚ ਆਇਆ ਸੀਗਾ ਇੱਕ question। ਕੋਈ ਗੱਲ ਨਹੀਂ, ਚਲੋ ਮੈਂ ਤੁਹਾਨੂੰ ਦੱਸ ਦਾਂਗਾ। ਮੈਂ ਪੜਿਆ ਹੋਇਆ ਹੈਗਾ, ਮੈਨੂੰ ਹੁਣ ਧਿਆਨ ਨਹੀਂ ਆ ਰਿਹਾ ਕਿਹੜੇ ਸੈਕਸ਼ਨ ਸੀਗਾ। ਇੱਥੇ ਤਹਿਸੀਲਦਾਰ ਤੇ ਜਿਹੜੇ ਨੈਬਸੀਲਦਾਰ ਹੁੰਦੇ ਨੇ ਉਹਨਾਂ ਕੋਲੇ ਐਗਜ਼ੈਕਟਿਵ ਮੈਜਿਸਟ੍ਰੇਟ ਦੇ ਪਾਵਰਾਂ ਆਉਂਦੀਆਂ ਨੇ, ਠੀਕ ਹੈ ਜੀ। ਬਾਅਦ ਚ ਕਲੀਅਰ ਕਰ ਦੋ ਕਿਸੇ ਨੂੰ। ਹਾਂ ਮੈਂ ਕਰਦਾ ਕਲੀਅਰ ਤੁਹਾਨੂੰ। ਤਹਿਸੀਲਦਾਰ ਤੇ ਨੈਬਸੀਲਦਾਰ ਜਿਹੜੇ ਹੁੰਦੇ ਨੇ ਉਹਨਾਂ ਕੋਲੇ ਐਗਜ਼ੈਕਟਿਵ ਮੈਜਿਸਟ੍ਰੇਟ ਦੇ ਪਾਵਰਸ ਹੁੰਦੀਆਂ ਨੇ, ਠੀਕ ਹੈ। ਹੋਰ ਕੁਝ ਜੀ? ठीक है जी, क्लास इज ओवर। थैंक यू वेरी मच।